ਇਸ ਤੋਂ ਪਹਿਲਾਂ ਦੇਖੋ ਤੁਸੀਂ ਜੋ ਵਰਕ ਪਾਰ એનર્ਜੀ ਬਾਰੇ ਜੋ ਸੌਰੀ ਫੋਰਸ ਐਂਡ ਫ੍ਰਿਕਸ਼ਨ ਬਾਰੇ ਪੜ੍ਹ ਚੁੱਕੇ ਹੋ ਤੇ ਵਰਕ ਦੇ ਬਾਰੇ ਆਪਣੇ 2 ਲੈਕਚਰ ਲੱਗ ਚੁੱਕੇ ਨੇ, ਆਪਾਂ ਕਾਫੀ ਗੱਲਾਂ ਹੁਣ ਜਾਣਦੇ ਹਾਂ। ਹਾਂ, ਕੁਝ ਗੱਲਾਂ ਮੈਂ ਤੁਹਾਨੂੰ ਜਿਹੜੀਆਂ ਦੱਸਾਂ, ਜਿਹੜੀਆਂ ਹਮੇਸ਼ਾ ਦਿਮਾਗ 'ਚ ਯਾਦ ਰੱਖਣੀਆਂ ਨੇ। ਇੱਕ ਤਾਂ ਵਰਕ ਤੇ એનર્ਜੀ ਨੂੰ ਆਪਾਂ ਯਾਦ ਹੀ ਰੱਖਣਾ ਹੀ ਪੈਂਦਾ, ਪਤਾ ਹੀ ਹੁੰਦਾ ਹੈ ਸਾਰਿਆਂ ਨੂੰ, ਲੋਅਰ ਕਲਾਸਿਸ ਤੋਂ ਆਪਾਂ ਦੇਖੀਏ ਵਰਕ ਤੇ એનર્ਜੀ ਜਿਹੜੀ ਨੇ, ਇਹ ਦੋਨੋਂ ਜਿਹੜੀਆਂ ਨੇ ਇਹ ਇਕੁਇਵਲੈਂਟ ਟਰਮਸ ਨੇ, ਹਨਾ। ਇਕੁਇਵਲੈਂਟ ਟਰਮਸ ਨੇ ਇਹ। ਵਰਕ ਦੀ ਜਗ੍ਹਾ એનર્ਜੀ ਦਾ ਵਰਕ ਵੀ ਯੂਜ਼ ਹੁੰਦਾ ਕਈ ਵਾਰੀ, ਤੇ ਦੋਨੋਂ ਇੱਕ ਦੂਜੇ ਬਰਾਬਰ ਹੁੰਦੇ ਨੇ। ਅਗਰ ਵਰਕ ਕਰਾਂਗਾ ਤਾਂ એનર્ਜੀ ਕੰਜ਼ਿਊਮ ਹੋਏਗੀ, એનર્ਜੀ ਕੰਜ਼ਿਊਮ ਹੋਈ ਹੈ ਮਤਲਬ ਵਰਕ ਹੋਇਆ ਹੈ, ਹਨਾ। ਜਿੰਨੀ એનર્ਜੀ ਕੰਜ਼ਿਊਮ ਹੋਈ ਉਨਾ ਹੀ ਵਰਕ ਹੋਇਆ ਹੈ, ਜਿੰਨਾ ਵਰਕ ਕੀਤਾ ਤੁਸੀਂ ਉਨੀ એનર્ਜੀ ਕੰਜ਼ਿਊਮ ਹੋਈ ਹੈ। ਸੋ ਆਹ ਗੱਲਾਂ ਪਤਾ ਨੇ ਆਪਾਂ ਨੂੰ। ਸੋ ਵਰਕ ਨੂੰ એનર્ਜੀ ਨਾਲ ਸਿਰਫ ਇਹ ਕੰਜ਼ੰਪਸ਼ਨ ਨਾਲ ਹੀ ਨਹੀਂ ਰਿਲੇਟ ਕੀਤਾ ਜਾਂਦਾ ਕਿ ਵੀ ਕੰਜ਼ਿਊਮ ਹੋਈ ਹੈ એનર્ਜੀ, ਮਤਲਬ ਕਿ ਆ ਗੱਲ ਦੇਖੋ, ਇੱਕ ਤਾਂ ਹੋ ਗਈ ਕੰਜ਼ਿਊਮ ਹੋਣਾ, ਕੰਜ਼ਿਊਮ ਹੋਣ ਦਾ ਮਤਲਬ એનર્ਜੀ ਖਰਚ ਹੋਣਾ। ਕੋਈ ਬੰਦਾ ਕਹੇ એનર્ਜੀ ਜਿਹੜੀ ਹੈ એનર્ਜੀ ਕੰਜ਼ਿਊਮ ਹੋਈ ਆ, ਹਨਾ, એનર્ਜੀ ਕੰਜ਼ਿਊਮ ਹੋਈ ਆ, ਤੇ ਉਹਦੇ ਨਾਲ ਵਰਕ ਜਿਹੜਾ ਆ ਉਹ ਹੋਇਆ ਵਾ, ਵਰਕ ਡਨ। એનર્ਜੀ ਕੰਜ਼ਿਊਮ ਹੋਈ ਤਾਂ ਵਰਕ ਹੋਇਆ, ਹਨਾ। ਜਾਂ ਫਿਰ ਜੇ ਵਰਕ ਹੋਇਆ ਮਤਲਬ ਪੱਕੀ ਗੱਲ ਕੰਜ਼ਿਊਮ ਹੋਈ ਹੋਣੀ ਹੈ એનર્ਜੀ। ਇਸ ਤੋਂ ਇਲਾਵਾ ਇੱਕ ਹੋਰ ਵੀ ਇਹਨਾਂ ਨੂੰ ਰਿਲੇਟ ਕਰਨ ਦਾ ਤਰੀਕਾ ਹੈ ਕਿ ਜੇ ਵਰਕ ਕੀਤਾ ਗਿਆ, ਮੰਨ ਲਓ ਵਰਕ ਡਨ, ਤੇ ਵਰਕ ਡਨ ਵਰਕ ਕਰ ਦਿੱਤਾ, ਤਾਂ ਵਰਕ ਡਨ ਨੇ ਅੱਗੇ ਕਨਵਰਟ ਹੋਣਾ ਹੁੰਦਾ ਫਿਰ એનર્ਜੀ 'ਚ। ਇਹ ਵੀ ਹੁੰਦਾ ਹੈ, ਉਹ ਕਿਸੇ ਵੀ ਫਾਰਮ ਦੀ એનર્ਜੀ ਹੋ ਸਕਦੀ ਹੈ। ਵਰਕ ਡਨ ਨੂੰ ਤੇ ਵਰਕ ਜਿੰਨਾ ਕੀਤਾ ਜਾਊਗਾ ਉਨੀ એનર્ਜੀ 'ਚ ਬਦਲੂਗਾ। ਉਹ એનર્ਜੀ ਕਈ ਤਰ੍ਹਾਂ ਦੀ ਹੋ ਸਕਦੀ, ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ। ਫੋਰ ਐਗਜ਼ਾਮਪਲ ਆਪਾਂ ਬਹੁਤ ਜ਼ੋਰ ਦੀ ਕਲੈਪਿੰਗ ਕਰੀਏ, ਬਹੁਤ ਜ਼ੋਰ ਦੀ ਕਲੈਪਿੰਗ ਕਰਦੇ ਹੋ ਤਾਂ ਆਵਾਜ਼ ਪੈਦਾ ਹੁੰਦੀ ਹੈ ਨਾ, ਸਾਊਂਡ એનર્ਜੀ ਸਮਝ ਲਓ। ਤੇ ਜਦੋਂ ਬਹੁਤ ਜ਼ੋਰ ਦੀ ਆਵਾਜ਼ ਪੈਦਾ ਹੁੰਦੀ ਹੈ ਤੇ ਨਾਲੇ ਹੱਥ ਤੁਹਾਡੇ ਗਰਮ ਵੀ ਹੋ ਜਾਂਦੇ ਨੇ ਕਲੈਪਿੰਗ ਕਰਨ ਨਾਲ ਥੋੜੇ ਜਿਹੇ, ਤਾਂ ਉਹ ਥੋੜੀ ਹੀਟ ਵੀ ਪੈਦਾ ਹੋਈ, ਹਨਾ। ਉਸ ਤੋਂ ਇਲਾਵਾ ਆਪਣੇ ਜੋ ਵੀ ਓਵਰਆਲ ਉਹਦਾ ਇੰਪੈਕਟ ਪਿਆ ਆਪਣੇ ਤੇ, ਉਹ ਸਾਰੇ ਪਾਸੋਂ ਜੇ એનર્ਜੀਜ਼ ਨੂੰ ਮਾਪ ਲਿਆ ਜਾਵੇ ਤਾਂ ਉਹ ਬਿਲਕੁਲ ਉਸ ਵਰਕ ਡਨ ਦੇ ਬਰਾਬਰ ਹੈਗਾ ਜਿਹੜਾ ਵਰਕ ਕਰਦੇ ਹਾਂ ਆਪਾਂ ਜਦੋਂ ਆਪਾਂ ਤਾੜੀਆਂ ਮਾਰਦੇ ਹਾਂ, ਜਾਂ ਫਿਰ ਆਪਾਂ ਜਦੋਂ ਹੱਥਾਂ ਨੂੰ ਰਗੜਦੇ ਹਾਂ ਆਪਸ ਦੇ ਵਿੱਚ, ਤਾਂ ਵੀ। ਤਾਂ ਜਦੋਂ ਆਪਾਂ ਦੋ ਹੱਥਾਂ ਨੂੰ ਰਗੜਦੇ ਹਾਂ ਆਪਸ ਵਿੱਚ, ਸਰਦੀਆਂ ਦੇ ਮੌਸਮ ਵਿੱਚ ਬਹੁਤ ਠੰਡ ਪੈ ਰਹੀ ਹੁੰਦੀ ਤਾਂ ਆਪਾਂ ਹੱਥ ਰਗੜਦੇ ਹਾਂ, ਆਪਾਂ ਗਰਮ ਹੋ ਜਾਣਗੇ ਹੱਥ। ਤਾਂ ਉਹ ਵਰਕ ਦਾ ਸਿੱਧਾ ਲੈਣ ਦੇਣਾ એનર્ਜੀ ਨਾਲ ਵੀ ਇਸ ਤਰ੍ਹਾਂ ਵੀ ਹੁੰਦਾ ਹੈ। ਆ ਨਹੀਂ ਕਿ એનર્ਜੀ ਕੰਜ਼ਿਊਮ ਹੋ ਰਹੀ ਹੈ ਤਾਂ ਵਰਕ ਹੋ ਰਿਹਾ ਹੈ, ਬਲਕਿ ਕਈ ਵਾਰ ਵਰਕ ਹੋ ਰਿਹਾ ਹੋਵੇ ਉਹਦੇ ਨਾਲ એનર્ਜੀ ਪ੍ਰੋਡਿਊਸ ਹੁੰਦੀ ਹੈ। ਕਿ ਵਰਕ ਹੋਇਆ ਤਾਂ ਪ੍ਰੋਡਿਊਸ ਨਹੀਂ, ਸੌਰੀ, એનર્ਜੀ ਕੈਨ ਨਾਈਦਰ ਬੀ ਕ੍ਰੀਏਟਿਡ ਨੋਰ ਬੀ ਡਿਸਟਰੋਇਡ। ਮਤਲਬ એનર્ਜੀ ਉਸ ਚੀਜ਼ ਦੇ ਵਿੱਚ ਟਰਾਂਸਫਾਰਮ ਹੋ ਜਾਂਦੀ ਹੈ, ਵਰਕ ਹੀ એનર્ਜੀ 'ਚ ਟਰਾਂਸਫਾਰਮ ਹੋ ਜਾਂਦਾ, ਵਰਕ ਬਦਲ ਜਾਂਦਾ એનર્ਜੀ 'ਚ। ਤੇ ਵਰਕ ਦੇ એનર્ਜੀ 'ਚ ਬਦਲਣ ਦੇ ਕਈ ਉਹ ਨੇ, ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਇੱਥੇ ਇੱਕ ਰੇੜੀ ਹੈ ਤੇ ਇਹ ਰੈਸਟ ਵਿੱਚ ਹੈ, ਤਾਂ ਇਹ 'ਚ ਦੱਸੋ ਇਹਦੀ ਕਿਨੈਟਿਕ એનર્ਜੀ ਕਿੰਨੀ ਹੈ? ਤੁਸੀਂ ਵੈਸੇ ਦੱਸ ਦਿਓ ਆਪ ਹੀ, ਲੋਅਰ ਕਲਾਸਿਸ ਦਾ ਜਿੰਨਾ ਕੁ ਤੁਹਾਨੂੰ। ਜ਼ੀਰੋ। ਤੇ ਇੱਕ ਬੰਦੇ ਨੇ ਕੀ ਕੀਤਾ, ਇਹ ਤੇ ਫੋਰਸ ਲਗਾਇਆ, ਤੇ ਫੋਰਸ ਲਗਾਉਣ ਦੇ ਨਾਲ ਆ ਰੇੜੀ ਇਹ ਮੋਸ਼ਨ 'ਚ ਆ ਗਈ, ਡਿਸਪਲੇਸ ਹੋ ਗਈ। ਤਾਂ ਡਿਸਪਲੇਸ ਹੋਈ ਮਤਲਬ ਮੋਸ਼ਨ 'ਚ ਆ ਗਈ, ਹੈ ਨਾ, ਡਿਸਪਲੇਸ ਹੋ ਗਈ ਮੰਨ ਲਓ। ਤੇ ਇਸ ਦੌਰਾਨ ਫਿਰ ਰੇੜੀ ਜਿਹੜੀ ਹੈ ਜਦੋਂ ਮੋਸ਼ਨ 'ਚ ਆਈ ਤਾਂ ਇਸ ਰੇੜੀ ਦੀ ਕੋਈ ਨਾ ਕੋਈ ਕੀ ਹੋਏਗੀ, ਕਾਈਨੈਟਿਕ એનર્ਜੀ, ਵੈਲੋਸਿਟੀ। ਉਹਦੇ ਆਬਵੀਅਸਲੀ ਕਾਈਨੈਟਿਕ એનર્ਜੀ, ਯੂ ਆਰ ਰਾਈਟ, ਵੈਲੋਸਿਟੀ ਹੋਏਗੀ। ਤੇ ਵੈਲੋਸਿਟੀ ਹੋਏਗੀ ਤੇ ਮਤਲਬ ਕਾਈਨੈਟਿਕ એનર્ਜੀ ਹੋਏਗੀ। ਮਤਲਬ ਜਿਹੜੀ ਰੇੜੀ 'ਚ ਕਾਈਨੈਟਿਕ એનર્ਜੀ ਨਹੀਂ ਸੀ, ਜ਼ੀਰੋ ਸੀ, ਉਹਦੇ 'ਚ ਹੁਣ ਕਾਈਨੈਟਿਕ એનર્ਜੀ ਮੰਨ ਲਓ 4 5 8 10 ਜਿੰਨੀ ਮਰਜ਼ੀ ਹੋਗੀ। ਉਹ ਕਾਈਨੈਟਿਕ એનર્ਜੀ ਕਿੱਥੋਂ ਆਈ? ਫੋਰਸ ਅਪਲਾਈ, ਨਹੀਂ ਫੋਰਸ ਤੋਂ ਨਹੀਂ, ਫੋਰਸ ਨੂੰ ਕਾਈਨੈਟਿਕ એનર્ਜੀ ਨਾਲ ਨਹੀਂ ਨਾ ਰਿਲੇਟ ਕਰ ਸਕਦਾ ਸਰ। ਜਿਹੜੇ ਬੰਦੇ ਨੇ ਫੋਰਸ ਲਗਾਈ ਉਹ ਤੋਂ ਟ੍ਰਾਂਸਫਰ ਹੋ ਗਈ। ਹਾਂ, ਮਤਲਬ ਕਿ ਵਰਕ ਤੋਂ ਆਈ, ਉਹਨੇ ਵਰਕ ਕੀਤਾ ਬੰਦੇ ਨੇ। ਦੇਖੋ ਨਾ, ਬੰਦੇ ਨੇ ਫੋਰਸ ਲਗਾਇਆ ਤੇ ਡਿਸਪਲੇਸਮੈਂਟ ਹੋਈ, ਮਤਲਬ ਵਰਕ ਕੀਤਾ ਨਾ ਬੰਦੇ ਨੇ, ਉਹਨੂੰ ਵਰਕ ਬੋਲੋ ਨਾ। ਯੈਸ ਸਰ, ਤੁਹਾਡਾ ਸ਼ਬਦ ਲੱਭ ਰਿਹਾ ਵਰਕ, ਤੁਹਾਡੇ ਮੂੰਹੋਂ ਆ ਸੁਣਨਾ ਚਾਹੁੰਦਾ ਸੀ ਮੈਂ ਕਿ ਵਰਕ, ਉਸ ਬੰਦੇ ਨੇ ਵਰਕ ਕੀਤਾ ਤੇ ਵਰਕ ਉਹਦਾ ਕਨਵਰਟ ਹੋ ਗਿਆ એનર્ਜੀ ਦੇ ਵਿੱਚ, ਕਾਈਨੈਟਿਕ એનર્ਜੀ। ਹੁਣ ਜਿਵੇਂ ਹੱਥ ਆ, ਹੁਣ ਹੱਥ ਨਾਲ ਤੁਸੀਂ ਜਿਵੇਂ ਮੈਂ ਕਹਿ ਰਿਹਾ ਕਿ ਮੰਨ ਲਓ ਹੱਥ ਨੂੰ ਤੁਸੀਂ ਹੱਥ ਤੇ ਬਸ ਲਗਾ ਕੇ ਰੱਖੋ, ਜੋੜ ਕੇ ਰੱਖੋ, ਤੇ ਤੁਸੀਂ ਫੋਰਸ ਵੀ ਲਾਓ ਥੋੜਾ ਜਿਹਾ ਉਹਨੂੰ ਆਪਸ ਵਿੱਚ ਜੋੜਨ ਦੇ ਲਈ, ਪਰ ਤੁਸੀਂ ਰਗੜੋ ਨਾ ਉਹਨੂੰ, ਹਨਾ, ਡਿਸਪਲੇਸਮੈਂਟ ਨਾ ਹੋਵੇ, ਤਾਂ ਉਹ ਕਨਵਰਟ ਹੋ ਜਾਊਗਾ ਹੀਟ 'ਚ? ਨੋ ਸਰ, ਮਤਲਬ ਫੋਰਸ ਨਹੀਂ ਹੁੰਦਾ, ਵਰਕ ਹੁੰਦਾ ਜਿਹੜਾ ਕਨਵਰਟ ਹੁੰਦਾ એનર્ਜੀ 'ਚ। ਸੋ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਬਹੁਤ ਸਿੰਪਲ ਗੱਲਾਂ ਨੇ ਵੀ એનર્ਜੀ ਕੰਜ਼ਿਊਮ ਹੋਵੇਗੀ ਤਾਂ ਵਰਕ ਹੋਵੇਗਾ, ਤੇ ਜੇ ਵਰਕ ਹੋਵੇਗਾ ਤਾਂ એનર્ਜੀ 'ਚ ਉਹ ਕਨਵਰਟ ਵੀ ਹੋ ਸਕਦੀ ਹੈ ਕਿਸੇ ਹੋਰ ਫਾਰਮ ਦੇ ਵਿੱਚ, ਅਨਦਰ ਫਾਰਮ 'ਚ। ਤਾਂ એનર્ਜੀ ਵਰਕ એનર્ਜੀ ਵਰਕ એનર્ਜੀ, ਇਹ ਐ ਚੱਲਦਾ ਰਹਿੰਦਾ, ਕਹਿਣ ਦਾ ਭਾਵ ਇਹ ਹੈ, ਹਨਾ। ਹੁਣ ਮੈਂ ਕਹੂੰਗਾ, ਕੋਈ ਬੰਦਾ ਕਹੂਗਾ ਅੱਛਾ ਠੀਕ ਹੈ, ਇਹ 'ਚ ਕਾਈਨੈਟਿਕ એનર્ਜੀ ਨਹੀਂ ਸੀਗੀ, ਬਾਅਦ 'ਚ ਕਾਈਨੈਟਿਕ એનર્ਜੀ ਆ ਗਈ, ਇਹ ਕਿੱਥੋਂ ਆਈ? ਮੈਂ ਕਿਹਾ ਉਹ ਵਰਕ ਤੋਂ ਆਈ। ਉਹ ਕਹਿਣਗੇ ਬੰਦੇ ਨੇ ਵਰਕ ਜਿਹੜਾ ਕੀਤਾ, ਬੰਦੇ ਨੇ ਵਰਕ ਕਿਵੇਂ ਕਰ ਲਿਆ? ਬੰਦੇ ਨੇ ਵਰਕ, ਮੈਂ ਕਿਹਾ ਉਹ 'ਚ એનર્ਜੀ ਸੀਗੀ। ਉਹ ਕਹਿੰਦੇ ਬੰਦੇ 'ਚ એનર્ਜੀ ਕਿੱਥੋਂ ਆਈ?
ਮੈਂ ਕਿਹਾ એનર્ਜੀ ਉਚਾਈ ਉਹਨੇ ਖਾਦਾ ਪੀਤਾ ਹੋਣਾ ਕੁਝ ਤੇ ਉਹਦੇ ਮਸਲ ਦੇ ਵਿੱਚ ਜੋ એનર્ਜੀ ਹੈ ਉਹ ਉਹਨੇ ਯੂਜ਼ ਕੀਤੀ, ਮਤਲਬ એનર્ਜੀ ਹੈ ਨਾ। ਅਗੇਨ देयर इज એનર્ਜੀ। ਅਗਰ ਬੰਦੇ 'ਚ એનર્ਜੀ ਨਹੀਂ ਹੈ ਉਹ ਰੇਡੀ ਨੂੰ ਧੱਕਾ ਮਾਰ ਨਹੀਂ ਸਕਦਾ, ਹੈ ਨਾ। ਯੈਸ ਸਰ। ਪਿੱਛੋਂ ਜੇ ਦੇਖਿਆ ਹੋਵੇ ਇੱਕ ਤਰ੍ਹਾਂ ਦੀ ਲੜੀ ਬਣਦੀ ਹੈ, ਇਹਨੂੰ ਐ ਸਮਝਿਆ ਜਾਣਾ ਚਾਹੀਦਾ ਹੈ ਹਮੇਸ਼ਾ ਆਪਣੇ ਦਿਮਾਗ 'ਚ ਕਿ ਵੀ એનર્ਜੀ ਵਰਕ, એનર્ਜੀ ਵਰਕ, એનર્ਜੀ ਵਰਕ, ਇਧਰ ਵੀ ਵਰਕ ਤੇ ਐ ਚੱਲੀ ਜਾਂਦਾ। ਤੇ ਇਹ ਉਹ ਹਿਸਾਬ ਹੋ ਗਿਆ ਵੀ ਪਹਿਲਾਂ ਆਂਡਾ ਹੈ ਕਿ ਪਹਿਲਾਂ ਮੁਰਗੀ, ਹੈ ਨਾ। ਸੋ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਇਹਨਾਂ ਨੂੰ ਐ ਰਿਲੇਟ ਕਰਕੇ ਚੱਲਦੇ ਹਾਂ ਚੀਜ਼ਾਂ ਨੂੰ, એનર્ਜੀ ਵਰਕ, ਵਰਕ એનર્ਜੀ, ਇਹ ਆਪਸ 'ਚ ਇੱਕ ਦੂਜੇ ਨਾਲ ਇਹਨੇ ਇਕੁਇਵਲੈਂਟ ਟਰਮਸ। ਕਲੀਅਰ ਹੈ ਗੱਲ, ਠੀਕ। ਤੇ ਇਹ ਜੋ એનર્ਜੀ ਹੈ, એનર્ਜੀ ਦੇ ਬਹੁਤ ਸਾਰੇ ਫਾਰਮੂਲੇ ਤੁਸੀਂ ਪੜ੍ਹੇ ਹੋਏ ਨੇ, ਜਿਵੇਂ ਕਿ ਕੈਨੇਟਿਕ એનર્ਜੀ ਹੈ, ਆਪਾਂ ਗੱਲਾਂ ਕਰਾਂਗੇ ਇਹਨਾਂ ਦੇ ਬਾਰੇ, ਆਪਾਂ ਚੈਪਟਰ ਹੈ ਹੀ ਇਸ ਬਾਰੇ, ਹਾਫ mv², ਜਾਂ ਜਿਹੜੀ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਜੋ 9th ਕਲਾਸ ਫਾਰਮੂਲਾ ਕੀਤਾ ਤੁਸੀਂ mgh, ਹਾਲਾਂਕਿ ਇਸ ਨੂੰ ਬਹੁਤ ਜ਼ਿਆਦਾ ਇੰਪਰੂਵਮੈਂਟ ਦੇਵਾਂਗੇ ਆਪਾਂ ਗ੍ਰੈਵਿਟੇਸ਼ਨ ਪੜ੍ਹਦੇ ਹੋਏ। ਇਹ ਫਾਰਮੂਲਾ ਅਸਲ ਵਿੱਚ ਕੀ ਹੈ ਉਹ ਮੈਂ ਦੱਸੂਗਾ ਬਾਅਦ ਵਿੱਚ। ਤਾਂ ਫਿਰ ਆਪਾਂ mgh ਲੈ ਕੇ ਚੱਲ ਸਕਦੇ ਹਾਂ। ਇਹ ਕਿਉਂ ਇਹਨੂੰ ਲੈਣੇ ਆ, ਇਹਦਾ ਕੀ ਮਤਲਬ ਹੁੰਦਾ ਆ ਵੀ ਦੱਸੂਗਾ ਤੁਹਾਨੂੰ। ਸਪ੍ਰਿੰਗ ਦੇ ਵਿੱਚ એનર્ਜੀ ਹੁੰਦੀ ਹੈ, ਸਪ੍ਰਿੰਗ ਜਿਹੜਾ ਜਿਹਦਾ ਕਨਸਟੈਂਟ k ਹੁੰਦਾ ਨਾ, ਸਪ੍ਰਿੰਗ ਕਨਸਟੈਂਟ k, ਯੈਸ ਸਰ। ਠੀਕ ਹੈ, ਤੇ ਹਾਫ kx²। ਇਹ ਕਿਵੇਂ ਆਇਆ ਦੱਸੂਗਾ ਤੁਹਾਨੂੰ, ਹਲੇ ਤੁਸੀਂ ਟੈਨਸ਼ਨ ਨਾ ਲਓ ਇਸ ਚੀਜ਼ ਦੀ। ਸਪ੍ਰਿੰਗ 'ਚ ਜਿਹੜੀ એનર્ਜੀ ਹੈ, ਠੀਕ ਹੈ, એનર્ਜੀ ਇਨ ਦਾ ਸਪ੍ਰਿੰਗ। ਸੋ ਇਸ ਤਰ੍ਹਾਂ ਹੀ ਹੋਰ ਬਹੁਤ ਸਾਰੀ ਚੀਜ਼ਾਂ, ਕੈਪੈਸਿਟਰ 'ਚ એનર્ਜੀ ਹੁੰਦੀ ਹੈ, એનર્ਜੀ ਸਟੋਰਡ ਹੈ, ਇੰਡਕਟਰ 'ਚ ਹੁੰਦੀ ਹੈ, ਇਹ ਸਾਰੀ +2 'ਚ ਆਉਣ ਵਾਲੀ ਟਰਮ ਨੇ। ਸਾਰਿਆਂ 'ਚ એનર્ਜੀ ਅਲੱਗ-ਅਲੱਗ ਤਰ੍ਹਾਂ ਕੈਲਕੂਲੇਟ ਹੁੰਦੀ ਹੈ ਕਿਉਂਕਿ ਅਲੱਗ-ਅਲੱਗ ਤਰ੍ਹਾਂ ਸਟੋਰ ਹੁੰਦੀ ਹੈ ਚੀਜ਼ਾਂ ਦੇ ਵਿੱਚ। ਤਾਂ એનર્ਜੀ ਦੇ ਬਹੁਤ ਸਾਰੇ ਫਾਰਮੂਲੇ ਨੇ ਇਸ ਤਰ੍ਹਾਂ ਦੇ। ਤੇ ਜਿਹੜਾ ਵਰਕ ਹੈਗਾ ਫਿਜ਼ਿਕਸ ਦੇ ਵਿੱਚ, ਵਰਕ ਦਾ ਮੋਸਟਲੀ ਆਪਣੇ ਕੋਲ ਇਹੀ ਫਾਰਮੂਲਾ ਜਿੱਥੋਂ ਸਾਰੇ ਚੀਜ਼ਾਂ ਨਿਕਲਦੀਆਂ ਨੇ, ਹੋਏਗਾ F.S। ਜੇ ਆਪਾਂ ਕਾਂਸਟੈਂਟ ਫੋਰਸ ਲਈਏ ਤੇ ਜੇ ਆਪਾਂ ਵੇਰੀਏਬਲ ਫੋਰਸ ਲਈਏ ਤਾਂ ਉਹ ਹੁੰਦਾ F.ds ਜਾਂ dx ਕਹਿ ਲਓ, ਇੰਟੀਗਰਲ। ਠੀਕ ਹੈ, ਇਹ ਆਪਾਂ ਗੱਲਾਂ ਕਰ ਚੁੱਕੇ ਹਾਂ ਆਪਣੀ ਲੋਅਰ ਕਲਾਸਿਸ, ਲੋਅਰ ਪਿਛਲੇ ਕਲਾਸਿਸ ਨਹੀਂ, ਲੋਅਰ ਪਿਛਲੇ ਲੈਕਚਰਸ ਵਿੱਚ ਬਲਕਿ, ਠੀਕ ਹੈ ਨਾ। ਸੋ ਵਰਕ ਦਾ ਆਹੀ ਫੰਡਾ ਰਹਿੰਦਾ ਹੈ, ਪਰ ਇਹੀ ਵਰਕ ਇਹਨਾਂ ਵਿੱਚੋਂ ਕਿਹੜੀ ਫਾਰਮ ਲੈ ਲਵੇ ਕਦੋਂ, ਇਹੀ ਵਰਕ ਜਿਹੜਾ ਹੈ ਉਹ ਹੀਟ 'ਚ ਬਦਲ ਜਾਵੇ, ਹੈ ਨਾ। ਇਹੀ ਵਰਕ ਕਿਸੇ ਵੀ ਹੋਰ ਚੀਜ਼ ਬਦਲ ਸਕਦਾ ਹੈ। ਦੋ ਪੱਥਰਾਂ ਨੂੰ ਟਕਰਾਓ ਆਪਸ ਵਿੱਚ ਜਾਂ ਵਰਕ ਕਰੋ ਤੁਸੀਂ, ਤੇ ਉਹ ਜਿਹੜੇ ਪੱਥਰ ਨੇ ਉਹਨਾਂ 'ਚ ਚੰਗਿਆਰੀਆਂ ਵੀ ਨਿਕਲ ਸਕਦੀਆਂ ਨੇ, ਤੇ ਉਹ ਹੀਟਿੰਗ ਵੀ ਹੋ ਸਕਦੀ ਹੈ, ਬੱਟਿਆਂ ਦੀ ਆਵਾਜ਼ ਵੀ ਆਏਗੀ, ਸਾਊਂਡ ਵੀ ਹੋਏਗੀ, ਮਤਲਬ ਕੋਈ ਬਹੁਤ ਸਾਰੀ ਤਰ੍ਹਾਂ ਦੀ ਫਾਰਮ ਦੇ, ਪਰ ਵਰਕ ਹੋਈ ਹੈ, ਵਰਕ ਕਨਵਰਟ ਹੁੰਦਾ ਹੈ। ਸੋ ਇਸ ਤਰ੍ਹਾਂ ਵਰਕ ਤੇ એનર્ਜੀ ਨੂੰ ਆਪਾਂ ਸਮਝਦੇ ਹਾਂ। ਇਹਨਾਂ ਨੂੰ ਆਪਾਂ ਮਤਲਬ એનર્ਜੀ ਨੂੰ ਤੇ ਵਰਕ ਨੂੰ ਫੋਰਸ ਨਾਲ, ਕਿਉਂਕਿ ਪਿਛਲਾ ਚੈਪਟਰ ਆਪਣਾ ਕਿਹਦੇ ਬਾਰੇ ਸੀ, ਫੋਰਸ ਬਾਰੇ ਸੀ, ਹੈ ਨਾ। ਤੇ એનર્ਜੀ ਤੇ ਵਰਕ ਨੂੰ ਆਪਾਂ ਫੋਰਸ ਨਾਲ ਕਿਵੇਂ ਰਿਲੇਟ ਕਰਦੇ ਹਾਂ, ਉਹਨੂੰ ਐ ਰਿਲੇਟ ਕਰਦੇ ਹਾਂ ਆਪਾਂ ਕਿ ਜਿਹੜਾ ਵਰਕ ਹੈ, ਸੌਰੀ એનર્ਜੀ ਹੈ, ਉਹ ਬੇਸਿਕਲੀ ਵਰਕ ਹੀ ਹੈ, ਤੇ ਵਰਕ ਜਿਹੜਾ ਹੈ ਉਹ ਫੋਰਸ ਨਾਲ ਇਸ ਤਰ੍ਹਾਂ ਰਿਲੇਟਡ ਹੈ। ਇਹ ਆਪਾਂ ਦੇਖਿਆ। ਤੇ ਜਿਹੜੀ ਪਾਵਰ ਹੈ, ਪਾਵਰ ਤੁਹਾਨੂੰ ਪਤਾ ਕਿੰਨਾ, એનર્ਜੀ ਕੰਜ਼ਿਊਮਡ ਅਪਨ ਟਾਈਮ ਟੇਕਨ, ਹੈ ਨਾ। ਯੈਸ ਸਰ। ਵਰਕ ਡਨ ਅਪਨ ਟਾਈਮ ਟੇਕਨ, ਤਾਂ ਆਪਾਂ ਇਹਨੂੰ ਕਿਵੇਂ ਫੋਰਸ ਨਾਲ ਰਿਲੇਟ ਕਰਾਂਗੇ, ਹੁੰਦਾ ਫੋਰਸ ਡਾਟ ਡਿਸਪਲੇਸਮੈਂਟ ਅਪਨ ਟਾਈਮ ਟੇਕਨ, ਤੇ ਡਿਸਪਲੇਸਮੈਂਟ ਅਪਨ ਟਾਈਮ ਕੀ ਹੁੰਦਾ, ਵੈਲੋਸਿਟੀ, ਵੈਲੋਸਿਟੀ, F.V। ਸੋ ਆਹ ਪਾਵਰ ਦੇ ਬਾਰੇ ਆਪਾਂ ਨੂੰ ਪਤਾ ਲੱਗ ਗਿਆ। ਯਾਨੀ ਕਿ ਆਹ ਜਿਹੜੇ ਚੈਪਟਰ ਦੇ ਵਿੱਚ ਨਾਮ ਲੈ ਰਹੇ ਹੋ ਜਿਹੜੀ ਨਵੀਂ ਚੀਜ਼ਾਂ ਦੇ, ਉਹਨਾਂ ਸਾਰੀਆਂ ਚੀਜ਼ਾਂ ਦੇ ਫੋਰਸ ਨਾਲ ਆਹ ਰਿਲੇਸ਼ਨ ਇਸ ਤਰ੍ਹਾਂ ਬਣਦੇ ਨੇ। ਕਲੀਅਰ ਹੈ ਗੱਲ? ਯੈਸ ਸਰ। ਚਲੋ ਹੁਣ ਥੋੜੀ ਜੀ ਮੈਂ ਗੱਲ ਕਰਾਂ ਨਾਰਮਲ ਜਿਹੜੀ ਆਪਾਂ ਜੋ ਕਰ ਰਹੇ ਸੀ, ਵਰਕ ਡਨ ਬਾਈ ਸੈਂਟਰੀਪੀਟਲ ਫੋਰਸ ਇਜ਼ 0। ਤੇ ਆਪਾਂ ਹੁਣ ਕਰਨ ਜਾ ਰਹੇ ਹਾਂ ਜੋ ਬੜੀ ਇੰਪੋਰਟੈਂਟ ਥਿਓਰਮ ਹੈ ਉਹ, ਪਰ ਉਹ ਅਦਰਵਾਈਜ਼ ਆਮ ਆਪਣੀ ਤੁਸੀਂ ਦੇਖੋਗੇ ਕਾਮਨ ਸੈਂਸ ਦੇ ਵਿੱਚ ਵੀ ਫਿੱਟ ਬੈਠੇਗੀ ਗੱਲ ਤੁਹਾਡੇ। ਵਰਕ એનર્ਜੀ ਥਿਓਰਮ, ਵਰਕ એનર્ਜੀ ਥਿਓਰਮ। ਤੇ ਤੁਹਾਨੂੰ ਵਰਕ એનર્ਜੀ ਥਿਓਰਮ ਜਿਵੇਂ ਦੇ ਬਾਰੇ ਕਾਫੀ ਗੱਲਾਂ ਮੈਂ ਹੁਣੀ ਦੱਸ ਰਿਹਾ ਸੀ ਕਿ ਵੀ ਕਿਸੇ ਬੋਡੀ ਦੇ ਵਿੱਚ, ਅੱਛਾ ਤੁਸੀਂ ਦੇਖੋ ਵਰਕ એનર્ਜੀ ਥਿਓਰਮ ਤੋਂ ਪਹਿਲਾਂ ਆਪਾਂ ਇਹ ਸਮਝੋ, ਮੰਨ ਲਓ ਕਿਸੇ ਬੋਡੀ ਵਿੱਚ ਕਿਨੈਟਿਕ એનર્ਜੀ ਹੈ, ਪਹਿਲਾਂ ਹੀ ਆ, ਮੰਨ ਲਓ ਪਹਿਲਾਂ ਹੀ ਬੋਡੀ ਮੂਵ ਕਰ ਰਹੀ ਹੈ ਤੇ ਉਹ 'ਚ ਕਿਨੈਟਿਕ એનર્ਜੀ ਹੈਗੀ ਮੰਨ ਲਓ 10 ਜਾਊਲ। ਠੀਕ ਆ, ਆਪਾਂ ਜਾਊਲ ਵੀ ਵਰਕ ਵਿੱਚ ਗੱਲ ਕਰਾਂਗੇ ਤੇ એનર્ਜੀ 'ਚ ਗੱਲ ਕਰਾਂਗੇ। ਤੇ ਇੱਕ ਬੰਦੇ ਨੇ ਇੱਥੇ ਫੋਰਸ ਲਗਾਇਆ ਤੇ ਇਸ ਦੇ ਉੱਪਰ ਵਰਕ ਕਰ ਦਿੱਤਾ, ਇਹਨੂੰ ਡਿਸਪਲੇਸ ਕਰਕੇ ਜਾਂ ਜੋ ਵੀ ਕਰਕੇ ਵਰਕ ਕੀਤਾ ਬੰਦੇ ਨੇ ਫੋਰਸ ਲਗਾਇਆ, ਬੋਡੀ ਡਿਸਪਲੇਸ ਹੋਈ, ਵਰਕ ਕੀਤਾ। ਵਰਕ ਕਰਨ ਨਾਲ ਉਹ ਬੋਡੀ ਦੀ ਜਿਹੜੀ ਵੈਲੋਸਿਟੀ ਵੱਧ ਜਾਏਗੀ ਨਾ। ਯੈਸ ਸਰ। ਯੈਸ ਸਰ। ਵੱਧ ਕੇ ਮੰਨ ਲਓ ਕਿਨੈਟਿਕ એનર્ਜੀ ਉਹਦੀ ਬੋਡੀ ਦੀ ਵੱਧ ਕੇ, ਇਹ ਐਰੋ ਮੈਂ ਵੈਲੋਸਿਟੀ ਲਈ ਬਣਾ ਰਿਹਾ, ਕਿਨੈਟਿਕ એનર્ਜੀ ਤਾਂ ਸਕੇਲਰ ਕੁਆਂਟੀਟੀ ਹੈ, ਵਰਕ ਸਕੇਲਰ ਕੁਆਂਟੀਟੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਐਰੋ ਉਹਨਾਂ ਦੇ ਲਈ ਨਹੀਂ ਬਣਾ ਰਿਹਾ, ਉਹ ਵੈਕਟਰ ਥੋੜੀ ਹੈਗੇ, ਉਹ ਸਕੇਲਰ ਨੇ। ਤੇ ਯੈਸ ਸਰ। ਮੰਨ ਲਓ ਉਹਦੀ ਹੋ ਜਾਂਦੀ ਹੈ 16 ਜਾਊਲ, ਤੇ ਮੈਂ ਤੁਹਾਨੂੰ ਸਵਾਲ ਪੁੱਛ ਰਿਹਾ ਕਿ ਤੁਸੀਂ ਦੱਸੋ ਬੰਦੇ ਨੇ ਕਿੰਨਾ ਕੁ ਵਰਕ ਕੀਤਾ ਹੋਣਾ? 6 ਜੂਲ।
दसो सारे ठीक कह रही है अदिति? बोलो। पीयूष, हिमानी, हुसनजोत, सर दसो ये ठीक है गल किन्ने वर्क होएगा? बोलो भाई। हाँ जी सर 6 जून ही होएगा। 6 होएगा है। योगेश, ठीक है सर। तनिष, सर बट सारा जरूरी तो नहीं सारा वर्क डन एनर्जी च कन्वर्ट होगा। पनम, पनम, पनम का ऑडियो कनेक्टेड नहीं है लग रहा। हरमनदीप का भी ठीक है। तेरी गल आदिति भी एक तो पहली गल भी ठीक है, दूजी गल भी ठीक है। पहली गल इसलिए ठीक है कि ਆਪਾਂ ਤਾਂ ਕੋਈ ਹੋਰ ਉਹਦੀ ਵਰਕ ਦੇ ਹੋਰ ਕਿਸੇ ਪਾਸੇ ਜਾਣ ਦੀ ਤਾਂ ਉਹ ਕਰ ਨਹੀਂ ਰਹੇ। ਸੋ ਤੂੰ ਜਿਹੜੀ ਗੱਲ ਕਹਿ ਰਹੀ ਹੈ ਵੀ 6 ਜਾਂ ਵਰਕ ਕੀਤਾ ਉਹਨਾਂ ਨੇ, ਆ ਗੱਲ ਠੀਕ ਆ, ਆਈਡੀਅਲੀ ਇਟ ਇਜ਼ ਕਰੈਕਟ। ਦੂਸਰੀ ਗੱਲ ਤੇਰੀ ਫੇਰ ਠੀਕ ਆ ਕਿ ਵੀ ਜ਼ਰੂਰੀ ਤਾਂ ਨਹੀਂ ਕਿ ਸਾਰਾ ਵਰਕ ਹੀ ਕਨਵਰਟ ਹੋ ਜਾਏ, ਕਿਉਂਕਿ ਹੋ ਸਕਦਾ ਇੱਥੇ ਜਿਹੜਾ ਬੰਦੇ ਨੇ ਵਰਕ ਕੀਤਾ ਹੈ ਜੋ ਵੀ ਹੈ ਹੀਟ 'ਚ ਕਨਵਰਟ ਹੋ ਗਿਆ ਹੋਣਾ, ਇਹਦੇ ਵਿੱਚ ਹੈ ਨਾ ਫ੍ਰਿਕਸ਼ਨ ਦੇ ਖਿਲਾਫ ਵੀ ਉਹਨੇ ਕੰਮ ਕੀਤਾ ਹੋਣਾ, ਉਹਦੇ ਕਰਕੇ ਗਰਮੀ ਪੈਦਾ ਹੋਈ ਹੋਣੀ ਹੈ ਜਾਂ ਕੁਝ ਵੀ ਚੀਜ਼, ਮਤਲਬ ਬਹੁਤ ਸਾਰੀ ਚੀਜ਼ਾਂ ਹੋਣਗੀਆਂ। ਪਰ ਆਈਡੀਅਲੀ ਆਪਾਂ ਮੰਨ ਕੇ ਚੱਲਦੇ ਹਾਂ ਕਿ ਵੀ ਇਦਾਂ ਦਾ ਕੁਝ ਨਹੀਂ ਹੋਇਆ, ਤਾਂ ਯਾਨੀ ਕਿ ਆਪਾਂ ਕਹਿੰਦੇ ਹਾਂ ਕਿ ਵਰਕ ਡਨ ਜਿਹੜਾ ਹੋਏਗਾ ਕਿਸੇ ਬੋਡੀ ਤੇ ਉਹ ਕਿਹਦੇ ਬਰਾਬਰ ਹੁੰਦਾ ਹੈ? ਦਾ ਚੇਂਜ ਇਨ काइनेटिक एनर्जी। काइनेटिक एनर्जी। ठीक है, ठीक है। ਇਹਦੇ 'ਚ ਹੁਣ ਕੋਈ ਕੁਝ ਪੋਟੈਂਸ਼ੀਅਲ ਵੀ ਬਣਦੀ ਹੈ, ਉਹਦੇ ਬਾਰੇ ਆਪਾਂ ਗੱਲ ਫੇਰ ਬਾਅਦ ਚ ਕਰਾਂਗੇ। ਫਿਲਹਾਲ ਆਪਾਂ ਇਹਨੂੰ ਕਹਿੰਦੇ ਵਰਕ એનર્ਜੀ ਥਿਊਰਮ ਦੀ ਸਟੇਟਮੈਂਟ ਲਿਖਦੇ ਹਾਂ ਹੁਣ ਕਿ ਵਰਕ એનર્ਜੀ ਥਿਊਰਮ ਦੀ ਸਟੇਟਮੈਂਟ ਕੀ। तो बस ਤੁਹਾਡੇ ਤੋਂ ਮੈਂ ਕੋਈ ਥੋੜੀ ਜਿਹੀ ਕਰਨੀ। ਉਹ ਕਹਿੰਦੇ ਕੀ ਹੈ ਕਿ ਅਗਰ ਕੋਈ ਬੋਡੀ ਹੈ, ਦੇਖੋ ਵਰਕ એનર્ਜੀ ਥਿਊਰਮ ਕੀ ਕਹਿੰਦੀ ਹੈ कि जे कोई बॉडी है मान लो, तो बॉडी दे उपर बहुत सारे फोर्सेस लग रहे हैं। मान लो F2 लग रहा किसी पासे F3 लग रहा, F1 लग रहा है करके, तो जो भी है नैट फोर्स लग रहा कोई भी किसी पासे मान लो, तो नैट फोर्स करके आप बॉडी मान लो इथों बॉडी तुर के इत्थे आ जाती है, तो आ डिसप्लेसमेंट हो जाती बॉडी च। ਤਾਂ ਇਹਦਾ ਪਹਿਲੀ ਗੱਲ ਤਾਂ ਨੈਟ ਵਰਕ ਡਨ ਆਪਾਂ ਪਤਾ ਕਰੀਏ ਜੇ ਸਾਰੇ ਫੋਰਸਿਸ ਦਾ ਨੈਟ ਵਰਕ ਡਨ ਕਈ ਤਰ੍ਹਾਂ ਪਤਾ ਕਰ ਸਕਦੇ, ਦੋ ਤਰ੍ਹਾਂ ਪਤਾ ਕਰਦੇ। ਨੈਟ ਵਰਕ ਡਨ, ਨੈਟ ਵਰਕ ਡਨ ਪਤਾ ਕਰਨ ਦਾ ਤਰੀਕਾ ਹੈ ਕਿ ਪਹਿਲੀ ਗੱਲ ਤਾਂ ਸਿੱਧੀ ਜੀ ਗੱਲ ਨੈਟ ਫੋਰਸ ਪਤਾ ਕਰ ਲਓ ਬੋਡੀ ਤੇ ਕਿੰਨਾ, ਕਿਉਂਕਿ ਇਹ ਸਾਰੇ ਤਿੰਨ ਫੋਰਸਿਸ ਨੇ ਨਾ, ਤਿੰਨਾਂ ਫੋਰਸਿਸ ਨੂੰ ਜੋੜੋ ਤੇ ਨੈਟ ਫੋਰਸ ਪਤਾ ਕਰ ਲਓ। ਤਾਂ ਵਰਕ ਡਨ ਜਿਹੜਾ ਨੈਟ ਵਰਕ ਡਨ ਹੋਏਗਾ ਬੋਡੀ ਦੇ ਉੱਪਰ ਉਹ ਹੋਏਗਾ F net ਡਾਟ D, ਹੈ ਨਾ। यस ਨੈਟ ਜਿਹੜਾ ਹੋਏਗਾ ਬੇਸਿਕਲੀ ਫੋਰਸਿਸ ਦਾ ਵੈਕਟਰ ਸਮ ਹੋਏਗਾ। ਸੋ ਜੇ ਮੈਨੂੰ ਤਿੰਨ ਫੋਰਸਿਸ I J K ਕੈਪ ਚ ਕਿਵੇਂ ਸਿੱਧਾ ਐਡ ਕਰ ਦਿਓ, ਡਾਟ ਪ੍ਰੋਡਕਟ ਡਿਸਪਲੇਸਮੈਂਟ I J K ਕੈਪ ਚ ਕਰ ਦਿਓ, ਬਸ ਆ ਵਰਕ ਡਨ ਆਏਗਾ। ਦੂਸਰਾ ਉਹ ਕਹਿੰਦੇ ਵਰਕ ਡਨ ਐ ਵੀ ਹੋ ਸਕਦਾ, ਵਰਕ ਡਨ ਨੈਟ ਵੀ ਤੁਸੀਂ ਕੱਲੇ ਫੋਰਸ ਕਰਕੇ ਵਰਕ ਡਨ ਪਤਾ ਕਰ ਲਓ, ਹੈ ਨਾ। ਜੇ ਨੈਟ ਪਤਾ ਕਰਨਾ ਹੈ ਤੇ ਪਹਿਲੇ ਫੋਰਸ ਕਰਕੇ ਵਰਕ ਡਨ ਪਤਾ ਕਰ ਲਓ F1 ਡਾਟ D, ਫਿਰ ਦੂਜੇ ਕਰਕੇ ਪਤਾ ਕਰ ਲਓ F2 ਡਾਟ D, ਕਿਉਂਕਿ ਡਿਸਪਲੇਸਮੈਂਟ ਤਾਂ ਹੀ ਹੈ। ਜਿਵੇਂ ਕੱਲੇ ਫੋਰਸ ਕਰਕੇ ਪਤਾ ਕਰ ਸਕਦੇ ਨਾ, ਮੈਂ ਪਹਿਲਾਂ ਵੀ ਕਰਵਾਇਆ ਤੁਹਾਨੂੰ। ਤੇ ਇਹ ਕੀ ਹੋਏਗਾ, ਇਹ W1 plus W2 plus W3 ਤਿੰਨਾਂ ਨੂੰ ਜੋੜ ਦੋ ਤਾਂ ਵੀ ਇਹਦਾ ਆਨਸਰ ਤੇ ਆਨਸਰ ਸਹੀ ਨਹੀਂ ਆਏਗਾ, ਇੱਕੋ ਗੱਲ ਹੀ ਹੈ। ਤੁਹਾਨੂੰ ਪਤਾ ਹੈ ਇੱਥੇ ਡਿਸਟ੍ਰੀਬਿਊਟ ਕਰਕੇ ਦੇਖ ਲਓ, ਉਹੀ ਗੱਲ ਬਣ ਰਹੀ ਹੈ, ਹੋਰ ਤਾਂ ਮੈਂ ਕੁਝ ਵੀ ਨਹੀਂ ਕਰ ਰਿਹਾ ਇੱਥੇ ਤੱਕ। ਹਾਂਜੀ ਹਿਮਾਨੀ, ਹਾਂਜੀ ਹਿਮਾਨੀ ਪੁੱਛਦੀ ਹੈ ਕੁਝ? ਸਰ ਆਵਾਜ਼ ਨਹੀਂ ਆ ਰਹੀ। ਆਵਾਜ਼ ਨਹੀਂ ਆ ਰਹੀ ਤੇਰੀ, ਮੈਨੂੰ ਵੀ ਨਹੀਂ ਆ ਰਹੀ, ਤੂੰ ਥੋੜਾ ਵੋਲਿਊਮ ਵਧਾ। ਤੁਹਾਡੀ ਤਾਂ ਆ ਰਹੀ ਹੈ ਸਰ। ਮੈਂ ਪੁੱਛ ਰਹੀ ਸੀ ਕਿ ਜਿਹੜੀ ਡਿਸਪਲੇਸਮੈਂਟ ਹੋਊਗੀ ਉਹ F1 F2 ਤੇ F3 ਲਈ ਸੇਮ, ਮਤਲਬ ਜਿਹੜੀ ਦੀ ਡਿਸਪਲੇਸਮੈਂਟ ਉਹ ਨੈਟ ਫੋਰਸ ਲਈ ਨਹੀਂ ਹੈਗੀ, ਤਿੰਨਾਂ ਲਈ ਕਿਵੇਂ ਲਈ ਆਪਾਂ ਨੇ? ਉਹ ਹਰੇਕ ਫੋਰਸ ਦੇ ਲਈ ਆਪਾਂ ਵਰਕ ਡਨ ਜੋ ਪਤਾ ਕੀਤਾ ਸੀ, ਪਹਿਲੇ ਦੋ ਲੈਕਚਰ ਦੇਖੇ ਸੀ ਨਾ ਤੂੰ, ਹਾਂਜੀ ਸਰ। ਤੇ ਉਹ ਫ੍ਰਿਕਸ਼ਨ ਜੇ ਪਿੱਛੇ ਨੂੰ ਵੀ ਲੱਗ ਰਿਹਾ ਹੁੰਦਾ, ਬੋਡੀ ਇੱਧਰ ਨੂੰ ਵੀ ਜਾ ਰਹੀ, ਆਪਾਂ 180 ਲੈ ਕੇ ਉਸ ਫ੍ਰਿਕਸ਼ਨ ਦਾ ਵਰਕ ਡਨ ਨੈਗੇਟਿਵ ਕਹਿ ਦਿੰਦੇ ਸੀ ਉੱਥੇ ਆਪਾਂ। ਤਾਂ ਇਹ ਉਹ ਜਿਹੜੀ ਡਿਸਪਲੇਸਮੈਂਟ ਉਹ ਤਾਂ ਸੇਮ ਹੀ ਆ, डिस्प्लेसमेंट सेम है ਲਈ ਉਹ ਤਾਂ ਹੋਈ ਹੈ ਨਾ ਡਿਸਪਲੇਸਮੈਂਟ ਬੋਡੀ ਦੀ, ਉਸ ਬੋਡੀ ਤੇ ਫੋਰਸ ਲੱਗਿਆ ਹੈ ਬਸ। ਉਹ ਫੋਰਸ ਜਿਹੜਾ ਮਰਜ਼ੀ ਲੱਗਿਆ, ਜਿਹੜੀ ਮਰਜ਼ੀ ਦਿਸ਼ਾ 'ਚ ਲੱਗਿਆ, ਆਪਣੇ ਲਈ ਮੈਟਰ ਨਹੀਂ ਕਰਦਾ। ਸੋ ਇਹ ਡਿਸਪਲੇਸਮੈਂਟ ਕਿਸੇ ਫੋਰਸ ਦੇ ਲਈ ਨਹੀਂ ਹੁੰਦੀ, ਡਿਸਪਲੇਸਮੈਂਟ ਸਿਰਫ ਡਿਸਪਲੇਸਮੈਂਟ ਹੁੰਦੀ ਹੈ, ਠੀਕ ਹੈ ਨਾ। ਇਹ ਨਹੀਂ ਕਿ ਫ੍ਰਿਕਸ਼ਨ ਲਈ ਆ, ਇਹ ਵੇਟ ਲਈ ਆ, ਇਹ ਨਾਰਮਲ ਰਿਐਕਸ਼ਨ ਐ ਨਹੀਂ ਹੁੰਦਾ। ਬਸ ਬੋਡੀ ਦੀ ਡਿਸਪਲੇਸਮੈਂਟ ਹੋਈ ਆ, ਫੋਰਸ ਲੱਗਿਆ ਆ, ਤੁਸੀਂ ਫੋਰਸ ਚਾਹੇ ਉਹ ਫੋਰਸ ਦੇ ਕਰਕੇ ਹੋਈ ਹੈ ਚਾਹੇ ਨਹੀਂ ਵੀ ਹੋਈ,
डिसप्लेसमेंट ਜਿਹੜੀ ਹੋਈ ਹੈ ਬੋਡੀ ਦੀ, ਹੋ ਸਕਦਾ ਫ੍ਰਿਕਸ਼ਨ ਕਰਕੇ ਥੋੜੀ ਹੁੰਦੀ ਹੈ, ਫ੍ਰਿਕਸ਼ਨ ਤੁਹਾਨੂੰ ਰੋਕ ਰਿਹਾ ਹੁੰਦਾ ਸਗੋਂ, ਪਰ ਆਪਾਂ ਉਸ ਫ੍ਰਿਕਸ਼ਨ ਕਰਕੇ ਵਰਕ ਡਨ ਤਾਂ ਹੀ ਨੈਗੇਟਿਵ ਕਹਿੰਦੇ ਨਾ। ਤਾਂ ਇਸ ਤਰ੍ਹਾਂ ਆਪਾਂ ਨੈਟ ਫੋਰਸ ਦੀ ਗੱਲ ਇੱਥੇ ਐ ਕਰਦੇ, ਠੀਕ ਹੈ ਗੱਲ। ਸੋ ਇਹਨੂੰ ਆਪਾਂ ਵਰਕ ਐਨਰਜੀ ਥਿਊਰਮ ਨੂੰ ਕਿਵੇਂ ਆਪਾਂ ਲਿਖਦੇ ਹਾਂ, ਦੇਖੋ ਇਹ ਤਾਂ ਚਲੋ ਵੱਡੀ ਗੱਲ ਨਹੀਂ ਹੈ, ਆਪਾਂ ਫਿਰ ਵੀ ਕਰ ਲਾਂਗੇ। वर्क एनर्जी थ्योरम पहला स्टेट कर दिया आप, वर्क एनर्जी थ्योरम ए स्टेट करते हैं आप, वर्क डन बाय ऑल फोर्सेस, या फिर तुम रिजल्टेंट फोर्स कह सकते हो, रिजल्टेंट ऑफ ऑल फोर्सेस है ना, एक्टिंग ऑन अ सिस्टम और वर्क डन बाय net force is equal to change in kinetic energy of system। ਆਪਣੀ ਹੈਗੀ ਆ ਵਰਕ ਐਨਰਜੀ ਥਿਊਰਮ। ਇਹ ਇਨ ਜਨਰਲ ਆ, ਫੋਰਸ ਚਾਹੇ ਕਨਸਟੈਂਟ ਹੋਵੇ ਚਾਹੇ ਵੇਰੀਏਬਲ ਹੋਵੇ, ਉਹ ਬਾਅਦ ਦੀਆਂ ਗੱਲਾਂ ਨੇ ਸਾਰੀਆਂ। ਤੇ ਆਪਾਂ ਇਸ ਦੀ ਇੱਕ ਡੈਰੀਵੇਸ਼ਨ ਕਰਦੇ ਹਾਂ, ਜਨਰਲ ਡੈਰੀਵੇਸ਼ਨ ਜਿਹੜੀ ਜਨਰਲੀ ਯੂਜ਼ ਕਰ ਸਕਦੇ ਕਿਸੇ ਵੀ ਫੋਰਸ ਲਈ, ਚਾਹੇ ਫੋਰਸ ਵੇਰੀਏਬਲ ਹੋਵੇ ਚਾਹੇ ਕਨਸਟੈਂਟ ਹੋਵੇ। ਤੇ ਜ਼ਿਆਦਾਤਰ ਬੁੱਕਸ ਵਿੱਚ ਸਕੂਲ ਐਗਜ਼ਾਮ ਲਈ ਉਹ ਵੀ ਕਰ ਦਿੰਦੇ ਨੇ, ਨਾਰਮਲ ਕਨਸਟੈਂਟ ਫੋਰਸ ਵਾਲੀ ਹੀ ਚੱਲ ਪੈਂਦੀ ਆਪਣੀ, ਪਰ ਆਪਾਂ ਕਿਉਂਕਿ ਆਪਾਂ ਕਰ ਰਹੇ ਕੰਮ ਦਾ, ਆਪਾਂ ਜਨਰਲ ਡੈਰੀਵੇਸ਼ਨ ਕਰਾਂਗੇ ਇਹਦੀ। ਤੇ ਉਹ ਜਨਰਲ ਇਹਦੀ ਡੈਰੀਵੇਸ਼ਨ ਦੇਖੋ ਕੀ ਫਿਰ। सब तो पहला देखो किनेटिक एनर्जी जी है, हालांकि किनेटिक एनर्जी का एक्सप्रैशन भी मैं तुहानूं करवाऊंगा कि हाफ एम वी स्क्वायर किवें आया, पर फिलहाल आप लैके चलते हैं। आ हैगा एक्सप्रैशन, तुहानूं पता है गल, तो आपां इहनूं ऐं लैके चलते हैं। आपां करते हैं इहनूं के किनेटिक एनर्जी नूं के लिख दिंदे आ गल्लां, जस्ट थोड़ा सौखा करने लई, क्योंकि आपां इहनूं यूज करना अगे। के इज इक्वल टू हाफ एम वी स्क्वायर बेसिकली ये हुंदी है। हुण आपां इहनूं की करिए, आपां इहनूं कहना डिफरेंशिएट with respect to time t, तो आ की बनेगा, ये बन जाएगा देखो इधर पासे कर लो, डी के बाय डी टी, तो इतने आ रहेगा डी बाय डी टी ऑफ हाफ एम वी स्केयर। तो तुसी दसो हाफ एम जड़ा है वो तो की है कांस्टेंट, तो डी बाय डी टी ऑफ वी स्केयर। इतने आ रहेगा ये हाफ एम। हुण वी स्केयर का डेरिवेटिव विद रिस्पेक्ट टू टाइम करना, तो तुहानूं पता पहला इह पावर फार्मूला लावांगे, पर 2v हो जाएगा। उस तो बाद की आएगा dv बाय dt, ठीक है। ये आपां चेन रूल किया सीगा, याद होवे तुहानूं। ते जे तुसीं इहनूं उदां देखना चाहुंदे, मैं इहनूं एवें करा देना तुहानूं कि बेसिकली इसनूं किवें कीता वा। देखो rd नूं आपां क्या भी जिहड़ा d बाय dt सीगा ना ऑफ वी स्केयर, तो इसनूं की करते हैं आप, डी बाय डी टी की जगह ते डी वी लिखते हैं, तो इत्थे भी डी वी लिखते हैं, बटा डी टी लिखते हैं, तो डी वी ते मल्टीप्लाई डिवाइड करता, तो आ डी बाय डी वी ऑफ वी स्केयर हो गया। तो आ डी वी बाय डी वी ऑफ वी स्केयर किया, ये बन जाएगा 2v इंटू डी वी बाय डी टी। तो आप इतने किया 2v इंटू डी वी बाय डी टी। हुण जिहड़ा डी टी है कैंसल कर दो दोनों पासे, तो आ जाऊगा डी के। बेसिकली आप डी के का ही बनाया, चेंज इन किनेटिक एनर्जी एक पासे आऊगा अपने को, जो लैफ्ट साइड से, तो ये 2 नाल 2 कट दो, ये आ जाएगा एम वी डी वी। हुण क्योंकि मैं बेसिकली वर्क डन नाल इक्वेट करना, वर्क की फॉर्म च लैके आना सारा कुछ, आप की करते हैं फिर डी के इज इक्वल टू एम, आ जिहड़ा वी है ना विच, वी नूं आपां की लिख दिंदे आ डी एक्स बाय डी टी, dx by dt, ते नाल अपने को इत्थे की है dv। आ जिहड़ा v विचकार लिखा है, इहनूं मैं dx by dt आ लिखता, बड़ी इंपॉर्टेंट चीज़ है। ते हुण इहदे नाल की होया, जिहड़ा आ dv by dt है, आ वाला जिहड़ा dv by dt इधर ला, इहनूं इहदे नाल रिलेट कीता मैं, तो dv by dt की हुंदा दसो मैनूं? एक्सेलरेशन। आ बन जाएगा मास इंटू एक्सेलरेशन इंटू dx, ते मास इंटू एक्सेलरेशन की हुंदा? फोर्स, नेट फोर्स एफ डी एक्स, ठीक है। ये नेट फोर्स आ जाएगा ऑब्वियसली। तो देयरफॉर अगर मैं दोनों पासे इंटीग्रल करा टोटल, क्योंकि डी है इत्थे भी डी के, इत्थे एफ डी एक्स है,
ਇੰਟੀਗਰਲ ਕਰਦਾ ਕਿਸੇ ਵੀ ਲਿਮਿਟ ਤੱਕ, ਜਿੱਥੇ ਵੀ ਬੰਦਾ ਜਿੱਥੋਂ ਵੀ ਗਿਆ ਹੋਵੇ x ਤੋਂ x2 x1 ਤੋਂ x2 ਜਾਂ ਜੋ ਮਰਜ਼ੀ ਹੋਵੇ, ਤਾਂ ਇੱਥੇ ਆਏਗਾ ਆਪਣੇ ਕੋਲ k ਆ ਜਾਏਗਾ ਇਹਦਾ ਇੰਟੈਗਰਲ, ਇੱਥੇ ਆ ਜਾਏਗਾ k ਇਨੀਸ਼ੀਅਲ ਤੋਂ ਲੈ ਕੇ k ਫਾਈਨਲ ਜਿੱਥੇ ਤੱਕ ਵੀ ਉਹ ਹੋਇਆ ਪ੍ਰੋਸੈਸ, k i ਤੋਂ ਲੈ ਕੇ k f ਤੱਕ। ਤੇ ਇਹ ਕੀ ਆ ਜਾਏਗਾ, ਇਹ ਆ ਜਾਏਗਾ ਸਮਾਲ ਵਰਕ dw ਦਾ ਇੰਟੀਗਰਲ। ਤਾਂ ਆ ਕੀ ਆ ਜਾਏਗਾ, ਇਹ ਆ ਜਾਏਗਾ ਵਰਕ ਡਨ ਆ ਜਾਏਗਾ ਨਾ, ਤੇ ਇਹ ਆ ਜਾਏਗਾ k ਫਾਈਨਲ ਮਾਈਨਸ k ਇਨੀਸ਼ੀਅਲ। ਤੇ ਇਹ ਕੀ ਹੈ ਫਿਰ, ਜੇ ਵਰਕ ਡਨ ਔਨ ਦਾ ਬੋਡੀ ਬਰਾਬਰ ਹੋਏਗਾ k ਫਾਈਨਲ ਮਾਈਨਸ k ਇਨੀਸ਼ੀਅਲ, ਤਾਂ ਆ ਕੀ ਆ, ਇਹੀ ਆਪਣੀ ਸਟੇਟਮੈਂਟ ਹੈ ਕਿ that work done by all the forces, work done by the net force is equal to the change in kinetic energy of the system। ਠੀਕ ਹੈ, ਇਹ ਡੈਰੀਵੇਸ਼ਨ ਸਾਰਿਆਂ ਨੇ ਲਿਖ ਲੈਣੀ ਆ। ਇਹ ਸਕੂਲ ਐਗਜ਼ਾਮ 'ਚ ਵੀ ਇਹੀ ਵਾਲੀ ਕਰ ਸਕਦੇ ਹੋ ਤੁਸੀਂ, ਕੋਈ ਜ਼ਰੂਰੀ ਨਹੀਂ ਹੈ ਕਿ ਉਹੀ ਕਰੋ ਜਿਹੜੀ ਸਕੂਲ 'ਚ ਦਿੱਤੀ ਹੋਈ ਹੈ, ਪਰ ਉਹ ਸਕੂਲ ਵਾਲੀ ਇੰਟਰਸਟਿੰਗ ਹੈ ਚੀਜ਼ਾਂ ਨੂੰ ਸਮਝਣ ਲਈ, ਬੇਸਿਕ ਆਈਡੀਆ ਬਣਾਉਣ ਲਈ। ਮੈਂ ਉਹ ਬਣਾ ਦਿੰਦਾ ਹਾਂ ਤੁਹਾਡਾ ਕਿ ਉਹ ਕਿਵੇਂ ਬਣਾਉਣਾ। ਠੀਕ ਹੈ, ਆ ਜਿਹੜੀ ਡੈਰੀਵੇਸ਼ਨ ਕਰਾਈ ਤੁਹਾਨੂੰ ਮੈਂ, ਇਹ ਜਨਰਲ ਕਰਾਈ ਹੈ ਤੁਹਾਨੂੰ ਮੈਂ, ਕਿ ਕੋਈ ਵੀ ਫੋਰਸ ਵੇਰੀਏਬਲ ਹੋਵੇ ਤਾਂ ਵੀ, ਤੇ ਆਪਾਂ ਤਾਂ ਡਾਇਰੈਕਟਲੀ ਯੂਜ਼ ਕਰਾਂਗੇ ਇਹਨੂੰ ਉਹਦੇ ਵਿੱਚ। ਜਿਵੇਂ ਕਿ ਫੋਰ ਐਗਜ਼ਾਮਪਲ ਮੈਂ ਕੁਐਸਚਨ ਪੁੱਟ ਕਰਾਂ ਤੁਹਾਨੂੰ, ਮੰਨ ਲਓ ਆ ਬੋਡੀ ਹੈ, ਇੱਕ ਬੋਡੀ ਹੈ, ਬੋਡੀ of mass 4 kg is moving with velocity 2 meter per second, and some work is done on the body and its velocity becomes 5 meter per second. Wow, what is the work done on the body? So work done on the body ਤੁਹਾਨੂੰ ਪਤਾ ਕੀ ਹੁੰਦਾ ਹੈ, kinetic energy minus kinetic energy initial, है ना? Yes. ਤੇ ਫਾਈਨਲ kinetic energy ਕੀ ਹੈ, ਹਾਫ m v ਸਕੁਅਰ, m ਕਿੰਨਾ ਹੈ 4 ਹੈ, ਵੈਲੋਸਿਟੀ ਕਿੰਨੀ ਉਹਦੀ ਹੋ ਗਈ 25। ਤੇ ਹਾਫ m v ਕਿੰਨੀ ਹੈ 2 ਹੋ ਗਿਆ, ਹਾਫ m v ਸਕੁਅਰ ਹਾਫ m u ਸਕੁਅਰ, ਬੇਸਿਕਲੀ ਇਹਨੂੰ ਇਹ ਲਿਖ ਸਕਦਾ ਨਾ, ਹਾਫ m v ਸਕੁਅਰ ਮਾਈਨਸ ਹਾਫ m u ਸਕੁਅਰ, u ਵੀ ਆਪਾਂ ਯੂਜ਼ ਕਰਦੇ ਰਹੇ ਹਾਂ। ਤੇ ਇਹ ਆ ਗਿਆ 5 × 25 50 minus 8 ਤੇ 8 42 ਜਾਊਲ ਆ ਗਿਆ। 42। ਦੇਖੋ ਇਹ ਫਿਰ ਵਰਕ ਪਤਾ ਕੀਤਾ ਤੁਸੀਂ, ਵਰਕ ਲਈ ਤੁਸੀਂ ਫੋਰਸ ਥੋੜੀ ਪਤਾ ਕੀਤਾ, डिस्प्लेसमेंट थोड़ी पता की, एक्सेलरेशन थोड़ी पता की, सीधे किनेटिक एनर्जी तो लाया आप गल खत्म करती इथों। मैं जस्ट मैं ये गल कर रहा एक ਤੁਹਾਡੇ ਨਾਲ। अच्छा हुण मैं ਇਹਦੀ ਡੈਰੀਵੇਸ਼ਨ ਦੀ ਗੱਲ ਕਰਦਾ ਕਿ ਡੈਰੀਵੇਸ਼ਨ ਆਫ वर्क एनर्जी थ्योरम, स्टेटमेंट नहीं लिखूंगा मैं बार बार, वर्क एनर्जी थ्योरम। ਤੇ ਹੁਣ मैं करन जा रहा फॉर कांस्टेंट फोर्स ओनली, फॉर कांस्टेंट फोर्स। अच्छा, जो कांस्टेंट फोर्स वाला केस ਹੁੰਦਾ ਹੈ ਨਾ, ਉਹ ਚ ਖਾਸ ਗੱਲ ਹੁੰਦੀ ਹੈ, ਇਹ ਖਾਸ ਗੱਲ ਹੁੰਦੀ ਜਿਹੜਾ ਕਾਂਸਟੈਂਟ ਫੋਰਸ ਹੁੰਦਾ ਆ, ਉਹਦੇ ਫੋਰਸ ਕਰਕੇ ਜਿਹੜੀ ਐਕਸਲਰੇਸ਼ਨ ਪੈਦਾ ਹੋਏਗੀ, ਅਗਰ ਫੋਰਸ ਕਾਂਸਟੈਂਟ ਹੈ ਤਾਂ ਫਿਰ ਉਹਦੀ एक्सेलरेशन ਕਾਂਸਟੈਂਟ ਹੋਏਗੀ। ਇਹ ਤਾਂ ਮਤਲਬ ਯੂਨੀਫਾਰਮਲੀ ਐਕਸਲਰੇਟਿਡ ਮੋਸ਼ਨ ਜਨਰੇਟ ਕਰੇਗਾ, ਹੈ ਨਾ? यस सर। ਇਹਦਾ ਮਤਲਬ ਆਹ ਵਾਲੀ ਇਕੁਏਸ਼ਨਸ ਵੈਲਿਡ ਹੋਣਗੀਆਂ ਕਿ ਨਹੀਂ ਆ ਸਾਰੀਆਂ? होंगे सर। यस सर होंगे। ਇਹ ਵੈਲਿਡ ਅਦਰਵਾਈਜ਼ ਨਹੀਂ ਹੋਣਗੀਆਂ। ਅਦਰਵਾਈਜ਼ ਅਗਰ ਫੋਰਸ ਕਾਂਸਟੈਂਟ ਨਾ ਹੋਇਆ ਤਾਂ ਐਕਸਲਰੇਸ਼ਨ ਕਾਂਸਟੈਂਟ ਨਹੀਂ ਹੋਏਗੀ, ਤੇ ਫਿਰ ਇਹ ਵੈਲਿਡ ਨਹੀਂ ਹੋ ਪਾਏ। ਆ ਸਾਰੀਆਂ ਵੈਲਿਡ ਹੋ ਜਾਣਗੀਆਂ ਫॉर ਕਾਂਸਟੈਂਟ ਫੋਰਸ। ਇੱਥੇ ਮੈਂ ਵੈਲਿਡ ਕਰ ਸਕਦਾ ਇਹਨੂੰ, ਹੈ ਨਾ? यस सर। तो सीधी सी गल है, मैं फॉर कांस्टेंट फोर्स की करा, आ देखो, हाँ ठीक है, फोर्स है वैलिड होगी। ਤੁਸੀਂ ਐ ਕਰੋ, ਦੋਨੋਂ ਪਾਸੇ ਮਲਟੀਪਲਾਈ ਕਰ ਦੋ ਬਾय हाफ m, आ जाएगा। ठीक है, की बने इधर m into a फोर्स इनटू डिस्प्लेसमेंट, ते बन गई गल बस। ठीक है ना, वर्क डन आ गया। आ की है चेंज इन काइनेटिक एनर्जी। ਹੁਣ ਤੇ ਕਈ ਚੀਜ਼ਾਂ ਹੁੰਦੀਆਂ ਨੇ, ਦੇਖੋ ਕਈ ਚੀਜ਼ਾਂ ਹੁੰਦੀਆਂ ਨੇ, ਜਿਵੇਂ ਆ ਹੁਣ ਆ ਜਿਹੜੇ ਐਕਸਲਰੇਸ਼ਨ ਹੁੰਦੀ ਹੈ, ਇੱਥੇ ਜਿਹੜੀ ਯੂਜ਼ ਕਰਦੇ ਹੋ ਤੁਸੀਂ, ਜਿਹੜੀ ਵੈਲੋਸਿਟੀ ਤੇ ਮੈਗਨੀਟਿਊਡ ਨੂੰ ਬਦਲਾਅ ਪੈਦਾ ਕਰ ਰਹੀ ਹੈ, ਤਾਂ ਆ ਤੁਸੀਂ ਆ ਚੀਜ਼ਾਂ ਕਿੱਥੇ ਪੜੀਆਂ ਸੀ? ਇਹ ਮੋਸ਼ਨ ਇਨ ਪਲੇਨ ਚ ਤਾਂ ਨਹੀਂ ਯੂਜ਼ ਕੀਤਾ ਇਹਨੂੰ ਕਦੀ ਵੀ,
ਤੁਸੀਂ ਇਹਨੂੰ ਮੋਸ਼ਨ ਇਨ ਸਟ੍ਰੇਟ ਲਾਈਨ ਚ ਯੂਜ਼ ਕੀਤਾ ਤੇ ਇਹਨੇ ਤੁਹਾਡੀ ਇਹ ਮੰਨ ਕੇ ਚੱਲ ਰਹੇ ਹੁੰਦੇ ਹੋ ਕਿ ਸਾਡੀ ਐਕਸਲਰੇਸ਼ਨ ਆ ਇਹ ਉਸੇ ਸਟ੍ਰੇਟ ਲਾਈਨ ਦੇ ਅਲੋਂਗ ਹੈ ਹਨਾ ਹੈ ਕਿ ਨਹੀਂ Yes. ਸੋ ਜੇ ਮੰਨ ਲਓ ਬੋਡੀ ਦਾ ਮੋਸ਼ਨ ਇੱਧਰ ਨੂੰ ਹੋ ਰਿਹਾ ਐਕਸਲਰੇਸ਼ਨ ਇੱਧਰ ਵੀ ਤਾਂ ਹੋ ਸਕਦੀ ਹੈ तो वो ऐसा एक्सेलरेशन का एक हिस्सा इस पास में एक्ट करेगा ना Yes, sir. ए sin थीटा आ ए बेसिकली ए cos थीटा वाला कंपोनेंट होएगा ए sin थीटा वाला कंपोनेंट का दिशा बदलेगा आ वाला कंपोनेंट है ना सो Yes. डॉट s Yes, ਹੁੰਦਾ ਹੈ sir. ਫਿਰ बेसिकली ਫਿਰ ਇੱਥੇ ਡਾਟ s ਹੁੰਦਾ ਹੈ ਤੇ f ਡਾਟ s ਹੋ ਜਾਏਗਾ ਫਿਰ ਉਹ ਜਨਰਲੀ ਵੀ ਵਰਕ ਡਨ ਆਏਗਾ ਗੱਲ ਕਲੀਅਰ ਹੋਈ ਪਰ ਮੈਂ ਉਹਦੇ ਡਿਟੇਲ ਚ ਗਿਆ ਨਹੀਂ ਨਾ ਲੋੜ ਆਪਾਂ ਨੂੰ ਇਸੇ ਚੀਜ਼ ਨੂੰ ਤੁਸੀਂ ਕੈਲਕੂਲਸ ਮੈਥਡ ਨਾਲ ਵੀ ਕਰ ਸਕਦੇ ਹੋ ਵਰਕ એનર્ਜੀ ਥਿਊਰਮ ਨੂੰ ਹੀ ਮੈਂ ਤਾਂ ਕਹਿੰਦਾ ਤੁਸੀਂ ਸਾਰੇ ਪਾਸੇ ਇਹਨੂੰ ਕਰਕੇ ਦੇਖਿਆ ਕਰੋ ਹਰ ਇੱਕ ਚੀਜ਼ ਨੂੰ ਸਮਝਿਆ ਕਰੋ ਵਰਕ એનર્ਜੀ ਥਿਊਰਮ ਕਰਦੇ ਆ ਆਪਾਂ ਬਾਈ ਕੈਲਕੂਲਸ ਮੈਥਡ ਕਿਉਂਕਿ ਮੈਂ ਆਇਆ ਕਰੋ ਪਹਿਲੇ ਕਹਿੰਦਾ ਤੁਸੀਂ ਸਮਾਲ ਵਰਕ ਡਨ ਪਤਾ ਕਰ ਲਓ ਸਮਾਲ ਵਰਕ ਡਨ ਹੈ ਨਾ ਅਗਰ ਇੱਥੇ ਆਬਵੀਅਸਲੀ ਇੱਥੇ ਕੀ ਇੱਥੇ ਫੋਰਸ ਵੇਰੀਏਬਲ ਹੋ ਸਕਦਾ ਹੈ ਨਾ ਹੋ ਸਕਦਾ Yes. Yes, sir. ਠੀਕ ਇੱਥੇ ਫੋਰਸ ਵੇਰੀਏਬਲ ਹੋ ਸਕਦਾ ਹੈ ਤੇ ਸਮਾਲ ਵਰਕ ਡਨ ਜਿਹੜਾ ਹੋਏਗਾ ਫਿਰ ਆਬਵੀਅਸਲੀ ਵੇਰੀਏਬਲ ਲਈ ਆਪਾਂ ਕੀ ਕਰਦੇ ਹਾਂ ਫੋਰਸ f ਡਾਟ dx ਕਰਦੇ ਹਾਂ f dx ਕਰ ਦਿੰਦੇ ਚਲੋ ਆਪਾਂ ਮੰਨ ਲੈਂਦੇ ਹਾਂ ਕਿ ਫੋਰਸ ਤੇ ਡਿਸਪਲੇਸਮੈਂਟ ਸੇਮ ਹੀ ਦਿਸ਼ਾ ਵਿੱਚ ਹੈ ਠੀਕ ਹੈ ਤੇ ਆ ਆਏਗਾ ਸਮਾਲ ਵਰਕ ਡਨ ਆਪਾਂ ਇੱਥੇ ਡਾਟ ਨਹੀਂ ਪਾਇਆ ਨਾ ਨਹੀਂ ਤਾਂ ਆਪਾਂ ਕੀ ਕਰਦੇ f ਵੈਕਟਰ ਲਿਖਦੇ ਡਾਟ dx ਵੈਕਟਰ ਲਿਖਦੇ ਇਹ ਜ਼ਿਆਦਾ ਸਹੀ ਗੱਲ ਹੈ ਫਿਰ ਆਪਾਂ ਇਹਨਾਂ 'ਚ ਐਂਗਲ ਲਿਖਦੇ ਆਪਾਂ ਕੀ ਕੀਤਾ ਆਪਾਂ ਐਂਗਲ ਦੇ ਚੱਕਰ ਨਹੀਂ ਪਿਆ ਆਪਾਂ ਕਿਸੇ ਵੀ ਡਾਇਰੈਕਸ਼ਨ 'ਚ ਲਿਆ ਉਹਨੂੰ ਤਾਂ ਕਿ ਫੋਰਸ ਦੇ ਇਕੱਲੇ ਮੈਗਨੀਟਿਊਡ 'ਚ ਫਰਕ ਆ ਰਿਹਾ ਡਾਇਰੈਕਸ਼ਨ ਸੇਮ ਹੀ ਰਹਿ ਰਹੀ ਹੈ ਤੇ ਉਸੇ ਦਿਸ਼ਾ ਵਿੱਚ ਹੈ ਤੇ f dx ਆ ਗਿਆ cos 0 ਡਿਗਰੀ cos 0 ਡਿਗਰੀ 1 ਤੋਂ ਆ ਮੰਨ ਲਿਆ ਕਰੋ ਜਦੋਂ ਮੈਂ ਇਸ ਤਰ੍ਹਾਂ ਲਿਖਿਆ ਪਾਓ ਅਜ਼ੰਪਸ਼ਨ ਲੈ ਕੇ ਚੱਲਦਾ ਹਾਂ ਠੀਕ ਹੁਣ ਮੈਨੂੰ ਦੱਸੋ ਕਿ ਆ ਜਿਹੜਾ ਆਏਗਾ ਟੋਟਲ ਵਰਕ ਡਨ ਆਏਗਾ ਉਹ मेरी आवाज आ रही है सब लोग Yes, Yes. sir. Yes, sir. sir. पता नहीं क्यों है डिस्कनेक्ट हो गया शायद पता नहीं क्यों है चलो सो इंटीग्रल ऑफ f dx है ਹੁਣ ਤੁਸੀਂ ਮੈਨੂੰ ਦੱਸੋ f ਦਾ ਫਾਰਮੂਲਾ ਕੀ ਹੁੰਦਾ ਮਾਸ ਇਨਟੂ Acceleration. ਐਕਸਲਰੇਸ਼ਨ ਹੁੰਦਾ ਹੈ ਤੇ ਜਿਹੜੇ ਮਾਸ ਹੈ ਉਹਨੂੰ ਐ ਰਹਿਣ ਦਿਓ ਐਕਸਲਰੇਸ਼ਨ ਕੀ ਹੁੰਦੀ ਹੈ dv ਬਾਈ dt. dt. ਆ dx ਬਾਈ dt ਕੀ ਹੁੰਦਾ ਹੈ Velocity. Velocity. mv dv ਹੈ ਨਾ Yes, sir. ਤੇ ਆ ਜਿਹੜਾ ਸਮਾਲ ਵਰਕ ਡਨ ਦਾ ਜਿਹੜਾ ਕੀਤਾ ਇੰਟੀਗਰਲ ਤੁਸੀਂ ਇਹ ਆ ਜਾਏਗਾ w ਤੇ ਇਹ ਆ ਜਾਏਗਾ m ਬਾਹਰ ਆ ਜਾਏਗਾ ਇਤੋਂ v ਦੀ ਪਾਵਰ 1 dv ਹੈ ਇਹਦਾ ਇੰਟੀਗਰਲ ਕੀ ਬਣੇਗਾ v ਦੀ ਪਾਵਰ 2/2 Yes, sir. Yes, ਲਿਮਿਟਸ ਕੀ ਪੁੱਟ ਕਰੋਗੇ u ਤੋਂ ਲੈ ਕੇ v ਤੱਕ ਪੁੱਟ ਕਰ ਦੋ ਇਨੀਸ਼ੀਅਲ ਟੂ ਫਾਈਨਲ Yes, sir. ਲਓ ਜੀ ਸਮਝ ਲੱਗੀ ਗੱਲ Yes, sir. ਇਹ ਸਾਰੇ ਆਪਣੇ ਆਪਣੇ ਕਾਪੀਜ਼ ਵਿੱਚ ਲਿਖ ਲੈਣਾ ਇਹ ਸਾਰੀਆਂ ਚੀਜ਼ਾਂ ਅੱਜ ਹੀ ਜ਼ਰੂਰੀ ਸੋ ਦਿਸ ਵਾਸ ਜਸਟ ਵਰਕ એનર્ਜੀ ਥਿਊਰਮ ਆਪਾਂ ਨੇ ਹਾਂਜੀ ਯੋਗੇਸ਼ पीछे करियो जरा एक पेज ਹਾਂਜੀ सर ਇੱਥੇ dv ਕਿੱਥੇ ਗਿਆ dv ਤਾਂ ਇੰਟੀਗਰਲ ਚ ਕਿੱਥੇ ਜਾਂਦਾ ਹੁੰਦਾ ਹੈ x ਅੱਜ ਤੋਂ ਇੰਟੀਗਰਲ ਕਰਦਾ ਤਾਂ ਇੰਟੀਗਰਲ ਆਫ x ਸਕੁਅਰ dx ਤਾਂ dx ਕਿੱਥੇ ਜਾਂਦਾ ਹੁੰਦਾ ਹੈ ਉਹ ਤਾਂ ਜਦੋਂ x³ 3 ਕਰ ਦਿੰਦਾ ਹੋ ਗਿਆ ਨਾ ਖਤਮ ਉਹਦਾ ਐਲੀਮੈਂਟ ਹੈ ਉਹਦਾ ਜਾਊਗਾ ਕਿੱਥੇ ਉੱਥੇ ਨਾਲ ਥੋੜੇ ਪਿਆ ਰਹੂਗਾ ਉਹ ਜਦੋਂ ਤੂੰ ਡੈਰੀਵੇਟਿਵ ਕਰ ਮੈਨੂੰ ਇਹ ਦੱਸ ਡੈਰੀਵੇਟਿਵ d/dx ਆਫ x² ਕੀ ਹੁੰਦਾ ਦੱਸ ਮੈਨੂੰ 2x ਤੇ ਆ dx ਕਿੱਥੇ ਚਲੇ ਜਾਂਦਾ ਫਿਰ ਹੈ ठीक है ਪਤਾ ਨਹੀਂ ਲੱਗੀ ਗੱਲ ਯੋਗੇਸ਼ लग गई ओके ਆ ਸਿੰਬਲ ਆ ਡੈਰੀਵੇਟਿਵ ਦਾ ਨਾ ਪ੍ਰੋਸੈਸ ਦੇ ਵਿੱਚ ठीक है ਪਲਸ ਮੈਂ ਲਿਮਿਟ ਦੇ ਥਰੂ ਕਰਾਇਆ ਤੁਹਾਨੂੰ ਇਹ ਇਸੇ ਤਰ੍ਹਾਂ ਆ ਤੇ ਆ ਸਿੰਬਲ ਨੇ ਇੰਟੀਗਰਲ ਦੇ ਤੇ ਇਹ ਇੰਟੀਗ੍ਰੇਸ਼ਨ ਇਹਦੀ ਹੋ ਰਹੀ ਹੈ ਤੇ ਜਦੋਂ ਇੰਟੀਗ੍ਰੇਸ਼ਨ ਹੋ ਗਈ ਤਾਂ ਫਿਰ ਉਹ ਖਤਮ ਹੋ ਗਿਆ ਸਿੰਬਲ ਆਪਾਂ ਹਟਾਤਾ ਫਿਰ ਇਸ ਤਰ੍ਹਾਂ ਜਦੋਂ ਇੰਟੀਗਰਲ ਆਫ dx ਨੂੰ x ਲਿਖਦਾ ਮੈਂ ਤਾਂ ਉਹ ਬੇਸਿਕਲੀ 1 ਦਾ ਇੰਟੀਗਰਲ ਕਰ ਰਿਹਾ ਹੁੰਦਾ ਮੈਂ ਉਹ x ਹੁੰਦਾ ਆ ਕਲੀਅਰ हाँ जी सर
ਕੈਲਕੂਲਸ ਦਾ ਜੇ ਇਹ ਜਿਹੜਾ ਮਾੜਾ ਹਾਲ ਰਹੂਗਾ ਨਾ, ਬਹੁਤ ਮਾੜਾ ਹਾਲ ਹੋਇਆ ਨਾ ਅੱਗੇ ਆ ਕੇ। ਕੈਲਕੂਲਸ ਨੂੰ ਦੁਬਾਰਾ ਰਿਵਾਈਜ਼ ਕਰ, ਪੁਰਾਣਾ ਜੋ ਵੀ ਕਰਾਇਆ ਤੁਹਾਨੂੰ। ਸਰ ਹਾਂਜੀ ਸਰ ਤੁਸੀਂ ਕਿਹਾ ਸੀ ਮੈਡੀਕਲ ਵਾਲਿਆਂ ਨੂੰ ਕੈਲਕੂਲਸ ਦੁਆਰਾ ਰਿਵਾਈਜ਼ ਕਰਵਾਉਂਗੇ ਤੁਸੀਂ। ਦੁਬਾਰਾ ਰਿਵਾਈਜ਼ ਕਰਵਾਉਣ ਨੂੰ ਕਿਹਾ ਸੀ ਮੈਂ, ਕਰਵਾਇਆ ਨਹੀਂ ਸਰ ਸੀ? ਹਾਂਜੀ ਅਲੱਗ ਤੋਂ ਨਹੀਂ ਚੇਨ ਰੂਲ ਦੇ ਇਹਦੇ ਉਹਦੇ ਲੱਗੇ ਨਹੀਂ ਸੀ ਆਪਣੇ? ਸਰ ਤਦ ਪਹਿਲਾਂ ਲੱਗੇ ਸੀ, ਬਾਅਦ ਚ ਜਦ ਆਪਾਂ ਕਰ ਰਹੇ ਸੀ ਸਿਲੇਬਸ ਫ੍ਰਿਕਸ਼ਨ, ਤਦ ਤੁਸੀਂ ਕਿਹਾ ਸੀ ਵੀ ਹਾਂ। ਮੈਂ ਦੁਬਾਰਾ ਰਿਵਾਈਜ਼ ਕਰਵਾਉਂਗਾ। ਚਲੋ ਕੋਈ ਨਹੀਂ, ਆਪਾਂ ਫਿਰ ਆਪਾਂ ਉਹ ਲਗਾ ਲਾਂਗੇ ਕਿਸੇ ਦਿਨ, ਆਪਾਂ ਸੰਡੇ ਨੂੰ ਲਗਾ ਲਾਂਗੇ ਚਾਹੇ ਅਲੱਗ ਉਹਦੇ ਲਈ। ਤੁਸੀਂ ਇੰਟੀਗ੍ਰੇਸ਼ਨ ਦਾ ਕਿਹਾ ਸੀਗਾ ਵੀ ਕਰਵਾਉਂਗੇ ਇੱਕ ਵਾਰੀ। ਨਹੀਂ ਮੇਰੀ ਗੱਲ ਤਾਂ ਸੁਣੋ ਨਾ ਹੁਣ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਵੀ ਜਿੰਨਾ ਵੀ ਆਪਾਂ ਯੂਜ਼ ਕੀਤਾ ਹੁਣ ਤੱਕ ਇੰਟੀਗ੍ਰੇਸ਼ਨ ਡਿਫਰੈਂਸ਼ੀਏਸ਼ਨ ਹੈ ਸਾਰਾ, ਇਹ ਤਾਂ ਹੈ ਨਹੀਂ ਕਿ ਉਹ ਕਰਵਾਇਆ ਨਹੀਂ ਗਿਆ ਕਦੀ, ਹਨਾ। ਉਹ ਕਰਵਾਇਆ ਗਿਆ ਸ਼ੁਰੂ ਚ, ਕਰਵਾ ਕੇ ਹੀ ਇੱਥੇ ਤੱਕ ਆਏ ਸੀ ਆਪਾਂ ਨਾ। ਮੈਂ ਤੁਹਾਨੂੰ ਕਿਹਾ ਸੀ ਮੈਂ ਦੁਬਾਰਾ ਰਿਵਾਈਜ਼ ਕਰਾ ਦੂੰਗਾ ਤੁਹਾਨੂੰ। ਫਿਰ ਤੁਹਾਡੇ ਸਕੂਲ ਐਗਜ਼ਾਮ ਆ ਗਏ, ਠੀਕ ਆ, ਤੁਹਾਡੇ ਸਕੂਲ ਐਗਜ਼ਾਮ। ਸੋ ਹਾਂ, ਮੈਂ ਤੁਹਾਨੂੰ ਕਰਾਉਣ ਲੱਗਾ ਸੀ ਕਿ ਜਿਹੜਾ ਐਕਸਪ੍ਰੈਸ਼ਨ ਫॉर ਕਿਨੈਟਿਕ એનર્ਜੀ ਨੂੰ ਆਪਾਂ ਸਮਝਿਆ ਜਾਵੇ ਕਿ ਇਹ ਹਾਫ mv ਸਕੁਅਰ ਵੀ ਕਿੱਥੋਂ ਆਇਆ, ਹਨਾ। ਐਕਸਪ੍ਰੈਸ਼ਨ ਫॉर ਕਿਨੈਟਿਕ એનર્ਜੀ, ਇਹਨੂੰ ਵੈਸੇ ਸਮਝਿਆ ਜਾਵੇ ਜਨਰਲੀ ਇਹ ਕਿੱਥੋਂ ਆਂਦਾ ਕਿੱਥੋਂ ਆਇਆ। ਇਹਦੇ ਲਈ ਬਹੁਤ ਵਧੀਆ ਇੱਕ ਜਿਵੇਂ ਆਪ ਹੁਣੇ ਆ ਨਹੀਂ ਕੀਤਾ ਵਰਕ એનર્ਜੀ ਥਿਊਰਮ ਜਿਹੜੀ ਆ ਡੈਰੀਵੇਸ਼ਨ ਕੀਤੀ ਕੈਲਕੂਲਸ ਮੈਥਡ ਵਾਲੀ, ਇੱਥੋਂ ਹੀ ਕਿਨੈਟਿਕ એનર્ਜੀ ਦਾ ਐਕਸਪ੍ਰੈਸ਼ਨ ਵੀ ਨਿਕਲ ਸਕਦਾ ਹੈ। ਇਸ ਗੱਲ ਨੂੰ ਵੀ ਦੋ ਤਰ੍ਹਾਂ ਸਮਝਿਆ ਜਾ ਸਕਦਾ ਵਾ, ਇਸ ਨੂੰ ਵੀ ਕੈਲਕੂਲਸ ਮੈਥਡ ਨਾਲ ਵੀ ਸਮਝਿਆ ਜਾ ਸਕਦਾ ਤੇ ਆਮ ਵੀ ਸਮਝਿਆ ਜਾ ਸਕਦਾ ਵਾ। ਜਿਵੇਂ ਮੇਰੀ ਗੱਲ ਸੁਣੋ ਸਾਰੇ ਧਿਆਨ ਨਾਲ ਕਿ ਆਪਾਂ ਇਹ ਕਰਦੇ ਹਾਂ, ਆਪਾਂ ਮੰਨ ਲੈਂਦੇ ਹਾਂ ਕਿਸੇ ਬੋਡੀ 'ਚ ਕਿਨੈਟਿਕ એનર્ਜੀ ਜਦੋਂ ਜ਼ੀਰੋ ਆ ਉੱਥੇ ਗੱਲ ਕਰਦੇ ਹਾਂ ਆਪਾਂ, ਬਿਲਕੁਲ ਜ਼ੀਰੋ ਕਿਨੈਟਿਕ એનર્ਜੀ ਆ, ਮਤਲਬ ਕਿ ਬੋਡੀ ਕਿਹਦੇ ਵਿੱਚ ਆ, ਰੈਸਟ ਵਿੱਚ। ਇੱਥੇ ਜਦੋਂ ਬੋਡੀ ਰੈਸਟ ਵਿੱਚ ਹੈ ਇੱਥੇ, ਤਾਂ ਬੋਡੀ 'ਚ ਕਿਨੈਟਿਕ એનર્ਜੀ ਕਿੰਨੀ ਹੈ? ਕਿਉਂਕਿ ਆਪਾਂ ਨੂੰ ਪਤਾ ਕਿਨੈਟਿਕ એનર્ਜੀ ਇਜ਼ ਦਾ એનર્ਜੀ ਪੋਸੈਸਡ ਬਾਈ ਦਾ ਬੋਡੀ ਡਿਊ ਟੂ ਇਟਸ ਮੋਸ਼ਨ। ਤੇ ਦੱਸੋ ਇੱਥੇ ਕਿਨੈਟਿਕ એનર્ਜੀ ਕਿੰਨੀ ਹੈ? ਜ਼ੀਰੋ ਜ਼ੀਰੋ ਹੈ, ਕਿਉਂਕਿ ਬੋਡੀ ਰੈਸਟ ਵਿੱਚ ਹੈ। ਤਾਂ ਉਹਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੈ? ਜ਼ੀਰੋ। ਮੈਂ ਇਹ ਕਹਿ ਰਿਹਾ ਕਿ ਇਸ ਨੂੰ ਬੋਡੀ ਨੂੰ ਧੱਕਾ ਮਾਰੋ, ਇਹਨੂੰ ਵੈਲੋਸਿਟੀ ਦਿਓ ਕੁਝ, ਇਹਦੇ ਤੇ ਲਗਾਤਾਰ ਫੋਰਸ ਲਗਾਓ, ਇਹਨੂੰ ਵੈਲੋਸਿਟੀ ਦਿਓ ਕੁਝ। ਬੇਸਿਕਲੀ ਮੈਂ ਕੀ ਚਾਹਨਾ, ਅੱਛਾ ਦੇਖੋ ਮੈਂ ਕੀ ਚਾਹਨਾ ਵਾ, ਮੈਂ ਕਰਨਾ ਕੀ ਚਾਹਨਾ ਵਾ, ਇੱਧਰ ਦੇਖੋ। ਮੈਂ ਚਾਹਨਾ ਕਿ ਇੱਕ ਬੋਡੀ ਹੈ, ਉਸਦਾ ਮਾਸ m ਹੈ, ਉਹਦੀ ਵੈਲੋਸਿਟੀ v ਹੈ, ਤਾਂ ਇਹਦੇ 'ਚ ਮੈਂ ਪਤਾ ਕਰਨਾ ਚਾਹੁੰਦਾ ਵੀ ਕਿਨੈਟਿਕ એનર્ਜੀ ਕਿੰਨੀ ਹੈ, ਵੀ ਕਿੰਨੀ ਕਿਨੈਟਿਕ એનર્ਜੀ ਇਹ 'ਚ ਹੈ, ਆਹੀ ਪਤਾ ਕਰਨਾ ਚਾਹੁੰਦਾ ਨਾ ਮੈਂ। ਯੈਸ ਸਰ। ਕਿ ਆਪਣਾ ਆਨਸਰ ਹਾਫ mv ਸਕੁਅਰ ਆਊਗਾ, ਪਰ ਕਿਵੇਂ ਆਊਗਾ, ਮਤਲਬ ਮੈਂ ਤਾਂ ਦੇਖ ਰਿਹਾ ਹਾਂ ਕਿ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਕਿਸੇ ਬੋਡੀ ਦੀ ਮਾਸ m ਹੈ, ਵੈਲੋਸਿਟੀ v ਹੈ, ਤਾਂ ਕਿਨੈਟਿਕ એનર્ਜੀ ਕਿੰਨੀ ਹੈ। ਮੈਂ ਫਿਰ ਇਹਦਾ ਉਲਟਾ ਸੋਚਦਾ, ਮੈਂ ਕਹਾਂ ਹਾਂ ਇੱਥੇ ਕਿਨੈਟਿਕ એનર્ਜੀ ਤਾਂ ਇਹ 'ਚ ਹੈ, ਕਿੰਨੀ ਹੈ ਮੈਨੂੰ ਨਹੀਂ ਪਤਾ। ਮੈਂ ਕਹਿ ਰਿਹਾ ਅੱਛਾ ਤੁਸੀਂ ਇਦਾਂ ਦੀ ਹਾਲਾਤ ਬਾਰੇ ਸੋਚੋ ਕਿ ਜਦੋਂ ਇਹ ਬੋਡੀ 'ਚ ਕਿਨੈਟਿਕ એનર્ਜੀ ਨਹੀਂ ਸੀ, ਤਾਂ ਉਹ ਕਿਹੜੀ ਚੀਜ਼, ਜਦੋਂ ਬੋਡੀ ਰੈਸਟ ਤੇ ਸੀ। ਮੈਂ ਕਿਹਾ ਅੱਛਾ ਜਦੋਂ ਨਹੀਂ ਸੀ ਮੋਸ਼ਨ 'ਚ, ਤਾਂ ਜਦੋਂ ਕਿਨੈਟਿਕ એનર્ਜੀ ਜ਼ੀਰੋ ਸੀ, ਹੁਣ ਤੁਸੀਂ ਤੇ ਵਰਕ ਕਰਕੇ ਉਹਨੂੰ ਇਸ ਹਾਲਤ 'ਚ ਲੈ ਕੇ ਆਓ ਕਿ ਜਦੋਂ ਉਹਦਾ ਮਾਸ ਤਾਂ ਨਹੀਂ ਰਹਿਣਾ, ਵੈਲੋਸਿਟੀ v ਹੋ ਜਾਵੇ। ਵਰਕ ਕਰਕੇ ਬੋਡੀ ਨੂੰ ਇੱਥੋਂ ਇੱਥੇ ਤੱਕ ਲੈ ਕੇ ਆਓ, ਤਾਂ ਉਸ ਬੋਡੀ 'ਚ ਉਨੀ ਕਿਨੈਟਿਕ એનર્ਜੀ ਆਏਗੀ ਜਿੰਨਾ ਵਰਕ ਕੀਤਾ ਜਾਊਗਾ। ਤਾਂ ਆਪਾਂ ਇਸ ਗੱਲ ਨੂੰ ਐ ਸਮਝ ਕੇ ਚੱਲਦੇ ਹਾਂ। ਤਾਂ ਹੁਣ ਆਪਾਂ ਇੱਥੇ ਆਏ ਨੇ ਫਿਰ ਵਾਪਸ ਕਿ ਬੋਡੀ ਇੱਥੇ ਇਸ ਸਟੇਜ ਵਿੱਚ ਲੈ ਕੇ ਆਣੀ ਆ ਮੈਂ, ਤੇ ਇਸ ਸਟੇਜ ਵਿੱਚ ਬੋਡੀ ਦਾ ਜਿਹੜਾ ਮਾਸ m ਹੈ, ਇਹਦੀ ਵੈਲੋਸਿਟੀ v ਕਰਨੀ ਹੈ ਮੈਂ, ਤਾਂ ਜਾਂ ਫਿਰ ਕਹਿ ਦੋ ਕਿ ਇਹਦੀ ਫਾਈਨਲ ਵੈਲੋਸਿਟੀ ਕਿੰਨੀ ਹੈ, v, ਇਹਦੀ ਵੈਲੋਸਿਟੀ ਕਿੰਨੀ ਹੈ, 0। ਠੀਕ ਹੈ, ਤੇ ਵਰਕ ਕਰਨ ਦੇ ਲਈ ਮੰਨ ਲਿਆ ਜਾਵੇ ਕਿ ਇਸ ਬੋਡੀ ਤੇ ਕਿੰਨਾ ਫੋਰਸ ਲਗਾਇਆ ਗਿਆ, F, ਤੇ ਬੋਡੀ ਦਾ ਜਿਹੜਾ ਮਾਸ ਹੈ, ਤੁਹਾਨੂੰ ਪਤਾ ਬੋਡੀ ਦਾ ਮਾਸ m ਸੀਗਾ, ਤੇ F ਲਗਾਉਣ ਦੇ ਕਰਕੇ ਇਹਦੇ 'ਚ ਐਕਸਲਰੇਸ਼ਨ ਕਿੰਨੀ ਪ੍ਰੋਡਿਊਸ ਹੋਏਗੀ, F/m। ਐਕਸਲਰੇਸ਼ਨ ਪ੍ਰੋਡਿਊਸ ਹੋਏਗੀ ਬੋਡੀ 'ਚ। ਠੀਕ ਹੈ ਨਾ ਗੱਲ। ਸੋ ਆਪਾਂ ਇੱਥੋਂ ਬਸ ਆਹੀ ਦੇਖਦੇ ਹਾਂ ਕਿ ਇੱਥੋਂ ਆਪਾਂ ਕਿਵੇਂ ਪਤਾ ਕਰਾਂਗੇ ਆਪਣਾ ਜਿਹੜਾ ਵੀ ਵਰਕ ਡਨ ਕਿੰਨਾ ਹੋਇਆ, ਇੱਥੇ ਆਪਾਂ ਪਤਾ ਕਰਨਾ ਚਾਹੁੰਦੇ ਹਾਂ, ਤੇ ਵਰਕ ਡਨ ਹੀ ਆਪਣੇ ਕਿਨੈਟਿਕ એનર્ਜੀ ਬਣ ਜਾਏਗੀ, ਹਨਾ। ਠੀਕ ਹੈ, ਤੇ ਵਰਕ ਕਿੰਨਾ ਕਰਨਾ ਪਿਆ, ਇਹਦੇ ਲਈ ਆਪਾਂ ਮੰਨ ਲੈਣੇ ਕਿ ਬੋਡੀ ਨੂੰ ਇੱਥੋਂ ਇੱਥੇ ਤੱਕ ਲੈ ਕੇ ਆਏ ਆ, ਤੇ ਮੰਨ ਲਓ ਇੱਥੋਂ ਇੱਥੇ ਤੱਕ ਆਉਂਦੇ ਹੋਏ ਡਿਸਪਲੇਸਮੈਂਟ s ਤੈਅ ਕਰਨੀ ਪਈ ਆਪਾਂ ਨੂੰ, s। ਠੀਕ ਹੈ, ਤੇ ਇੱਥੇ ਵਰਕ ਡਨ ਕਿੰਨਾ ਹੋਇਆ, ਦੇਖੋ ਇਸ ਜਗ੍ਹਾ ਤੇ ਉਹ ਹੋਏਗਾ ਫੋਰਸ ਇਨਟੂ ਡਿਸਪਲੇਸਮੈਂਟ,
ਸਿੱਧੀ ਜਿਹੀ ਗੱਲ। Yes, sir. ਤੇ ਜਿਹੜਾ ਫੋਰਸ ਹੈ ਉਹ ਕੀ ਹੁੰਦਾ, ਮਾਸ ਇਨਟੂ Acceleration. ਡਿਸਪਲੇਸਮੈਂਟ। ਤੇ ਇੱਥੇ ਜੇ ਦੇਖਿਆ ਜਾਵੇ ਡਿਸਪਲੇਸਮੈਂਟ ਦਾ ਰਿਲੇਸ਼ਨ ਉਹਦੇ ਨਾਲ ਕੀ ਹੈ, v ਸਕੁਅਰ ਮਾਈਨਸ u ਸਕੁਅਰ ਇਜ਼ ਇਕੁਅਲ ਟੂ as ਹੋਏਗਾ kinetic Yes, sir. ਆਪਣੀ ਕਾਈਨੈਮੈਟਿਕਸ ਦਾ ਐਕਸਪ੍ਰੈਸ਼ਨ। ਤਾਂ ਇੱਥੋਂ ਤੁਸੀਂ s ਕੱਢ ਲਓ ਜਾਂ a ਕੱਢ ਲਓ, ਜੋ ਮਰਜ਼ੀ ਕਰ ਲਓ, s ਕੱਢ ਲਓ। s ਕੀ ਆ, ਕਿਹਦੇ ਬਰਾਬਰ ਹੋਏਗਾ, ਇਹ ਹੋਏਗਾ। Sir, ASC ਕੱਢ ਲੈਂਦੇ। ਹਾਂ ਇਹ ਅਸੀਂ ਕੱਢ ਲੈਂਦੇ, ਬਿਲਕੁਲ ਠੀਕ ਸੀ। ਕੋਈ ਗੱਲ ਨਹੀਂ ਹੈ, ਜੋ ਮਰਜ਼ੀ ਕਰ ਲਓ। ਲਓ ਜੀ, ਆ ਕੀ ਆ ਗਿਆ, ਵਰਕ ਡਨ। ਤੇ ਫਿਰ ਉਹ ਸੌਰੀ आता मैं यू कितना है भाई, मैं तो 0. जीरो लेके चल रहे हैं ना, आता जीरो ही है। आ गया वर्क डन। तो यही चीज की है, ਉਹਦੀ ਬਣੇਗੀ kinetic Kinetic energy. ਸੋ kinetic एनर्जी ਹਾਫ mv ਸਕੁਅਰ ਇੱਥੋਂ ਵੀ ਆ ਜਾਂਦਾ ਵਾ। ਇਸੇ ਚੀਜ਼ ਨੂੰ ਤੁਸੀਂ ਉਦਾਂ ਵੀ ਕਰ ਸਕਦੇ ਹੋ, ਕੈਲਕੂਲਸ ਮੈਥਡ ਨਾਲ ਵੀ ਕਰ ਸਕਦੇ ਹੋ। ਇਸੇ ਚੀਜ਼ ਨੂੰ ਕੈਲਕੂਲਸ ਮੈਥਡ ਨਾਲ ਕੀ ਹੈ, ਵਰਕ એનર્ਜੀ ਥਿਊਰਮ ਵਾਂਗੂ ਹੀ ਹੈ, ਬਸ ਪਤਾ ਕੀ ਹੈ ਫਰਕ ਕਿੱਥੇ ਆ ਦੱਸ ਦਿੰਦਾ ਤੁਹਾਨੂੰ ਮੈਂ। ਇੱਥੇ ਸਿਰਫ ਤੁਸੀਂ u to v ਦੀ ਜਗ੍ਹਾ ਤੇ u0 to v ਲਿਖੋਗੇ ਬਸ। 0 to v ਲਿਖੋਗੇ ਹਾਫ mv ਸਕੁਅਰ ਆ ਜਾਏਗਾ ਆਪਣੇ ਆਪ ਬਸ, ਕਿਉਂਕਿ ਇੱਥੇ ਉਹੀ u0 ਆਏਗਾ ਨਾ ਆਵਲੇ ਕੇਸ ਚ। ਜੇ Yes, sir. ਫੋਰਸ ਜੇ ਵੇਰੀਏਬਲ ਹੋਇਆ ਤਾਂ ਆਪਾਂ ਨੂੰ ਐ ਲੈ ਕੇ ਚਲੀ ਕੈਲਕੂਲਸ ਮੈਥਡ ਨਾਲ, ਤਾਂ ਉਹ 0 ਤੋਂ v ਕਰਕੇ ਇੱਥੇ ਫਿਰ ਇੱਥੇ 0 ਆਏਗਾ, ਇੱਥੇ 0 ਆਏਗਾ, ਇੱਥੇ 0 ਆ ਜਾਏਗਾ। ਤੇ ਉਹੀ ਵਰਕ ਜਿਹੜਾ ਚੇਂਜ ਇਨ ਉਹ ਆਏਗਾ, ਉਹ kinetic એનર્ਜੀ ਬਣ ਜਾਏਗੀ। ਸੋ ਹਾਫ mv ਸਕੁਅਰ ਆ ਜਾਏਗਾ। ਸੋ ਇਸ ਤਰ੍ਹਾਂ ਆਪਾਂ ਤਰ੍ਹਾਂ ਇਸ ਚੀਜ਼ ਨੂੰ ਕਰ ਸਕਦੇ ਹਾਂ, kinetic એનર્ਜੀ ਨੂੰ। ਕਲੀਅਰ ਹੈ ਸਾਰਿਆਂ ਨੂੰ ਗੱਲ? Yes, sir. Yes, sir. ਆਪਾਂ ਅੱਛਾ ਇੱਕ ਹੋਰ ਆਪਾਂ ਜਿਹੜੀ ਮੇਨ ਗੱਲਾਂ ਕਰ ਚੁੱਕੇ ਹਾਂ, ਵਰਕ ਦੀ ਡੈਫੀਨੇਸ਼ਨ ਕਰ ਚੁੱਕੇ ਹਾਂ, ਆਪਾਂ ਕਰ ਚੁੱਕੇ ਹਾਂ ਵਰਕ ਡਨ ਬਾਈ ਇੰਟਰਨਲ ਫੋਰਸਿਸ 0 ਹੋਏਗਾ ਅਗਰ ਪੂਰੇ ਸਿਸਟਮ ਦੇ ਵਿੱਚ ਕੋਈ ਰਿਲੇਟਿਵ ਮੋਸ਼ਨ ਨਾ ਹੋਵੇ। ਤੇ ਫਿਰ ਆਪਾਂ ਕੀਤਾ ਵਰਕ ਡਨ ਬਾਈ ਸੈਂਟਰੀਪੀਟਲ ਫੋਰਸਿਸ 0। 0. ਹੁਣ ਆਪਾਂ ਇੱਕ ਕੁਐਸਚਨ ਕਰਦੇ ਹਾਂ। ਕੁਐਸਚਨ ਪਤਾ ਕੀ ਹੈ, ਕੁਐਸਚਨ ਤੁਹਾਨੂੰ ਹੁਣੇ ਦੇਖਦੇ ਹੀ ਤੁਸੀਂ ਕਹਿਣਾ ਸਰ ਇਹ ਤਾਂ ਦੇਖਿਆ ਹੈ ਅਸੀਂ, ਸਾਨੂੰ ਪਤਾ ਹੈ ਕੁਐਸਚਨ ਕਿਹੜਾ ਹੈ। ਇਸ ਤਰ੍ਹਾਂ ਇੱਕ ਇਨਕਲਾਈਨ ਜਾਂ ਪਲੇਨ ਹੈ, ਇਨਕਲਾਈਨ ਪਲੇਨ ਦੇ ਇੱਕਦਮ ਮਿਡ ਦੇ ਵਿੱਚ ਇੱਥੇ ਇੱਕਦਮ ਸੈਂਟਰ 'ਚ ਇਹਦੇ ਨੀਚੇ ਵਾਲਾ ਜਿਹੜਾ ਸਰਫੇਸ ਹੈ ਉਹ ਖੁਰਦਰਾ ਹੈ, ਰਫ ਹੈ, ਤੇ ਉਸਦਾ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਕਿੰਨਾ ਹੈ, ਨਿਊ ਹੈ। ਤੇ ਉੱਪਰਲਾ ਸਰਫੇਸ ਕੀ ਹੈ, ਸਮੂਥ ਹੈ। ਤੇ ਆਪਾਂ ਇੱਥੇ ਇੱਕ ਆਬਜੈਕਟ ਨੂੰ ਰੱਖਦੇ ਹਾਂ ਟੌਪ ਤੇ ਇਹਦੇ, ਤੇ ਉਹਨੂੰ ਜਸਟ ਲੀਵ ਕਰਦੇ ਹਾਂ u ਇਕੁਅਲ ਟੂ 0 ਵੈਲੋਸਿਟੀ ਦੇ ਨਾਲ। ਆ ਪੁਆਇੰਟ ਨੂੰ ਕਹਿ ਦਿੰਦੇ ਆਪਾਂ a, ਆ ਪੁਆਇੰਟ ਨੂੰ ਕਹਿ ਦਿੰਦੇ ਆਪਾਂ b, ਆ ਪੁਆਇੰਟ ਨੂੰ ਕਹਿ ਦਿੰਦੇ ਆਪਾਂ c। ਤੇ ਇੱਥੋਂ ਇਹਦੀ ਵੈਲੋਸਿਟੀ ਵੱਧਦੀ ਹੋਈ ਇੱਥੇ ਤੱਕ ਆਉਂਦੀ ਹੈ। ਇਸ ਤੋਂ ਬਾਅਦ ਇੱਥੇ ਫ੍ਰਿਕਸ਼ਨ ਲੱਗਣਾ ਸ਼ੁਰੂ ਹੋ ਜਾਂਦਾ। ਫ੍ਰਿਕਸ਼ਨ ਲੱਗਣ ਤੋਂ ਬਾਅਦ ਇਹਦੀ ਵੈਲੋਸਿਟੀ ਘਟਣੀ ਸ਼ੁਰੂ ਹੋ ਜਾਂਦੀ ਤੇ ਇੱਥੇ ਜਾ ਕੇ ਫਿਰ ਰੈਸਟ ਵਿੱਚ ਪਹੁੰਚ ਜਾਂਦਾ ਹੈ, ਅਗੇਨ ਰੈਸਟ ਵਿੱਚ ਪਹੁੰਚ ਜਾਂਦਾ ਹੈ। ਠੀਕ ਹੈ, ਰੈਸਟ ਤੋਂ ਸ਼ੁਰੂ ਹੁੰਦਾ, ਰੈਸਟ 'ਚ ਪਹੁੰਚ ਜਾਂਦਾ ਇਹ ਇਸ ਤੋਂ ਬਾਅਦ। ਠੀਕ ਹੈ, ਸੋ ਆਪਾਂ ਇਹਨੂੰ ਲਿਖ ਦੇਣਾ ਹੈ ਪ੍ਰੋਪਰਲੀ। ਅਪਰ ਹਾਫ ਦੇਖਿਆ ਕੁਐਸਚਨ ਕਿ ਨਹੀਂ? Yes, sir. ਜਿੱਥੇ mu ਦੀ ਵੈਲਿਊ ਕੱਢੀ ਸੀ। ਹਾਂ, of inclined plane is smooth, ਤੇ lower half is rough, lower half is rough. A block is released from A, block is released from A and it again comes to rest at C. Find relation between mu and theta. Theta किथे है? इत्थे है। mu ਤੇ theta ਚ ਰਿਲੇਸ਼ਨ ਫਾਈਂਡ ਕਰਨਾ, ਤੇ ਤੁਹਾਨੂੰ ਸ਼ਾਇਦ ਯਾਦ ਵੀ ਹੋਣਾ ਕਿ ਤੁਹਾਡਾ mu ਦਾ ਰਿਲੇਸ਼ਨ ਕੀ ਆਇਆ ਸੀ, 2 tan theta. ਇਹ ਆਇਆ ਸੀ ਨਾ। Yes, sir. ਸਰ ਇੱਥੇ ਕਾਈਨੈਮੈਟਿਕਸ ਲਗਾਈ ਸੀ, ਯਾਦ ਆ? Yes, sir. ਇੱਥੇ ਕਾਈਨੈਮੈਟਿਕਸ ਲਗਾਈ ਸੀ, ਜਿਵੇਂ ਇੱਥੇ ਲਗਾਈ ਸੀ ਪਹਿਲਾਂ u0, ਇੱਥੇ ਮੰਨ ਲਓ ਵੈਲੋਸਿਟੀ v ਡੈਸ਼ ਹੋ ਜਾਏਗੀ ਉਹਦੀ, ਹੈ ਨਾ।
ਯੈਸ ਸਰ। ਮੰਨ ਲਿਆ ਸੀਗਾ x ਤੇ ਇਹਨੂੰ ਵੀ x ਮੰਨ ਲਓ, x ਦੀ ਫਾਰਮ ਜੀ, ਜਾਂ ਇਹਨੂੰ x/2 ਵੀ ਲੈ ਸਕਦੇ ਸੀ ਆਪਾਂ ਪੂਰਾ ਕਰਕੇ। ਤੇ ਆਪਾਂ ਇੱਥੋਂ ਜੇ ਹਾਫ ਇੱਥੇ ਆਵਾਂਗੇ ਤਾਂ v ਡੈਸ਼ ਕਿੰਨਾ ਆ ਜਾਊਗਾ ਆਪਣਾ, ਇਹ ਆਪਾਂ ਦੇਖਿਆ ਸੀਗਾ। ਤੇ ਆਪਾਂ ਨੂੰ ਪਤਾ ਇੱਥੇ ਜਿਹੜੀ ਐਕਸਲਰੇਸ਼ਨ ਹੋਏਗੀ, ਇਸ ਜਗ੍ਹਾ ਤੇ ਐਕਸਲਰੇਸ਼ਨ ਕਿੰਨੀ ਹੋਏਗੀ? g sin θ। ਯੈਸ, g sin θ। ਆਪਾਂ ਇੱਥੇ ਵੀ ਐਕਸਲਰੇਸ਼ਨ ਕੱਢੀ ਸੀ, ਹਨਾ? ਯੈਸ ਸਰ, g sin θ minus mu cos θ minus mu g cos θ। ਆ ਕਰਨੀ ਸੀ ਆਪਾਂ। ਫਿਰ ਆਪਾਂ ਕਾਈਨੈਮੈਟਿਕਸ ਲਗਾਈ ਸੀ, ਤੇ ਕਾਈਨੈਮੈਟਿਕਸ ਲਗਾ ਕੇ ਆਪਣੇ ਕੋਲ ਮਿਊ ਉਹ ਆ ਗਿਆ ਸੀਗਾ = 2 tan θ। ਸੋ ਇਹ ਕਾਫੀ ਆਪਾਂ ਨੂੰ ਮਸ਼ੱਕਤ ਕਰਕੇ ਇਹ ਮਿਲਿਆ ਸੀ। ਹੁਣ ਆਪਾਂ ਇਹੀ ਸਵਾਲ ਨੂੰ ਕਰਨ ਲੱਗੇ ਆ ਫੇਰ ਦੁਬਾਰਾ, ਪਰ ਆਪਾਂ ਇਸ ਵਾਰ ਕਰਾਂਗੇ ਯੂਜ਼ਿੰਗ ਵਰਕ એનર્ਜੀ ਥਿਊਰਮ। ਠੀਕ ਹੈ, ਸਵਾਲ ਆਹੀ ਹੈ, ਜਵਾਬ ਵੀ ਉਹੀ ਹੈ, ਤੇ ਆਪਾਂ ਇਹਨੂੰ ਕਰਨ ਜਾ ਰਹੇ ਹਾਂ ਬਾਈ ਯੂਜ਼ਿੰਗ ਵਰਕ એનર્ਜੀ ਥਿਊਰਮ। ਥਿਊਰਮ। ਸੋ ਇੱਥੇ ਕੀ ਹੋਏਗਾ? ਵਰਕ ਡਨ ਬਾਈ ਆਲ ਫੋਰਸਿਸ ਜਿਹੜਾ ਹੋਏਗਾ, ਕਿਉਂਕਿ ਕਿਸੇ ਵੀ ਬੋਡੀ ਤੇ ਜਿੰਨੇ ਵੀ ਫੋਰਸਿਸ ਹੋਣ ਲੱਗ ਰਹੇ ਹੋਣ, ਉਹ ਸਾਰੇ ਫੋਰਸਿਸ ਦਾ ਜਿਹੜਾ ਵਰਕ ਡਨ ਹੁੰਦਾ ਹੈ ਬੋਡੀ ਤੇ, ਵਰਕ ਡਨ ਬਾਈ ਆਲ ਫੋਰਸਿਸ, ਉਹ ਕਿਤੇ ਬਰਾਬਰ ਹੁੰਦਾ? ਫਾਈਨਲ ਕਾਈਨੈਟਿਕ એનર્ਜੀ ਮਾਈਨਸ ਇਨੀਸ਼ੀਅਲ ਕਾਈਨੈਟਿਕ એનર્ਜੀ। ਤਾਂ ਇਹ ਬੋਡੀ ਦੱਸੋ ਫਿਰ ਇਹ ਜ਼ੀਰੋ ਵੈਲੋਸਿਟੀ ਨਾਲ ਚੱਲੀ ਸੀ, ਉਹਦਾ ਵੈਲੋਸਿਟੀ ਕਾਈਨੈਟਿਕ એનર્ਜੀ ਜ਼ੀਰੋ ਸੀ, ਨੀਚੇ ਵੀ ਰੁਕ ਗਈ ਹੈ 0 ਇਹਦਾ ਮਤਲਬ ਵਰਕ ਡਨ ਉਸ ਤੇ ਆਪਾਂ ਪਤਾ ਕਰਨਾ ਹੈ। ਹੁਣ ਇੱਕ ਤਾਂ ਵਰਕ ਡਨ, ਇੱਕ ਤਾਂ ਦੇਖੋ ਵੇਟ ਨੀਚੇ ਨੂੰ ਐਕਟ ਕਰੇਗਾ, ਤਾਂ ਉਹਦੇ ਦੋ ਕੰਪੋਨੈਂਟ ਹੋਣਗੇ। ਜਿਹੜਾ ਕੰਪੋਨੈਂਟ ਇਸ ਦਿਸ਼ਾ 'ਚ ਹੋਏਗਾ ਤੇ ਜਿਹੜਾ ਕੰਪੋਨੈਂਟ ਨਾਰਮਲ ਰਿਐਕਸ਼ਨ ਹੋਏਗਾ, ਉਹਨਾਂ ਦੇ ਕਰਕੇ ਵਰਕ ਡਨ ਪਤਾ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਦੋਨੋਂ ਪਰਪੈਂਡੀਕੁਲਰ ਨੇ ਹਮੇਸ਼ਾ ਮੋਸ਼ਨ ਦੇ। ਯੈਸ ਸਰ। ਜ਼ੀਰੋ ਆ ਜਾਏਗਾ। ਆਪਾਂ ਸਿਰਫ ਉਹਦਾ ਜਿਹੜਾ ਫ੍ਰਿਕਸ਼ਨ ਲੱਗੇਗਾ ਉਹਦੇ ਕਰਕੇ ਪਤਾ ਕਰ ਲਈਏ, ਤੇ ਜਿਹੜਾ mg sin θ ਉਹਦੇ ਕਰਕੇ ਪਤਾ ਕਰ ਲਈਏ, ਹਨਾ? ਯੈਸ ਸਰ। ਵਰਕ ਡਨ ਬਾਈ mg sin θ ਜੇ ਪਤਾ ਕਰ ਲਈਏ ਉਹ, ਤੇ ਵਰਕ ਡਨ ਬਾਈ ਜਿਹੜਾ ਫ੍ਰਿਕਸ਼ਨ ਹੋਏਗਾ ਉਹ ਜ਼ੀਰੋ ਹੋਣਾ ਚਾਹੀਦਾ ਹੈ। ਨਹੀਂ, yes sir. ਯੈਸ ਸਰ। mg sin θ ਦੇ ਦੁਆਰਾ ਕਿੰਨਾ ਵਰਕ ਡਨ ਕੀਤਾ ਗਿਆ? ਕਿਉਂਕਿ mg sin θ ਜਿਹੜਾ ਹੈ ਉਹ ਲਗਾਤਾਰ ਲੱਗਦਾ ਰਿਹਾ ਨਾ ਉਹਨੂੰ ਡਿਊਰਿੰਗ ਦੈਟ ਯੈਸ ਸਰ। ਪੀਰੀਅਡ, ਤੇ ਇਹਦੇ ਨਾਲ mg sin θ L/2 ਇੱਥੇ ਤੱਕ ਲੱਗਦਾ ਰਿਹਾ ਨਾ, ਪੂਰੇ ਰਸਤੇ ਦੌਰਾਨ ਲੱਗਦਾ ਰਿਹਾ ਕਿ ਨਹੀਂ ਲੱਗਦਾ ਰਿਹਾ? ਯੈਸ ਸਰ। ਡਿਸਪਲੇਸਮੈਂਟ ਕਿੰਨੀ Yes, sir. ਲਵਾਂਗਾ ਫਿਰ ਮੈਂ? 2x। 2 ਤੇ ਜਿਹੜਾ ਉਹਦਾ mg mu mg cos θ ਹੈ, ਆ ਵੀ ਤਾਂ ਲੱਗਦਾ ਹੈ ਨਾ? ਯੈਸ yes ਸਰ। mu mg cos θ ਕੀ ਹੈ? ਇਹ ਫ੍ਰਿਕਸ਼ਨ ਦਾ ਫੋਰਸ ਹੈ, ਫ੍ਰਿਕਸ਼ਨ ਦਾ फोर्स नेगेटिव आएगा सर इसका। इनटू x आएगा। पहली बात तो ये, क्योंकि ये आधा ही रास्ता एक्टिव, यस सर। V2C। यानी इसकी वजह से अगर करना है आपको तो ऊपर पहले 0 लिखोगे आधे के लिए, बाद में फिर करोगे, इसलिए मैं सीधा x लिख रहा हूँ। साथ में -1 का साइन आएगा क्योंकि ये 180 डिग्री पे। नेगेटिव डायरेक्शन में। हाँ, और ऑपोजिट डायरेक्शन में था, तो ये आएगा। तो यहाँ पे अब आप देखो ये माइनस की वजह से उसको उधर ले जाओ, तो ये बन जाएगा mg into tan theta is equal to mg cos θ into x into mu। यस yes म्यू किसके बराबर आ गया? 2 tan theta। जस्ट मैं वैसे ही बता रहा हूँ आपको कि ये इस तरह से। हाँ जी योगेश। सर ऊपर वर्क डन बाय mg sin θ प्लस वर्क डन बाय फ्रिक्शन इज इक्वल टू 0 कितना लिखा ਤੁਸੀਂ? ਆਪਾਂ ਇਹ ਵਰਕ એનર્ਜੀ ਥਿਊਰਮ ਕੀਤੀ ਨਾ। ਵਰਕ એનર્ਜੀ ਥਿਊਰਮ ਕੀ ਕਹਿੰਦੀ ਹੈ ਕਿ ਵਰਕ ਡਨ ਬਾਈ ਆਲ ਦਾ ਫੋਰਸਿਸ ਇਕੁਅਲ ਟੂ work done by all the forces acting on the body on the system is equal to the change in kinetic energy of the system। ਤਾਂ ਇੱਥੇ ਫੋਰਸ ਹੋਰ ਵੀ ਆਣੇ ਸੀ, ਜਿਵੇਂ ਦੇਖਣਾ ਇਹਦੇ ਬੇਸਿਕਲੀ ਦੇਖ, ਮੰਨ ਲਾ ਇੱਥੇ ਆਬਜੈਕਟ ਕਿਸੇ ਵੀ ਜਗ੍ਹਾ ਤੇ ਮੈਂ ਇਮੇਜਿਨ ਕਰਕੇ ਦੇਖਾਂ, ਤਾਂ ਇੱਕ ਤਾਂ ਉਹ ਤਾਂ weight ਐਕਟ ਕਰੇਗਾ, ਉਸ weight ਦੇ ਕੰਪੋਨੈਂਟ ਹੋਣਗੇ mg cos θ, है ना, normal reaction, friction, mg sin θ। किन्ने फोर्स एक्ट कर रहे हैं जे मैं वेट दे कंपोनेंट्स ले लवा योगेश? किन्ने एक्ट कर रहे हैं फोर्स? 4 कर रहे ना, ये नहीं कर रहे क्योंकि ਇਹਦਾ ਕੰਪੋਨੈਂਟ ਲੈ ਲੈਣਾ ਦੋ। ਹਾਂਜੀ ਸਰ। 4 ਤਾਂ ਚਾਰਾਂ ਦਾ ਵਰਕ ਡਨ ਜਿਹੜਾ ਬਰਾਬਰ ਹੈ ਉਹ 0 ਹੋਣਾ ਚਾਹੀਦਾ। ਠੀਕ ਆ, ਹੁਣ ਇਹਨਾਂ ਚਾਰਾਂ ਵਿੱਚੋਂ ਇਹਦਾ ਜਿਹੜਾ ਇਹਦਾ ਵਰਕ ਡਨ ਮੈਂ ਕੈਲਕੂਲੇਟ ਕਿਉਂ ਨਹੀਂ ਕੀਤਾ? ਕਿਉਂਕਿ ਦੋਨੋਂ ਪਰਪੈਂਡੀਕੂਲਰ ਸੀਗੇ ਡਿਸਪਲੇਸਮੈਂਟ ਦੇ ਜਾਂ ਡਾਇਰੈਕਸ਼ਨ ਆਫ ਮੋਸ਼ਨ ਦੇ। ਇਹਦਾ mg sin θ ਵਾਲਾ ਮੈਂ ਲਿਖਤਾ ਕਿਉਂਕਿ ਉਹ ਸਾਰੇ ਇਹਦੇ ਦੌਰਾਨ ਲੱਗਦਾ ਰਿਹਾ 2x ਦੇ ਦੌਰਾਨ ਆਦੇ, ਤੇ mg cos θ ਇਹਦੇ ਆ ਵਾਲਾ ਨਹੀਂ ਲਿਆ ਮੈਂ ਤਾਂ ਫ੍ਰਿਕਸ਼ਨ ਲੈ ਰਿਹਾ ਸੀ। ਫ੍ਰਿਕਸ਼ਨ ਹੁੰਦਾ ਕਿਹਦੇ ਬਰਾਬਰ ਆ? μ * r, ਤੇ r mg cos θ ਦੇ ਬਰਾਬਰ ਹੁੰਦਾ ਹੈ।
ਤਾਂ ਇਹ ਫ੍ਰਿਕਸ਼ਨ ਦਾ ਫੋਰਸ ਹੈ ਇਹ। ਹਾਂ ओके सर ठीक है सर। ਤੇ ਫਿਰ x ਡਿਸਪਲੇਸਮੈਂਟ ਕਿਉਂ ਲਈ, ਕਿਉਂਕਿ ਇੱਥੇ ਤੱਕ ਹੀ ਲੱਗਿਆ ਨਾ ਇਹ, ਉਸ ਤੋਂ ਪਹਿਲਾਂ ਤਾਂ 0 ਸੀਗਾ। ਸੋ ਕਿਆ ਮੈਂ ਲਿਖ ਸਕਦਾ ਸੀ ਮੈਂ ਕਿ ਜਿਹੜਾ ਫ੍ਰਿਕਸ਼ਨ ਦਾ ਫੋਰਸ ਹੈ, ਮਤਲਬ ਆਪਾਂ ਫ੍ਰਿਕਸ਼ਨ ਦਾ ਫੋਰਸ ਹੈਗਾ ਨਹੀਂ ਸਰ, ਇੱਥੇ ਤਾਂ ਫ੍ਰਿਕਸ਼ਨ ਦਾ ਫੋਰਸ ਹੀ ਨਹੀਂ ਸੀਗਾ। ਰਫਨੈਸ ਇੱਥੇ ਸ਼ੁਰੂ ਹੋਈ ਨਾ ਜਾ ਕੇ, ਤਾਂ ਇੱਥੋਂ ਆਇਆ। ਕਲੀਅਰ ਹੈ ਗੱਲ ਇਹ? ਆ ਦੇਖੋ ਇਹ 2-3 ਸਟੈਪ ਚ ਆ ਗਿਆ ਇਹ, ਉੱਥੇ ਆਪਾਂ ਨੂੰ ਕਾਇਨੇਮੈਟਿਕਸ ਲਗਾਉਣੀ ਪਈ ਸੀ। ਕਲੀਅਰ ਹੈ ਗੱਲ? हाँ जी सर। ਸੋ ਇਹਦੇ ਵਿੱਚ ਇਹ ਵੀ ਕੁਝ ਨੋਟ ਹੈ ਜਿਹੜੇ ਨੋਟ ਕਰ ਲਓ, ਆਪਣੇ ਨੋਟਸ ਵਿੱਚ ਲਿਖ ਲਿਓ ਤੁਸੀਂ ਨੋਟਸ। ਇੱਕ ਤਾਂ ਇਹ ਹੈਗਾ ਕਿ when we apply work energy theorem for system, then we have to consider work done by internal forces also. In general ਆਪਾਂ ਨੂੰ ਇਹ ਕਰਨਾ ਪਏਗਾ, internal forces ਦਾ work done ਵੀ ਨਾਲ ਕੈਲਕੂਲੇਟ ਕਰਨਾ ਪਏਗਾ, ਜੋ ਕਿ ਆਪਣੇ ਆਪ ਹੀ ਜੇ ਰਿਲੇਟਿਵ ਮੋਸ਼ਨ ਨਾ ਹੋਇਆ ਤਾਂ ਉਹ ਆਪਣੇ ਆਪ 0 ਹੋ ਜਾਏਗਾ ਸਮ ਅਪ ਕਰਕੇ, ਤੇ ਅਗਰ ਰਿਲੇਟਿਵ ਮੋਸ਼ਨ ਹੋਇਆ ਤਾਂ ਫਿਰ ਆਬਵੀਅਸਲੀ ਜੋ ਵੀ ਆਏਗਾ ਉਹ ਲਿਖ ਦਾਂਗੇ ਆਪਾਂ। And when, ਇਹ ਵੀ ਬੜੀ ਇੰਪੋਰਟੈਂਟ ਚੀਜ਼ ਹੈ, when we apply work energy theorem from a non-inertial frame, then we have to consider work done by clear है भाई? yes sir ਕਰਦੇ ਅਗਲਾ ਦਾ ਧਿਆਨ ਰੱਖਣਾ ਹੈ ਆਪਾਂ, ਕੋਈ ਇੰਪੈਕਟ ਜਿਹੜਾ ਹੈ ਆਪਣਾ ਉਹ ਇਦਾਂ ਦਾ ਹੋਣਾ ਪਵੇ। ਸੋ ਤੁਸੀਂ ਐ ਕਰੋ, ਇਹਨੂੰ ਇਹਦੀ ਐਗਜ਼ਾਮਪਲ ਆਪਾਂ ਜਸਟ ਮੈਂ ਇੱਕ ਥਿਓਰੈਟੀਕਲ ਐਗਜ਼ਾਮਪਲ ਐਵੇਂ ਦੇ ਦਿੰਦਾ ਕਿ मान लो एक सरफेस है, इस सरफेस पे एक बॉडी है, मास md, ਤੇ ਇਸ ਦੇ ਉੱਪਰ ਲੱਗ ਰਿਹਾ ਫੋਰਸ F। ਤੇ ਸਰਫੇਸ ਹੈਗਾ ਮੰਨ ਲਓ ਸਮੂਥ, ਠੀਕ ਹੈ। ਤੇ ਇੱਕ ਬੰਦਾ ਇੱਥੇ ਖੜਾ ਆ, ਤੇ ਬੰਦਾ ਜਿਹੜਾ ਆਪ ਰੈਸਟ ਵਿੱਚ ਹੈ ਤੇ ਇਹ ਇਹਨੂੰ ਆਬਜ਼ਰਵ ਕਰ ਰਿਹਾ, ਤੇ ਇਸ ਬੰਦੇ ਨੂੰ ਦੇਖਣ ਦੇ ਅਕੋਰਡਿੰਗ ਜਿਹੜਾ ਵਰਕ ਡਨ ਆਏਗਾ ਬਾਈ ਫੋਰਸ F ਹੈ ਨਾ, ਉਹ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ? ਚੇਂਜ ਇਨ ਕਾਈਨੈਟਿਕ ਐਨਰਜੀ ਬੰਦੇ ਲਈ, ਜਿਹੜਾ ਬੰਦਾ ਰੈਸਟ ਵਿੱਚ ਹੈ। ਦੂਜੇ ਪਾਸੇ ਇੱਕ ਬੰਦਾ ਆ, ਤੇ ਇਹ ਬੰਦਾ ਜਿਹੜਾ ਹੈ ਇਹ ਖੁਦ ਇਧਰ ਨੂੰ ਐਕਸਲਰੇਟ ਹੋ ਰਿਹਾ ਵਿਦ ਐਕਸਲਰੇਸ਼ਨ a0 ਮੰਨ ਲਓ, ਖੁਦ ਐਕਸਲਰੇਟ ਹੋ ਰਿਹਾ ਹੈ। ਤੇ ਇਸ ਬੰਦੇ ਦੇ ਵੱਲੋਂ ਦੇਖਿਆ ਹੋਇਆ ਤਾਂ ਇਹ ਬੰਦਾ ਕੀ ਹੋ ਗਿਆ? ਨॉन इनर्शियल फ्रेम हो गया। yes sir अगर ये बंदा एक्सेलरेट हो रहा है तो इस बंदे ਨੂੰ इस बॉडी ਦੇ ਉੱਪਰ ਅਗਰ ਇਹ ਆਬਜ਼ਰਵ ਕਰੇਗਾ ਇੱਕ ਐਕਸਟਰਾ ਫੋਰਸ ਲੱਗੇਗਾ ਨਾ, ਲੱਗਦਾ ਹੈ। yes sir ਕਿੱਧਰ ਨੂੰ ਲੱਗੇਗਾ? ਪਿੱਛੇ ਨੂੰ ਕਿੰਨਾ ਲੱਗੇਗਾ? ਜਿੰਨਾ ਦਾ ਮਾਸ ਇਨਟੂ ਐਕਸਲਰੇਸ਼ਨ a0, ਠੀਕ ਹੈ। ਹੁਣ ਇਹ ਬੰਦਾ ਅਗਰ ਲਗਾਏਗਾ ਵਰਕ એનર્ਜੀ ਥਿਊਰਮ ਤਾਂ ਉਹ ਵਰਕ ਡਨ ਬਾਈ ਆਲ ਫੋਰਸਸ ਹੁੰਦਾ ਨਾ, ਤਾਂ ਉਹ ਕੀ ਕਰੇਗਾ? yes sir ਵਰਕ ਡਨ ਬਾਈ ਫੋਰਸ F plus done by pseudo pseudo force force will be equal to this. yes sir
ਇੱਥੇ ਮੈਂ v1 u1 ਪਤਾ ਕਿਉਂ ਯੂਜ਼ ਕੀਤਾ, ਕਿਉਂਕਿ ਇਹ ਬੰਦਾ ਖੁਦ ਐਕਸਲਰੇਟ ਹੋ ਰਿਹਾ, ਇਸ ਲਈ ਇਸ ਨੂੰ ਜੋ ਆਬਜ਼ਰਵ ਹੋਏਗੀ ਇਹਦੀ ਇਨੀਸ਼ੀਅਲ ਵੈਲੋਸਿਟੀ ਤੇ ਇਸ ਨੂੰ ਜੋ ਆਬਜ਼ਰਵ ਹੋਏਗੀ ਇਹਦੀ ਫਾਈਨਲ ਵੈਲੋਸਿਟੀ, ਉਹ ਰੈਸਟ ਵਾਲੇ ਬੰਦੇ ਦੀ ਆਬਜ਼ਰਵੇਸ਼ਨ ਨਾਲੋਂ ਅਲੱਗ ਹੋ ਸਕਦੀ ਹੈ। ਸੋ ਇਹ ਬੜੀ ਇੰਪੋਰਟੈਂਟ ਗੱਲ ਹੈ। ਵੈਸੇ ਵੀ ਮੈਥਮੈਟਿਕਲੀ ਇਹ ਜੇ ਐਂ ਕਰੋਗੇ ਤਾਂ ਇਹ ਬਰਾਬਰ ਕਿਵੇਂ ਹੋਣਾ ਸੀ, ਆਹ ਚੀਜ਼ ਨਵੀਂ ਐਂਟਰ ਹੋਈ ਹੈ ਤਾਂ ਦੇयर शुड बी सम चेंज ओवर हियर आल्सो। यस सर। ਤਾਂ ਉਹ ਕਿਉਂਕਿ ਉਹ ਬੰਦਾ ਆਪ ਮੋਸ਼ਨ ਚ, ਜਿਵੇਂ ਮੈਂ ਤੁਹਾਨੂੰ ਕਿਹਾ ਹੀ ਸੀ ਕੱਲ ਵੀ ਜਾਂ ਪਰਸੋਂ ਜੋ ਮੈਂ ਕਰਾ ਰਿਹਾ ਸੀ ਰਿਲੇਟਿਵ ਮੋਸ਼ਨ ਬਾਰੇ, ਕਿ ਵੀ ਇਹ ਡਿਪੈਂਡ ਕਰਦਾ ਔਨ ਫਰੇਮ ਆਫ ਰੈਫਰੈਂਸ, ਕਿ ਜਦੋਂ ਉਹ ਪਿਊਸ਼ ਦੀ ਤੇ ਉਹਦੀ ਐਗਜ਼ਾਮਪਲ ਲੈ ਰਿਹਾ ਸੀ ਮੈਂ, ਕਿ ਉਹ ਅੱਗੇ ਨੂੰ ਗਿਆ ਤਾਂ ਉਹਨੂੰ ਲੱਗੇਗਾ ਕਿ ਉਹਦੇ ਵੱਲ ਨੂੰ ਡਿਸਪਲੇਸਮੈਂਟ ਹੋਈ ਹੈ, ਚਾਹੇ ਕੰਧ ਉੱਤੇ ਖੜੀ ਸੀ ਹਨਾ, ਤੇ ਜੇ ਡਿਸਪਲੇਸਮੈਂਟ ਤੇ ਇਫੈਕਟ ਕਰਦਾ ਤਾਂ ਵੈਲੋਸਿਟੀਜ਼ ਦੀ ਜਿਹੜੀ ਉਹਦੇ ਉੱਤੇ ਵੀ ਇੰਪੈਕਟ ਕਰੇਗਾ, ਕਿਉਂਕਿ ਉਹਦੀ ਖੁਦ ਦੀ ਐਕਸਲਰੇਸ਼ਨ a ਨੋਟ ਹੈ, ਉਹ ਆਪ ਹੀ ਐਕਸਲਰੇਟ ਹੋਈ ਜਾ ਰਿਹਾ। ਦੱਸੋ ਇਹ ਗੱਲ ਸਾਰਿਆਂ ਨੂੰ ਸਮਝ ਲੱਗ ਗਈ? यस सर। यस सर। ਠੀਕ, ਸੋ ਆਹ ਇੱਕ ਥਿਓਰੈਟੀਕਲ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਸਮਝਾ ਰਿਹਾ ਵਾਂ। एक्सक्यूज मी सर। ਹਾਂਜੀ 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 सर जो हमने v1 u1 लिया सर, ये हमने विद रिस्पेक्ट टू ग्राउंड लिया है कि सर वो विद रिस्पेक्ट टू मैन लिया है? ये बंदा, इसीलिए मैंने रेड कलर में लिखा है, ये जो बंदा भाग रहा है इसको जो लग रहा है, जो ये ऑब्जर्व कर रहा है वो है। ओके। रिस्पेक्ट टू ग्राउंड तो वो यू और वी है ही है, क्योंकि वो बंदा रेस्ट पे जो खड़ा होकर देख रहा है विद रिस्पेक्ट टू ग्राउंड ही हो गया वो तो। यस सर। ਹੁਣ ਇਸ ਤੋਂ ਬਾਅਦ ਨਾ ਕੁਝ ਚੀਜ਼ਾਂ ਹੋਰ ਹੈਗੀਆਂ ਨੇ ਕਿ ਆਪਾਂ ਚੀਜ਼ਾਂ ਸਿੱਖਣੀਆਂ ਨੇ ਜਿਹੜੀਆਂ, ਮੈਂ ਬਸ ਇਹ ਦੇਖ ਰਿਹਾ ਕਿ ਤੁਹਾਨੂੰ ਪਹਿਲਾਂ ਮੈਂ ਉਹ ਕਰਾਵਾਂ ਜਾਂ ਫਿਰ ਮੈਂ ਪੋਟੈਂਸ਼ੀਅਲ એનર્ਜੀ ਬਾਰੇ ਦੱਸਾਂ ਸਿੱਧਾ ਹੀ। ਪੋਟੈਂਸ਼ੀਅਲ એનર્ਜੀ ਬਾਰੇ ਗੱਲ ਕਰਦੇ ਹਾਂ ਪਹਿਲਾਂ, ਫਿਰ ਆਪਾਂ ਕੰਜ਼ਰਵੇਟਿਵ ਫੋਰਸਿਸ ਬਾਰੇ ਗੱਲ ਕਰਾਂਗੇ। ਪਹਿਲਾਂ ਪੋਟੈਂਸ਼ੀਅਲ એનર્ਜੀ ਬਾਰੇ ਗੱਲ ਕਰਾਂਗੇ। ਸੋ ਕਿਨੈਟਿਕ એનર્ਜੀ ਬਾਰੇ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ, ਕਿਸੇ ਬੋਡੀ ਦੀ ਕਿਨੈਟਿਕ એનર્ਜੀ ਜੋ ਹੁੰਦੀ ਹੈ ਉਹਦੇ ਮੋਸ਼ਨ ਦੇ ਕਰਕੇ ਹੁੰਦੀ ਹੈ, ਠੀਕ ਹੈ। ਦਾ એનર્ਜੀ ਪੋਸੈਸਡ ਬਾਈ, ਜਿਵੇਂ ਜਿਹਦੀ ਡੈਫੀਨੇਸ਼ਨ ਤਾਂ ਆਪਾਂ ਲਿਖੀ ਨਹੀਂ ਹਲੇ ਸੱਚ, ਆਪਾਂ ਬਸ ਉਹਦੀ ਕਰ ਲਈ, એનર્ਜੀ ਪੋਸੈਸਡ ਬਾਈ ਬੋਡੀ ਡਿਊ ਟੂ ਇਟਸ motion, ठीक है, is called kinetic energy। ਹੁਣ ਜੇ ਬਿਲਕੁਲ ਬੇਸਿਕ ਡੈਫੀਨੇਸ਼ਨ ਚ ਜਾਣਾ ਹੋਵੇ ਨਾ, ਬੰਦਾ ਪੁੱਛੇ ਕੋਈ ਮੈਨੂੰ ਕਹੂਗਾ ਕਿ ਵੀ ਇਹਦਾ ਮਤਲਬ ਜਿਹੜਾ ਕੋਈ ਟਰੱਕ ਹੈ, ਕੋਈ ਟਰੱਕ ਮੂਵ ਕਰ ਰਿਹਾ ਹੈ ਕਿਸੇ ਦਿਸ਼ਾ ਚ, ਤੇ ਉਹਦਾ ਟਰੱਕ ਦਾ ਮਾਸ m ਹੈ, ਉਹਦੀ ਵੈਲੋਸਿਟੀ v ਹੈ, ਤੇ ਉਹ ਚ ਕੀ ਹੈ, ਮੈਂ ਕਹੂੰਗਾ ਕਿਨੈਟਿਕ એનર્ਜੀ ਹੈ। ਤੇ ਮੈਨੂੰ ਕੋਈ ਕਹੂਗਾ ਕਿ ਠੀਕ ਹੈ ਕਿਨੈਟਿਕ એનર્ਜੀ ਹੈ ਤਾਂ ਮਤਲਬ એનર્ਜੀ ਹੈ। ਕਿਨੈਟਿਕ એનર્ਜੀ ਅਗਰ ਹੈ ਤਾਂ ਮੀਨਸ એનર્ਜੀ ਹੈ। ਤੇ એનર્ਜੀ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਦੱਸੋ ਮੈਨੂੰ? Ability to do work। Yes, exactly। એનર્ਜੀ ਦਾ ਡੈਫੀਨੇਸ਼ਨ ਹੁੰਦੀ ਹੈ ਐਬਿਲਿਟੀ ਟੂ ਡੂ ਵਰਕ। ਤਾਂ ਮੈਨੂੰ ਕੋਈ ਕਹੂਗਾ ਇਹਦਾ ਮਤਲਬ ਇਸ ਟਰੱਕ ਦੇ ਅੰਦਰ ਐਬਿਲਿਟੀ ਹੈ ਟੂ ਡੂ ਵਰਕ ਜਸਟ ਬਿਕੋਜ਼ ਇਟ ਇਜ਼ ਇਨ ਵੈਲੋਸਿਟੀ, ਮੂਵਿੰਗ ਵਿਦ ਵੈਲੋਸਿਟੀ v, ਤੇ ਵਰਕ ਕਰਕੇ ਦਿਖਾ ਸਕਦਾ ਹੈ। ਤੇ ਵਰਕ ਕੀ ਹੁੰਦਾ ਹੈ ਫਿਜ਼ਿਕਸ ਦੇ ਵਿੱਚ? ਵਰਕ ਹੁੰਦਾ ਹੈ ਫਿਜ਼ਿਕਸ 'ਚ ਕਿ ਅਗਰ ਕੋਈ ਬੋਡੀ ਹੈ ਉਸਨੂੰ ਅਗਰ ਕੋਈ ਫੋਰਸ ਲਗਾ ਕੇ ਡਿਸਪਲੇਸ ਕਰ ਸਕੇ ਤਾਂ ਮੈਂ ਕਹੂੰਗਾ ਵਰਕ ਹੋ ਗਿਆ, ਵਰਕ ਹੈਜ਼ ਬੀਨ ਡਨ, ਹੈ ਨਾ? यस सर। ਮੈਂ ਇਹ ਕਹਿ ਰਿਹਾ ਕਿ ਇਸ ਟਰੱਕ ਦੇ ਅੰਦਰ ਜਿਹੜਾ ਇਮੋਸ਼ਨ 'ਚ ਹੈ ਇਸ ਮੋਮੈਂਟ ਤੇ, ਚਾਹੇ ਇਹਦਾ ਬੰਦ ਕਰ ਦਿਓ ਤੁਸੀਂ ਇੰਜਨ ਹੁਣ, ਠੀਕ ਹੈ, ਪਰ ਕਿਉਂਕਿ ਉਸ ਮੋਮੈਂਟ ਤੇ ਗੱਲ ਕਰੋ, ਸਿਰਫ ਵੈਲੋਸਿਟੀ v ਨਾਲ ਮੂਵ ਕਰ ਰਿਹਾ, ਤਾਂ ਉਸ ਟਾਈਮ ਇਸ ਇਨਸਟੈਂਟ ਤੇ ਇਹਦੇ ਵਿੱਚ ਕਿਨੈਟਿਕ એનર્ਜੀ ਹੈ ਤੇ ਉਹ ਹਾਫ mv² ਹੈ। ਕਿਉਂਕਿ ਜੇ ਇਹਦੇ ਸਾਹਮਣੇ ਇੱਥੇ ਕੋਈ ਗੱਡੀ ਖੜੀ ਹੋਵੇ, ਆ ਜਾਵੇ ਰਸਤੇ ਵਿੱਚ ਸਾਹਮਣੇ, ਤਾਂ ਟਰੱਕ ਉਹਨੂੰ ਜ਼ੋਰ ਦੀ ਵੱਜੇਗਾ ਜਦੋਂ, ਤਾਂ ਉਹ ਉਸਨੂੰ ਡਿਸਪਲੇਸ ਕਰਨ ਦੀ ਤਾਕਤ ਰੱਖਦਾ ਹੈ ਕਿ ਨਹੀਂ ਰੱਖਦਾ? यस सर। That truck is able to apply the force on something ਜਿਹਦੇ ਨਾਲ ਜੋ ਟਕਰਾਏਗਾ and it can displace that body. It means that truck has ability to do work, and that ability to do work has been defined as kinetic energy। Clear ਹੈ ਗੱਲ? यस सर। ਟਰੱਕ ਦਾ ਮਾਸ ਜ਼ਿਆਦਾ ਹੋਵੇ ਬਹੁਤ, ਤੇ ਇੰਨੀ ਹੀ ਵੈਲੋਸਿਟੀ ਹੋਵੇ, ਤਾਂ ਉਹ ਜਦੋਂ ਕਿਸੇ ਨੂੰ ਟਕਰਾਏਗਾ ਤਾਂ ਉਹਦੇ ਚ ਵਰਕ ਜ਼ਿਆਦਾ ਕਰਨ ਦੀ ਕੈਪੈਸਿਟੀ ਹੋਏਗੀ ਘੱਟ?
ज्यादा अगर ट्रक ज्यादा वेलोसिटी नाल आएगा तो उन्ना ही ज्यादा वर्क कर पाएगा, उन्ना ही ज्यादा किसी बॉडी को भगा के मारेगा बहुत दूर तक, या जो भी यानी कि ਉਹਦੇ एबिलिटी होएगी टू डू दैट वर्क। ਤੇ अगर वो वर्क कर देगा तो फिर ट्रक खुद थोड़ा स्लो डाउन होएगा कि नहीं? यस सर यस सर। ट्रक अगर स्लो डाउन हो जाएगा तो ट्रक की किनेटिक एनर्जी बढ़ जाएगी घट जाएगी? कट जाएगी कितनी घट जाएगी? जिन्नी ओदी वरकी हाँ नहीं 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 वेलोसिटी नहीं बढ़ गई, ओदी ओदी किनेटिक एनर्जी घट जाएगी। मतलब जिन्हों ने वर्क डन किया हाँ यस सर जिन्ना I वर्क can ਕੀਤਾ understand. ਤੁਸੀਂ मतलब कहना वेलोसिटीज ਨੂੰ नहीं ਆਪਾਂ ਐ ਕਰਦੇ, ਕਿਉਂਕਿ ਟਰੱਕ ਹੋ ਸਕਦਾ ਜਾ ਕੇ ਛੋਟੇ ਜਿਹੇ ਕਿਸੇ ਗੱਡੀ 'ਚ ਵੱਜਿਆ, ਹਲਕੀ ਜੀ ਗੱਡੀ 'ਚ 500 ਕਿਲੋ ਦੀ ਗੱਡੀ 'ਚ ਵੱਜਿਆ, 5000 ਕਿਲੋ ਦਾ ਟਰੱਕ, ਤੇ ਟਰੱਕ ਤਾਂ ਬਹੁਤ ਮਾਸ ਤੇ ਵੈਲੋਸਿਟੀ ਨਾਲ ਆਇਆ ਤੇ ਵੱਜਿਆ ਤੇ ਟਰੱਕ ਦੀ ਵੈਲੋਸਿਟੀ ਘਟ ਗਈ ਥੋੜੀ ਜੀ, ਪਰ ਉਹ ਗੱਡੀ ਤਾਂ ਹੋ ਸਕਦਾ ਬਹੁਤ ਤੇਜ਼ ਜਾਵੇ, ਹੈਨਾ? यस सर ਕਿਉਂਕਿ ਉਹਦੀ ਜਿਹੜੀ એનર્ਜੀ ਹੈ ਉਹ ਵੈਲੋਸਿਟੀ ਦੇ ਨਾਲ ਸਕੁਅਰ ਦੇ ਪ੍ਰੋਪੋਰਸ਼ਨਲ ਆ ਰਹੀ ਹੈ ਨਾ, ਸਿੱਧੀ ਸਿੱਧੀ ਥੋੜੀ ਹੈ। यस सर ਸੋ ਆ ਬੜੀ ਇੰਪੋਰਟੈਂਟ ਗੱਲ ਤੁਸੀਂ ਸਿੱਖੀ, ਇਹਨੂੰ ਆਮ ਕਾਮਨ ਸੈਂਸ ਹੈ, ਦੇਖੋ ਇਹਨੂੰ ਦਿਮਾਗ 'ਚ ਐ ਬਿਠਾਓ। ਇਹ ਵਰਕ એનર્ਜੀ ਥਿਊਰੀ ਤਾਂ ਤੁਹਾਡੇ ਤੋਂ ਮੈਂ ਮੂੰਹ ਕਢਵਾਈ ਹੈ ਕਹਿ ਕੇ ਇਹ ਵੱਧ ਜੂ ਘਟ ਜੂਗੀ, ਕਿੰਨੀ ਘਟ ਜੂਗੀ, ਕਿੰਨੀ ਵੱਧ ਜੂਗੀ, ਕਿੰਨਾ ਵਰਕ ਹੋਊਗਾ। ਇਹਦਾ ਮਤਲਬ ਕੀ ਹੈ ਕਿ ਜਿਹੜੀ ਵੀ ਚੀਜ਼ ਦੇ ਵਿੱਚ ਆਹ ਵਾਲਾ ਵਰਕ ਡਨ ਜਿਹੜਾ ਫਿਜ਼ਿਕਸ ਦੇ ਵਿੱਚ ਹੈ ਕਰਨ ਦੀ ਕਾਬਲੀਅਤ ਹੁੰਦੀ ਹੈ, ਆਪਾਂ ਕਹਿੰਦੇ ਉਹ 'ਚ એનર્ਜੀ ਹੈ ਜ਼ਿਆਦਾ ਕਾਬਲੀਅਤ। ਅੱਛਾ ਜੇ ਟਰੱਕ ਖੜਾ ਹੋਵੇ ਤਾਂ ਇੱਕ ਖੜਾ ਟਰੱਕ ਉਸ ਕਿਸੇ ਮੋਮੈਂਟ ਤੇ ਟਰੱਕ ਖੜਾ ਹੈ ਇੱਕਦਮ, ਤਾਂ ਕੀ ਉਹ ਕਿਸੇ ਦੂਜੀ ਬੋਡੀ ਨੂੰ ਡਿਸਪਲੇਸ ਕਰ ਸਕਦਾ ਹੈ? नो सर ओदी काइनेटिक एनर्जी जीरो है हाँ ਉਹਦੀ ਕਿਨੇਟਿਕ ਜ਼ੀਰੋ, ਉਹਦੇ ਅੰਦਰ ਐਬਿਲਿਟੀ ਨਹੀਂ ਹੈ ਇਹ ਕਰਨ ਦੀ, ਠੀਕ ਹੈ ਗੱਲ। ਸੋ ਇਸੇ ਤਰ੍ਹਾਂ ਹੀ ਮੈਂ ਇਹ ਗੱਲ ਕਹਿ ਰਿਹਾ ਤੁਹਾਡੇ ਨਾਲ ਕਿ ਕੋਈ ਵੀ ਮੂਵਿੰਗ ਬੋਡੀ ਹੋ ਸਕਦੀ। ਹੁਣ ਟਰੱਕ ਨੂੰ ਕਈ ਲੋਕ ਇੰਜਨ ਨਾਲ ਜੁੜਦੇ ਆ, ਸਰ ਉਹ 'ਚ ਖੜੇ ਟਰੱਕ 'ਚ ਵੀ ਤਾਂ ਚੱਲ ਹੀ ਪੈਂਦਾ ਵਾ, ਉਹ ਤਾਂ ਪੈਟਰੋਲ ਹੈ, ਬਰਨ ਹੋ ਰਿਹਾ, ਇੰਜਨ ਹੈ, ਉਹ ਬਾਅਦ ਦੀ ਗੱਲਾਂ ਨੇ, ਮੈਂ ਇਹਦੀ ਗੱਲ ਨਹੀਂ ਕਰ ਰਿਹਾ। ਤੁਸੀਂ ਪੱਥਰ ਬਾਰੇ ਸੋਚ ਲਓ, ਟਰੱਕ ਬਾਰੇ ਨਾ ਸੋਚੋ ਇਹ ਗੱਲ ਕਿ ਬਹੁਤ ਵੱਡਾ ਸਾਰਾ ਪੱਥਰ ਹੈ ਤੇ ਉਹ ਪੱਥਰ ਅਗਰ ਮੋਸ਼ਨ 'ਚ ਹੈ ਤਾਂ ਉਹ ਪੱਥਰ ਜਾ ਕੇ ਕਿਸੇ 'ਚ ਵੱਜ ਕੇ ਕਿਸੇ ਨੂੰ ਅੱਗੇ ਡਿਸਪਲੇਸ ਕਰ ਸਕਦਾ ਬੋਡੀ ਨੂੰ, ਐਂਡ ਅਗਰ ਪੱਥਰ ਰੈਸਟ ਵਿੱਚ ਹੈ ਤਾਂ ਨਹੀਂ ਕਰ ਸਕਦਾ, ਤਾਂ ਉਹ ਕਿਨੇਟਿਕ એનર્ਜੀ ਉਹਦੇ ਵਿੱਚ ਵੀ ਹੋ ਸਕਦੀ ਹੈ। ਸੋ that energy possessed by the body due to its motion is called kinetic energy, that is very important। ਤੇ ਹੁਣ ਦੂਸਰੀ ਜਿਹੜੀ ਚੀਜ਼ ਹੈ ਜਿਹੜੀ ਮੈਂ ਜ਼ਿਆਦਾ ਜ਼ਰੂਰੀ ਸਮਝਦਾ, ਆ ਜਿਹੜੀ ਚੀਜ਼ ਪੋਟੈਂਸ਼ੀਅਲ એનર્ਜੀ ਜਿਹਨੂੰ ਸਮਝ ਆ ਜਾਵੇ ਨਾ ਇੱਕ ਵਾਰ, ਫਿਜ਼ਿਕਸ ਦਾ ਸਾਰਾ ਕੁਝ ਸਮਝ ਆ ਜਾਂਦਾ, ਫਿਰ ਅੱਗੇ ਦਾ +2 ਦਾ +1 ਦਾ ਸਾਰਾ ਕੁਝ ਹੀ ਸਮਝ ਆਉਣ ਲੱਗ ਜਾਂਦਾ। ਪੋਟੈਂਸ਼ੀਅਲ એનર્ਜੀ ਜਿਹਨੂੰ ਸਮਝ ਆ ਜਾਏ, ਸਭ ਤੋਂ ਪਹਿਲਾਂ ਆਪਾਂ ਪੋਟੈਂਸ਼ੀਅਲ એનર્ਜੀ ਨੂੰ ਡਿਫਾਈਨ ਕਰਦੇ ਹਾਂ, ਠੀਕ ਹੈ। ਪਹਿਲੀ ਗੱਲ ਤਾਂ ਚਲੋ ਆਪਾਂ ਇੱਥੇ ਜਿਹੜੀ ਉਹ ਡੈਫੀਨੇਸ਼ਨ ਹੈਗੀ ਇਹ 'ਚ ਕੰਜ਼ਰਵੇਟਿਵ ਫੋਰਸ ਵੀ ਯੂਜ਼ ਕਰ ਲੈਂਦੇ ਆ ਉਹ, ਠੀਕ ਹੈ, ਕਿ ਵੀ ਉਸ ਅਕੋਰਡਿੰਗ ਡਿਫਾਈਨ ਕਰਨਾ ਚਾਹੀਦਾ ਇਹਨੂੰ। ਮੈਂ ਕੰਜ਼ਰਵੇਟਿਵ ਫੋਰਸ ਤੁਹਾਨੂੰ ਪਹਿਲਾਂ ਨਹੀਂ ਕਰਵਾ ਰਿਹਾ, ਮੈਂ ਤੁਹਾਨੂੰ ਸਿਰਫ ਪੋਟੈਂਸ਼ੀਅਲ એનર્ਜੀ ਬਾਰੇ ਦੱਸ ਰਿਹਾ ਤਾਂ ਕਿ ਤੁਸੀਂ ਰੈਂਡਮਲੀ ਪਹਿਲਾਂ ਇਹਨੂੰ ਸਮਝ ਲਓ, ਬਾਅਦ 'ਚ ਕੰਜ਼ਰਵੇਟਿਵ ਫੋਰਸ ਕੀ ਹੁੰਦਾ ਤੇ ਉਹਦੇ ਨਾਲ ਰਿਲੇਟ ਕਰਕੇ ਸਮਝਾ ਦੂੰਗਾ ਤੁਹਾਨੂੰ, ਕਿਉਂਕਿ ਮੈਂ ਇਹ ਚਾਹਨਾ ਕਿ ਤੁਸੀਂ ਥਿਓਰੈਟੀਕਲੀ ਚੀਜ਼ਾਂ ਨੂੰ ਇਹਨੂੰ ਬਹੁਤ ਡਿਟੇਲ ਸਮਝ ਲਓ। ਪੋਟੈਂਸ਼ੀਅਲ એનર્ਜੀ ਕੀ ਹੁੰਦੀ ਹੈ ਤਾਂ ਆਪਾਂ ਬਿਲਕੁਲ ਛੋਟੇ ਬੱਚੇ ਵਾਲੀ ਡੈਫੀਨੇਸ਼ਨ ਕਰਾਂਗੇ। ਕੀ ਹੁੰਦੀ ਹੈ એનર્ਜੀ? ਕੀ ਪੜਿਆ ਸੀ 9th 'ਚ? ਯਾਦ? Possessed by body at height. ਹਾਂਜੀ gravity ਕੀ ਬੋਲ ਰਹੇ ਹੋ? ਮੈਂ ਸੁਣਿਆ ਨਹੀਂ ਬੱਚੇ। by virtue height of its करके position ਹਾਂਜੀ ਵਰਚੂ ਆਫ position पोजीशन है ना, वेरी गुड, ठीक है। कल एनर्जी possessed by the body due to its position is called potential energy। ਇਹਨੂੰ ਥੋੜਾ ਜਿਹਾ ਪਛਾਣਾ ਪੈਂਦਾ ਗੱਲ ਨੂੰ, ਐਵੇਂ ਹੀ ਨਹੀਂ ਕਿ ਵੀ ਸੋਈ ਹੈ ਨਾ। ਆ ਵੈਲੋਸਿਟੀ ਵਾਲੀ ਗੱਲ ਤਾਂ ਬੜੀ ਪਛਾਣ ਦੀ ਤੁਸੀਂ ਵੀ, ਠੀਕ ਆ ਗੱਲ ਵੀ ਇੱਕ ਟਰੱਕ ਹੈਗਾ ਆ ਉਹ ਜਾ ਕੇ ਕਿਸੇ ਵੱਜੂਗਾ, ਉਹਦੇ ਉਹ 'ਚ એનર્ਜੀ ਹੈਗੀ ਆ, ਪਰ ਆਹ ਵਾਲੀ એનર્ਜੀ ਜਿਹੜੀ ਹੈ ਨਾ ਇਹ ਸਮਝਣੀ ਬੜੀ ਜ਼ਰੂਰੀ ਹੈ ਕਿ એનર્ਜੀ possessed by the body due to its position, ਕਿਸੇ ਬੋਡੀ 'ਚ ਉਹਦੀ ਪੋਜੀਸ਼ਨ ਦੇ ਕਰਕੇ એનર્ਜੀ ਹੋਵੇ ਨਾ ਉਹਨੂੰ ਕਹਾਂਗੇ ਪੋਟੈਂਸ਼ੀਅਲ એનર્ਜੀ। ਅੱਛਾ ਹੁਣ ਮੈਨੂੰ ਦੱਸੋ, ਬਹੁਤ ਛੋਟਾ ਜਿਹਾ ਸਵਾਲ ਪੁੱਛੂੰਗਾ ਮੈਂ। ਆਹ ਟੇਬਲ ਹੈ, ਟੇਬਲ ਦੀ ਹਾਈਟ ਹੈਗੀ ਆ ਗਰਾਊਂਡ ਤੋਂ ਮੰਨ ਲਓ h, ਤੇ ਟੇਬਲ ਦੇ ਉੱਪਰ ਪਈ ਹੈ ਇੱਕ ਕਿਤਾਬ। ਹਾਂਜੀ ਹਿਮਾਨੀ? ਹਾਂਜੀ ਸਰ ਇਹਦਾ ਮਾਸ ਹੈਗਾ ਮੰਨ ਲਓ m। ਹਿਮਾਨੀ ਆਰ ਯੂ देयर? ਹਾਂਜੀ ਸਰ ਹਾਂਜੀ
ਮੈਨੂੰ ਦੱਸੋ ਵੀ ਆ ਜਿਹੜੀ ਕਿਤਾਬ ਹੈ ਇਹਦੇ 'ਚ એનર્ਜੀ ਹੈ ਕੋਈ ਹਾਂਜੀ ਸਰ ਰੱਖੀ ਹੋਈ ਹੈ ਇਹਦੇ ਉੱਪਰ? ਹਾਂਜੀ ਸਰ ਪੋਟੈਂਸ਼ੀਅਲ એનર્ਜੀ ਹੈਗੀ ਹੈ। ਫਿਰ ਆਪਾਂ ਉੱਥੇ ਚੱਲ ਜਾਂਦੇ ਨਾ। ਫਿਰ ਜਿਵੇਂ ਜੇ ਪੋਟੈਂਸ਼ੀਅਲ એનર્ਜੀ ਹੈਗੀ ਹੈ ਮਤਲਬ એનર્ਜੀ ਹੈਗੀ ਹੈ, ਤੇ એનર્ਜੀ ਕੀ ਹੁੰਦੀ ਹੈ? ਕੈਪੈਸਿਟੀ ਟੂ ਡੂ वर्क। ਜਾਂ ਫਿਰ ਇਹ ਬੁੱਕ ਤੋਂ ਕਿਹੜਾ ਵਰਕ ਕਰਾ ਕੇ ਦਿਖਾ ਸਕਦੀ ਹੈ ਤੂੰ ਮੈਨੂੰ ਦੱਸ। ਪਈ ਆ ਉਹ ਤਾਂ, ਜਿਵੇਂ ਟਰੱਕ ਤੋਂ ਤਾਂ ਕਰਾ ਲਿਆ ਨਾ, ਮੈਂ ਕਿਹਾ ਜਾ ਕੇ ਵੱਜੂਗਾ ਕਿਸੇ 'ਚ ਤੇ ਕਰ ਦੂਗਾ। ਆ ਬੁੱਕ ਕੀ ਕਰ ਸਕਦੀ ਹੈ? ਤਾਂ ਪਈ ਆ। सर जी टेबल हटा दिए फिर बुक थल्ले गिर जूगी। ਇਹ ਕਿਹਨੇ ਬੋਲਿਆ? ਇਹ ਕੌਣ जसजोत। ਹੈ? ਜਸਜੋਤ। यस सर। ਬਹੁਤ ਹੀ ਵਧੀਆ ਬੋਲਿਆ ਤੂੰ। ਮੈਂ ਆਹੀ ਸੁਣਨਾ ਚਾਹੁੰਦਾ ਸੀ। ਮੈਨੂੰ ਲੱਗਿਆ ਤੁਸੀਂ ਥੋੜਾ ਕਨਫਿਊਜ਼ ਹੋਵੋਗੇ ਫਿਰ ਬੋਲੋਗੇ, ਤੇ ਤੂੰ ਪਹਿਲੇ ਹੀ ਬੋਲਤਾ। ਬਹੁਤ ਵਧੀਆ। ਸੋ ਦੇਖੋ ਬੇਸਿਕਲੀ ਬੁੱਕ ਦੇ ਵਿੱਚ, ਅੱਛਾ ਚੱਲ ਠੀਕ ਆ। ਚੱਲ ਜਸਜੋਤ ਇੱਕ ਹੋਰ ਗੱਲ ਫਿਰ, यस सर। ਆਹੀ ਬੁੱਕ ਇੱਥੇ ਪਈ ਆ, ਪਹਿਲਾਂ ਹੀ ਭੁੰਜੇ ਪਈ ਆ। यस सर। ਹੁਣ ਇਹ ਬੁੱਕ 'ਚ ਕਿਨੈਟਿਕ એનર્ਜੀ ਸੌਰੀ એનર્ਜੀ ਹੈ ਕਿ ਨਹੀਂ? सर फोन तो नहीं होगी। ਦੱਸੋ ਵੀ ਅਦਿਤੀ। ਸਰ ਪਤਾ ਨਹੀਂ। ਜੇ ਬੁੱਕ ਹੁਣ ਜਿਵੇਂ ਜਿਵੇਂ ਆਪਾਂ ਵਰਕ ਡਨ ਕਰਾਂਗੇ ਨਾ ਉੱਪਰ ਲੈ ਕੇ ਜਾਣ ਲਈ, ਉਵੇਂ ਉਵੇਂ ਚ એનર્ਜੀ ਆਈ ਜਾਏਗੀ। ਹਾਂ ਇਹ ਵੀ ਗੱਲ ਠੀਕ ਹੈ। ਤੁਸੀਂ ਸਾਰੇ ਦੇਖੋ ਥੋੜੀ ਥੋੜੀ ਠੀਕ ਠੀਕ ਗੱਲਾਂ ਸਾਰੇ ਨੇ ਕਰੀ ਜਾ ਰਹੇ ਹੋ, ਤੇ ਏਦਾਂ ਹੀ ਆਪਾਂ ਦੇਖੋ ਬਣਾ ਲੈਣੀ ਪੋਟੈਂਸ਼ੀਅਲ એનર્ਜੀ ਦਾ ਮੇਰਾ ਜੋ ਦਿਮਾਗ 'ਚ। ਅੱਛਾ ਮੈਂ ਇਹ ਕਹਿ ਰਿਹਾ ਕਿ ਜਿਵੇਂ ਦੇਖ ਨਾ ਜਸਜੋਤ ਨੇ ਇਹ ਕਿਹਾ ਕਿ ਇੱਥੇ ਬੁੱਕ ਪਈ ਹੈ, ਤੇ ਮੈਂ ਕਿਹਾ ਬੁੱਕ ਤੋਂ ਵਰਕ ਕਰਕੇ ਦਿਖਾ ਦੇ ਫਿਰ ਨਾ ਤੂੰ। ਤੇ ਜਸਜੋਤ ਕਹਿੰਦਾ ਟੇਬਲ ਹਟਾ ਦੋ, ਤੇ ਕਰ ਦੂਗੀ ਉਹ ਬੁੱਕ। ਤੁਸੀਂ ਟੇਬਲ ਨੂੰ ਹਟਾਇਆ, ਬੁੱਕ ਨੂੰ ਤਾਂ ਕੁਛ ਕਿਹਾ, ਬੁੱਕ ਆਪਣੇ ਆਪ ਨੀਚੇ ਗਿਰੀ ਨਾ। ਇਹਦਾ ਮਤਲਬ ਬੁੱਕ ਦੇ ਅੰਦਰ એનર્ਜੀ ਸੀਗੀ, ਹੈਨਾ? ਪਰ ਹੁਣ ਮੈਂ Yes, ਯੈਸ ਸਰ। ਫਰਜ਼ ਤੇ ਆ, ਤੇ ਜਸਜੋਤ ਤੂੰ ਦੱਸ। सर हुन तां फिर सर जे इनक्लाइन प्लेन ते होगी तां हो सकदे ने, इदां तां नहीं। ਨਹੀਂ ਮੈਂ ਕਹਿ ਰਿਹਾ ਜਿਵੇਂ ਫਰਸ਼, ਹੁਣ ਜਿਵੇਂ ਤੂੰ ਟੇਬਲ ਹਟਾ ਸਕਦਾ ਤੇ ਮੈਂ ਫਿਰ ਫਰਸ਼ ਤੇ ਇੱਥੇ ਟੋਆ ਪੱਟ ਦੇਵਾਂ, ਇੰਨੀ ਮਿੱਟੀ ਕੱਢ ਦੇਵਾਂ ਚੋਂ, ਫੇਰ हाँ जी सर फिर हो जूगा। ਠੀਕ ਹੈ ਨਾ ਗੱਲ? हाँ जी सर। ਸਾਰੇ ਇਹਨੇ ਧਿਆਨ ਨਾਲ ਸਮਝੋ ਗੱਲ ਨੂੰ। ਦੇਖੋ ਗੱਲਾਂ ਬਿਲਕੁਲ ਸਹੀ ਸਮਝਣ ਵਾਲੀਆਂ ਨੇ। ਤੇ ਇਹਦਾ ਮਤਲਬ ਬੁੱਕ ਦੀ ਜਿਹੜੀ ਪੋਜੀਸ਼ਨ ਹੈ, ਬੁੱਕ ਦੀ ਪੋਜੀਸ਼ਨ ਕਰਕੇ ਉਹ 'ਚ એનર્ਜੀ ਹੈ। ਚਲ ਮੈਂ ਮਿੱਟੀ ਕੱਢਣ ਵਾਲਾ ਕੰਮ ਹਲੇ ਰਹਿਣ ਦਿੰਦਾ। ਤੁਸੀਂ ਸਾਰੇ ਯਾਦ ਰੱਖਿਓ ਇਹ ਗੱਲ ਨੂੰ ਹਮੇਸ਼ਾ, ਕਿ ਮੈਂ ਇਹੋ ਜਿਹੀ ਕੋਈ ਗੱਲ ਕੀਤੀ। ਮਿੱਟੀ ਕੱਢਣ ਵਾਲਾ ਹਲੇ ਰਹਿਣ ਦਿੰਦਾ ਕੰਮ, ਬਾਅਦ 'ਚ ਮਿੱਟੀ ਕਢਾਊਂਗਾ ਮੈਂ ਤੁਹਾਡੇ ਤੋਂ ਗ੍ਰੈਵਿਟੇਸ਼ਨ ਵੇਲੇ। ਹਲੇ ਆਪਾਂ ਉਸ ਵਿਜ਼ਨ ਨਾਲ ਨਹੀਂ ਜਾਵਾਂਗੇ, ਛੱਡੋ ਉਹਨੂੰ ਫਿਲਹਾਲ। ਠੀਕ ਹੈ, ਫਿਲਹਾਲ ਮੈਂ ਮੰਨਦਾ ਫਰਸ਼ ਨਹੀਂ ਪੱਟਣਾ, ਮੈਂ ਫਰਸ਼ ਤੇ ਹੀ ਰਹਿਣਾ ਵਾ ਬਸ। ਤੇ ਬੁੱਕ ਨੂੰ ਇੱਥੇ ਰੱਖਾਂਗੇ ਤਾਂ ਬੁੱਕ ਆਬਵੀਅਸਲੀ ਕਿਤੇ ਨਹੀਂ ਜਾਏਗੀ, ਪਰ ਜੇ ਇੱਥੇ ਇੱਕ ਟੇਬਲ ਹਟਾਵਾਂਗੇ ਤਾਂ ਗਿਰੇਗੀ ਨੀਚੇ ਨੂੰ। ਤਾਂ ਮਤਲਬ ਬੁੱਕ ਦੇ ਵਿੱਚ ਆਹ ਵਾਲੀ ਜਿਹੜੀ ਪੋਜੀਸ਼ਨ ਹੈ, ਜਾਂ ਕਹਿ ਲਓ ਕਿ ਇੰਨੀ ਹਾਈਟ ਤੇ ਜਿੱਥੇ ਮਰਜੀ ਹਵਾ ਵਿੱਚ ਇਮੇਜਿਨ ਕਰੋ ਬੁੱਕ ਨੂੰ, ਜੇ ਬੁੱਕ ਇਸ ਪੋਜੀਸ਼ਨ 'ਚ ਹੈ ਤਾਂ ਬੁੱਕ 'ਚ એનર્ਜੀ ਹੈ। ਤੇ ਬੁੱਕ ਚਾਹੇ ਵੈਲੋਸਿਟੀ v ਨਾਲ ਮੂਵ ਨਹੀਂ ਵੀ ਕਰ ਰਹੀ ਹੋਵੇ, ਜਸਟ ਉੱਤੇ ਮੈਂ ਫੜ ਕੇ ਰੱਖੀ, ਜਸਟ ਮੈਂ ਛੱਡਣ ਵਾਲਾ ਨੂੰ, ਜਸਟ ਜਦੋਂ ਛੱਡੂਗਾ ਤਾਂ ਵੈਲੋਸਿਟੀ, ਉਹਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੈ? 0 0 ਹੈ। ਤਾਂ ਉਹ 'ਚ ਕੋਈ ਕਾਈਨੈਟਿਕ એનર્ਜੀ ਨਹੀਂ ਹੈ। ਪਰ ਜਿਵੇਂ ਹੀ ਬੁੱਕ ਨੂੰ ਛੱਡੂਗਾ ਮੈਂ, ਉਵੇਂ ਹੀ ਬੁੱਕ ਨੀਚੇ ਗਿਰੇਗੀ। ਯੈਸ ਸਰ। ਉਹ ਵਰਕ ਡਨ ਕਰੇਗੀ ਨਾ ਇੱਕ ਤਰ੍ਹਾਂ ਦਾ। ਤੇ ਜੇ Yes, ਰਸਤੇ sir. ਜਾਵੇ ਤਾਂ ਬਸ ਯੈਸ ਸਰ। ਜਦੋਂ u0 ਤੋਂ ਨੀਚੇ ਗਿਰੇਗੀ ਤਾਂ ਨੀਚੇ ਆਂਦੇ ਹੋ ਮੋਸ਼ਨ 'ਚ ਆ ਜਾਏਗੀ ਕਿ ਨਹੀਂ? ਯੈਸ ਸਰ। ਕਾਈਨੈਟਿਕ એનર્ਜੀ ਆ ਕਿਹੜੀ એનર્ਜੀ ਜਾਊਗੀ। ਆ ਜਾਏਗੀ ਫਿਰ ਉਹ 'ਚ? ਕਾਈਨੈਟਿਕ એનર્ਜੀ। ਤੇ ਉੱਪਰ ਕਿਹੜੀ ਸੀਗੀ? ਪੋਟੈਂਸ਼ੀਅਲ એનર્ਜੀ। पोटेंशियल एनर्जी ਤੇ ਜਦੋਂ ਬੁੱਕ ਨੀਚੇ ਆਏਗੀ ਤਾਂ ਪੋਟੈਂਸ਼ੀਅਲ ਹੌਲੀ ਹੌਲੀ ਉਹਦੀ ਘਟੇਗੀ ਕਿ ਵਧੇਗੀ? ਘਟ ਜੇਗੀ। कटेगी। घटेगी ਤੇ ਵੈਲੋਸਿਟੀ ਵਧੇਗੀ ਕਿ ਘਟੇਗੀ? ਵੱਧ ਜੂ। बढ़ेगी ਮਤਲਬ ਵੱਧਦੀ ਕਿਨੈਟਿਕ એનર્ਜੀ ਇੱਥੇ ਜਦੋਂ ਫਸਟ ਟਕਰਾਏਗੀ ਤਾਂ ਮੈਕਸਿਮਮ ਵੈਲੋਸਿਟੀ ਨਾਲ ਟਕਰਾਏਗੀ, ਹੈ ਨਾ? ਯੈਸ ਸਰ। ਸੋ ਇਹਦਾ ਮਤਲਬ ਕਿਸੇ ਵੀ ਬਾਡੀ ਦੇ ਵਿੱਚ ਉਹਦੀ ਪੋਜੀਸ਼ਨ ਦੇ ਕਰਕੇ ਅਗਰ એનર્ਜੀ ਹੋਵੇ, ਇਹ ਸਿਰਫ ਉਹਦੀ ਪੋਜੀਸ਼ਨ ਦੇ ਕਰਕੇ ਵੀ ਉਸ ਪੋਜੀਸ਼ਨ ਤੇ ਹੈ, ਇਸ ਲਈ ਉਹ 'ਚ એનર્ਜੀ ਹੋਵੇ, ਇਹਨੂੰ ਕਹਿੰਦੇ ਪੋਟੈਂਸ਼ੀਅਲ એનર્ਜੀ। ਹੁਣ ਇਹ ਪੋਟੈਂਸ਼ੀਅਲ એનર્ਜੀ ਗ੍ਰੈਵਿਟੇਸ਼ਨ ਵਾਲੀ ਹੀ ਨਹੀਂ ਹੁੰਦੀ ਸਿਰਫ। ਸੋ ਗ੍ਰੈਵਿਟੇਸ਼ਨ ਨੂੰ ਛੱਡ ਦਿਓ, ਆਪਾਂ ਇੱਕ ਨਵੀਂ ਗੱਲ ਕਰਦੇ ਹਾਂ। ਆ ਦੇਖੋ, ਮੰਨ ਲਓ ਇੱਕ ਚੁੰਬਕ ਹੈ, ਆ ਨਾਰਥ ਹੈ, ਆ ਸਾਊਥ ਹੈ, ਆ ਸਾਊਥ ਹੈ, ਆ ਨਾਰਥ ਹੈ। ਤੁਹਾਨੂੰ ਪਤਾ ਇਹਨਾਂ ਦੋਨਾਂ ਨੇ ਕੀ ਕੀਤਾ, ਇੱਕ ਦੂਜੇ ਨੂੰ ਅਟਰੈਕਟ ਕੀਤਾ, ਜਾਂ ਸੋਰਸ ਤਾਂ ਜੁੜੇ ਹੀ ਹੋਏ ਨੇ, ਮੰਨ ਲਓ ਚਿਪਕੇ ਹੀ ਹੋਏ ਨੇ। ਠੀਕ ਹੈ ਜੀ ਗੱਲ? ਹੁਣ ਯੈਸ ਸਰ। ਮੈਂ ਕੀ ਕਹਿੰਦਾ, ਇੱਥੇ ਦੀ ਕੋਈ ਨਾ ਕੋਈ એનર્ਜੀ ਹੈ, ਜੋ ਵੀ ਹੈ એનર્ਜੀ, ਮਤਲਬ ਆਪਾਂ ਉਹ ਛੱਡ ਦਿੰਦੇ ਹਾਂ। ਹੁਣ ਆਪਾਂ ਕੀ ਕਰਦੇ ਹਾਂ, ਆਪਾਂ ਇਹਨਾਂ ਦੋਨਾਂ ਚੁੰਬਕਾਂ ਨੂੰ ਇਧਰੋਂ ਫੜਦੇ ਹਾਂ, ਇਹਨੂੰ ਇਧਰੋਂ ਫੜਦੇ ਹਾਂ, ਤੇ ਦੋਨਾਂ ਨੂੰ ਇੱਕ ਦੂਜੇ ਤੋਂ ਦੂਰ ਖਿੱਚਦੇ ਹਾਂ। ਆ ਚੁੰਬਕ ਨੂੰ ਖਿੱਚ ਕੇ ਇੱਥੇ ਲਿਆਇਆ ਮੈਂ,
ਤੇ ਇਹਨੂੰ ਖਿੱਚ ਕੇ ਇੱਥੇ ਲਿਆਇਆ। ਇਹਦੇ ਲਈ ਮੈਨੂੰ ਫੋਰਸ ਲਗਾਉਣਾ ਪਿਆ, ਇੱਥੇ ਤੱਕ ਲਿਆਇਆ। ਤੇ ਜਿਵੇਂ ਮੈਂ ਇਹਨਾਂ ਨੂੰ ਦੂਰ ਲਿਆਇਆ ਤਾਂ ਇਹਨਾਂ ਵਿੱਚ ਕੀ ਹੈਗਾ ਵਾ, force of attraction. ਅਟਰੈਕਸ਼ਨ ਵੀ ਹੈਗਾ ਵਾ, ਹਨਾ। ਤੇ ਮੰਨ ਲਓ ਇਹਨਾਂ ਨੂੰ d ਡਿਸਟੈਂਸ ਤੇ ਲੈ ਕੇ ਆ ਗਿਆ ਮੈਂ ਇੱਕ ਦੂਜੇ ਨਾਲ, ਐਰੋ ਦੋਨੋਂ ਪਾਸੇ ਬਣਾ ਲਾ ਕਿ ਦੋਨਾਂ ਨੂੰ ਮੂਵ ਕੀਤਾ ਵੀ ਸਮਝ ਲਓ। ਤੇ ਹੁਣ ਤੁਸੀਂ ਮੈਨੂੰ ਇਹ ਦੱਸਣਾ ਵਾ, ਪਹਿਲੀ ਸਿਚੁਏਸ਼ਨ ਹੈ, ਦੂਜੀ ਸਿਚੁਏਸ਼ਨ ਹੈ। ਇਹ ਚੁੰਬਕ ਇੱਥੇ ਰੁਕੂਗਾ, ਇੱਥੇ ਆ ਜਿਹੜਾ ਚੁੰਬਕ ਮੈਂ ਰੱਖਿਆ ਹੈ ਇੱਥੇ, ਜੇ ਮੈਂ ਛੱਡ ਦਵਾਂ No, sir. No. ਇਹ ਟਕਰਾ ਜਾਣਗੇ ਨਾ ਜਾ ਕੇ। Yes, sir. ਬਿਲਕੁਲ Yes, ਉਵੇਂ ਹੀ ਆ, sir. ਜਿਵੇਂ ਬੁੱਕ ਆਪਣੇ ਆਪ ਆ ਕੇ ਧਰਤੀ ਤੇ ਵੱਜਦੀ ਹੈ, ਹਨਾ। Yes, sir. ਇਸ ਪੋਜੀਸ਼ਨ 'ਚ ਤਾਂ ਇਹ ਸਟੇਬਲ ਸੀਗੇ, ਦੋਨੋਂ ਇੱਕ ਦੂਜੇ ਚਿਪਕੇ ਹੋਏ ਸੀ ਤੇ ਰੁਕੇ ਹੋਏ ਸੀ ਬਸ, ਨਾ ਉੱਥੇ। ਪਰ ਜਦੋਂ ਮੈਂ ਇਹਨਾਂ ਨੂੰ ਇੱਕ ਦੂਜੇ ਦੀ ਅਟਰੈਕਸ਼ਨ ਤੋਂ ਦੂਰ ਕੀਤਾ, ਉਹਦੇ ਲਈ ਮੈਂ ਵਰਕ ਕੀਤਾ, ਇਹਨਾਂ ਨੂੰ ਦੂਰ ਲੈ ਕੇ ਗਿਆ, ਇਸ ਪੋਜੀਸ਼ਨ 'ਚ ਲਿਆ। ਆ ਪੋਜੀਸ਼ਨ ਹੈ ਨਾ ਇਹਦੀ, Yes, sir. ਪੋਜੀਸ਼ਨ। ਤੇ ਇਹਨੂੰ ਇਹਦੀ ਪੋਜੀਸ਼ਨ ਦੇ ਕਰਕੇ ਇਹ એનર્ਜੀ ਹੈ ਵੀ ਜੇ ਇਹੀ ਚੁੰਬਕ ਇੱਥੇ ਪਿਆ ਹੋਵੇ, ਹਨਾ, ਤਾਂ ਕੋਈ એનર્ਜੀ ਨਹੀਂ ਉਹ 'ਚ। ਇਹੀ ਚੁੰਬਕ ਜਦੋਂ ਇੱਥੇ ਪਿਆ ਹੋਇਆ ਵਾ ਤਾਂ ਇਹ 'ਚ એનર્ਜੀ ਹੈਗੀ ਆ, ਤੇ ਭੱਜਦਾ ਹੈ ਜਿਵੇਂ ਛੱਡਦੇ ਆਪਾਂ ਨੂੰ। ਸੋ ਇਸ ਤਰ੍ਹਾਂ ਦੀ ਜਿਹੜੀ એનર્ਜੀ ਕਿਸੇ ਬਾਡੀ ਦੀ ਪੋਜੀਸ਼ਨ ਕਰਕੇ ਉਹ 'ਚ ਆ ਜਾਂਦੀ ਹੈ, ਠੀਕ ਹੈ। ਇਹਨੂੰ ਕੀ ਕਹਿੰਦੇ ਆ, ਪੋਟੈਂਸ਼ੀਅਲ એનર્ਜੀ। Potential energy. energy. ਇਹੀ ਚੀਜ਼ ਤੁਸੀਂ ਸੋਚ ਸਕਦੇ ਹੋ ਕਿਸੇ ਹੋਰ ਚੀਜ਼ ਬਾਰੇ। ਆਹ ਚੁੰਬਕ ਦੀ ਰਿਪਲਸ਼ਨ ਬਾਰੇ ਵੀ ਸੋਚ ਸਕਦੇ ਹੋ ਕਿ ਚੁੰਬਕ ਜਿਹੜੇ ਨੇ ਉਹ ਦੂਰ ਦੂਰ ਹੈਗੇ ਨੇ, ਆਰਾਮ ਨਾਲ ਇੱਥੇ ਪਏ ਹੋਏ ਨੇ, ਆ ਨਾਰਥ ਆ ਤੇ ਆ ਸਾਊਥ ਆ, ਤੇ ਇੰਨੀ ਕੁ ਦੂਰ ਪਏ ਨੇ ਕਿ ਕੋਈ ਅਟਰੈਕਸ਼ਨ ਰਿਪਲਸ਼ਨ ਨਹੀਂ ਹੈਗੀ ਦੋਨਾਂ 'ਚ, ਸਭ ਠੀਕ ਚੱਲ ਰਿਹਾ। ਇਸ ਪੋਜੀਸ਼ਨ ਤੇ એનર્ਜੀ ਕਿੰਨੀ ਹੈ ਜੀ, 0 એનર્ਜੀ ਹੈ ਜੋ ਵੀ। ਮੈਂ ਇਹਦਾ ਅਸਰ ਇੱਥੇ ਹੋਣਾ ਸ਼ੁਰੂ ਹੋ ਜਾਂਦਾ। ਮੰਨ ਲਓ ਮੈਂ ਇਸ ਚੁੰਬਕ ਨੂੰ ਲੈ ਕੇ ਆਣਾ ਨੇੜੇ, ਇਸ ਚੁੰਬਕ ਨੂੰ ਜਿਵੇਂ ਇੱਥੇ ਤੱਕ ਲੈ ਕੇ ਆਉਂਗਾ ਤਾਂ ਇਹਨੂੰ ਕੀ ਫੀਲ ਹੋਣਾ ਸ਼ੁਰੂ ਹੋ ਜਾਏਗਾ, Force of attraction. ਰਿਪਲਸ਼ਨ। ਆ ਨਾਰਥ ਹੈ, Oh, yes, sir. Repulsion. ਤੇ ਮੈਂ ਇਹਨੂੰ ਧੱਕੇ ਨਾਲ ਇੱਥੇ ਇਸ ਪੋਜੀਸ਼ਨ ਤੇ ਲੈ ਕੇ ਆਣਾ ਵਾ, ਇੱਥੇ। ਤੇ ਜਿਵੇਂ ਹੀ ਇਸ ਪੋਜੀਸ਼ਨ ਤੇ ਇਹਨੂੰ ਛੱਡੂਗਾ, ਕੀ ਹੋਏਗਾ ਫਿਰ ਦੱਸੋ। ਇਹਨੂੰ ਮੈਂ ਫਿਕਸ ਕੀਤਾ ਹੈ, ਮੰਨ ਲਓ फिर रिपेल करोगी। Sir, repel करके फिर वापस आ जाओ. ਇਹ ਵਾਪਸ ਆ ਜਾਊਗਾ ਨਾ ਇਹ 'ਚ। Yes, sir. ਇਸ ਪੋਜੀਸ਼ਨ ਤੇ ਇਹ 'ਚ ਕਿਹੜੀ એનર્ਜੀ ਹੈ, Potential. એનર્ਜੀ। ਯਾਨੀ ਉਹ ਉੱਥੇ ਪੋਟੈਂਸ਼ੀਅਲ, ਜਿਵੇਂ ਆਪਾਂ ਕਹਿੰਦੇ ਪੋਟੈਂਸ਼ੀਅਲ ਵਰਡ ਨੂੰ ਯੂਜ਼ ਕਰਦੇ ਆ ਬੱਚਿਆਂ ਦੇ ਲਈ। ਆਪਾਂ ਕਹਿੰਦੇ ਵੀ ਬੱਚੇ 'ਚ ਪੋਟੈਂਸ਼ੀਅਲ ਬਹੁਤ ਆ, ਪਰ ਉਹ ਲਿਖ ਕੇ ਪ੍ਰੈਕਟਿਸ ਨਹੀਂ ਕਰਦਾ। ਵੀ ਕਿਸੇ ਬੱਚੇ 'ਚ ਕੰਮ ਉਹ ਬਹੁਤ ਵਧੀਆ IQ ਵਧੀਆ ਪੋਟੈਂਸ਼ੀਅਲ ਹੈ, ਉਹ 'ਚ ਪੋਟੈਂਸ਼ੀਅਲ ਹੈ, ਮਤਲਬ ਉਹਦੇ 'ਚ ਵੀ ਉਹ Capacity है क्या? ਹਾਂ ਉਹ 'ਚ ਪੋਟੈਂਸ਼ੀਅਲ ਹੈ, ਮਤਲਬ ਉਹ 'ਚ ਬਹੁਤ ਜ਼ਿਆਦਾ ਐਬਿਲਿਟੀ ਹੈ। ਇਸੇ ਚੁੰਬਕ 'ਚ ਇੱਥੇ ਕੋਈ ਐਬਿਲਿਟੀ ਨਹੀਂ ਹੈ, ਬਾਹਰ ਇੱਥੇ ਪਿਆ ਆਰਾਮ ਨਾਲ। ਇਹੀ ਚੁੰਬਕ ਜਦੋਂ ਇੱਥੇ ਇਸ ਪੋਜੀਸ਼ਨ ਤੇ ਆ ਜਾਂਦਾ, ਇਹ 'ਚ ਐਬਿਲਿਟੀ ਆ ਜਾਂਦੀ ਹੈ। ਤਾਂ ਆ ਜਿਹੜੀ ਐਬਿਲਿਟੀ ਆ ਜਾਂਦੀ ਹੈ, ਜਿਹੜੀ ਉਸ ਪੋਜੀਸ਼ਨ ਤੇ ਆ ਜਾਂਦੀ ਹੈ, ਜਿਹੜੀ ਉਸ ਪੋਜੀਸ਼ਨ ਤੇ ਕਰਕੇ ਹੈ, ਉਹਨੂੰ ਕੀ ਕਹਿੰਦੇ ਆ, ਪੋਟੈਂਸ਼ੀਅਲ। ਐਂ ਆ ਇੱਕ ਚਾਰਜ ਹੈ, ਪੋਜ਼ਿਟਿਵ ਚਾਰਜ ਹੈ ਮੰਨ ਲਓ ਕਿਸੇ ਬਾਡੀ ਤੇ ਪੋਜ਼ਿਟਿਵ ਕੀ ਕਰਦੇ ਨੇ, ਰਿਪੈਲ ਕਰਦੇ ਨੇ। ਤੇ ਮੰਨ ਲਓ ਮੈਂ ਇੱਥੇ ਇੱਕ ਪੋਜ਼ਿਟਿਵ ਬਾਹਰ ਪਿਆ ਹੈ ਛੋਟਾ ਜਿਹਾ, ਮੈਂ ਪੋਜ਼ਿਟਿਵ ਨੂੰ ਚੱਕ ਕੇ ਇਸ ਜਗ੍ਹਾ ਤੇ ਪੋਟੈਂਸ਼ੀਅਲ એનર્ਜੀ ਕਿੰਨੀ ਹੈ, 0। ਇੱਥੇ ਲਿਆ ਕੇ ਰੱਖ ਦੇਵਾਂ, ਪੋਟੈਂਸ਼ੀਅਲ એનર્ਜੀ ਆ ਜਾਏਗੀ। ਤੇ ਜਿਵੇਂ ਇਹਨੂੰ ਛੱਡੂਗਾ, ਕੀ ਕਰੇਗਾ, ਇਹ ਬਾਹਰ ਨੂੰ ਭੱਜੇਗਾ। ਜਿਵੇਂ ਕਿਤਾਬ ਧਰਤੀ ਤੇ ਗਿਰਦੀ ਹੈ, ਹੁਣ ਜਿਵੇਂ ਬੇਸਿਕਲੀ ਕਿਤਾਬ ਤੇ ਧਰਤੀ ਨੂੰ ਇਹ ਸੋਚਣਾ ਚਾਹੀਦਾ ਨਾ, ਆਹ ਧਰਤੀ ਹੈ ਤੇ ਆਹ ਕਿਤਾਬ ਆ ਤੁਹਾਡੀ ਜਿਹੜੀ ਹੁਣੀ ਤੁਸੀਂ ਰੱਖ ਰਹੇ ਸੀ, ਹਨਾ। ਤੇ ਧਰਤੀ ਜਿਹੜੀ ਹੈ, ਇਹ ਧਰਤੀ ਉਹਨੂੰ ਖਿੱਚ ਰਹੀ ਹੈ ਜਦੋਂ ਕਿਤਾਬ ਇੱਥੇ ਪਈ ਹੈ। ਫਿਰ ਜਿਵੇਂ ਹੁਣ ਹਿਮਾਨੀ ਕਹਿ ਰਹੀ ਸੀ ਕਿ ਕਿਤਾਬ ਨੂੰ ਇੱਥੋਂ ਉੱਪਰ ਲੈ ਕੇ ਜਾਣ ਲਈ ਤੁਹਾਨੂੰ ਜੋ ਵਰਕ ਡਨ ਕਰਨਾ ਪਏਗਾ, ਉਹੀ ਇਹਦੀ ਪੋਟੈਂਸ਼ੀਅਲ એનર્ਜੀ ਬਣ ਜਾਏਗਾ ਇਸ ਜਗ੍ਹਾ ਤੇ। ਤੇ ਜਦੋਂ ਤੁਸੀਂ ਉਹਨੂੰ ਛੱਡੋਗੇ ਤਾਂ ਫਿਰ ਕਿਤਾਬ ਫਿਰ ਨੀਚੇ ਆ ਕੇ ਗਿਰੇਗੀ। ਤੇ ਇਹ ਬਿਲਕੁਲ ਉਵੇਂ ਹੈ ਜਿਵੇਂ ਚੁੰਬਕ ਨੂੰ ਚੁੰਬਕ ਤੋਂ ਵੱਖਰਾ ਕੀਤਾ ਗਿਆ, ਕਿਉਂਕਿ ਇਹ ਧਰਤੀ ਤੇ ਕਿਤਾਬ ਦੇ ਵਿੱਚ ਵੀ ਅਟਰੈਕਸ਼ਨ ਹੈ ਤੇ ਚੁੰਬਕਾਂ ਵਿੱਚ ਵੀ ਅਟਰੈਕਸ਼ਨ ਸੀ, ਹਨਾ। Yes, sir. ਇਸੇ ਤਰ੍ਹਾਂ ਕਈ ਹੋਰ ਚੀਜ਼ਾਂ ਹੁੰਦੀਆਂ, ਜਿਵੇਂ ਗੁਲੇਲ ਹੁੰਦੀ ਹੈ। ਹੁਣ ਤੁਸੀਂ ਗੁਲੇਲ ਦੇਖੀ ਸਾਰਿਆਂ ਨੇ, ਜਿਵੇਂ ਦੇਖੋ ਆ ਵੀਡੀਓ 'ਚ, ਜਿਵੇਂ ਇਸ ਤਰ੍ਹਾਂ ਵੀ ਸ਼ੇਪਡ ਇੱਕ ਹੁੰਦੀ ਹੈ, ਹਨਾ। ਉਹ 'ਚ ਇੱਥੇ ਪਾਸੇ ਦੋਨੋਂ ਪਾਸੇ ਰਬੜ ਬਣੀ ਹੁੰਦੀ ਹੈ, ਤੇ ਉਹਦੇ ਨਾਲ ਆਪਾਂ ਇੱਕ ਵੱਟਾ ਫਸਾ ਲੈਂਦੇ ਹਾਂ ਉਹਨੂੰ, ਤੇ ਉਹਨੂੰ ਰਬੜ ਨੂੰ ਐਂ ਖਿੱਚਦੇ ਹਾਂ। ਤੇ ਜਦੋਂ ਉਹ ਰਬੜ ਦੀ ਐਕਚੁਅਲ ਲੈਂਥ ਇੱਥੇ ਤੱਕ ਹੈ ਮੰਨ ਲਓ, ਤਾਂ ਬੱਟਾ ਇੱਥੇ ਹੀ ਹੈ। ਇਹਨੂੰ ਛੱਡੋਗੇ ਤਾਂ ਕੀ ਕਰੇਗਾ, ਬੱਟਾ ਨੀਚੇ ਗਿਰ ਜਾਏਗਾ, ਇੱਥੇ ਹੀ ਗਿਰ ਜਾਏਗਾ ਨੀਚੇ, ਵਰਟੀਕਲੀ ਡਾਊਨ।
ਪਰ ਜੇ ਮੈਂ ਉਹਨੂੰ ਰਬੜ 'ਚ ਫਸਾ ਕੇ ਐਂ ਖਿੱਚੂਗਾ ਪਿੱਛੇ ਨੂੰ ਤੇ ਰਬੜ ਲੰਬੀ ਹੋ ਜਾਏਗੀ ਇਸ ਤਰ੍ਹਾਂ ਪਿੱਛੇ, ਤਾਂ ਉਹ ਇਸ ਪੋਜੀਸ਼ਨ 'ਚ ਜਦੋਂ ਪੱਥਰ ਹੈਗਾ ਵਾ ਇਸ ਪੋਜੀਸ਼ਨ 'ਚ, ਤਾਂ ਉਹ 'ਚ ਕਿਹੜੀ એનર્ਜੀ ਹੈ? ਪੋਟੈਂਸ਼ੀਅਲ એનર્ਜੀ। ਜਿਵੇਂ Potential ਮੈਨੂੰ energy. ਛੱਡੂਗਾ ਪੱਥਰ ਕਿੱਧਰ ਜਾਏਗਾ? ਸਾਹਮਣੇ ਨੂੰ। ਸਿੱਧਾ ਨੂੰ ਅੱਗੇ ਜਾਏਗਾ, ਹਨਾ? ਤਾਂ ਉਹ ਜਿਹੜੀ એનર્ਜੀ ਹੈ ਉਹ ਉਸ ਦੇ ਵਿੱਚ ਇਸ ਪੋਜੀਸ਼ਨ ਤੇ ਤਾਂ ਹੈ, ਪਰ ਇਸ ਪੋਜੀਸ਼ਨ ਤੇ ਨਹੀਂ ਹੈ, ਹਨਾ? ਇਸ ਪੋਜੀਸ਼ਨ ਤੇ ਨਹੀਂ ਹੈ। ਜਿੰਨਾ ਉਹਨੂੰ ਪਿੱਛੇ ਖਿੱਚੀ ਜਾ ਰਿਹਾ ਵਾਂ, ਜਿੰਨਾ ਮੈਂ ਉਹਦੇ ਇਲਾਸਟਿਕ ਫੋਰਸ ਦੇ ਅਗੇਂਸਟ ਵਰਕ ਡਨ ਕਰੀ ਜਾ ਰਿਹਾ, ਉਨਾ ਹੀ ਜ਼ਿਆਦਾ ਉਹ 'ਚ એનર્ਜੀ ਆਈ ਜਾ ਰਹੀ ਹੈ। ਤੇ ਜਦੋਂ ਛੱਡੂਗਾ ਤਾਂ ਉਹ ਉਨੀ ਤੇਜ਼ੀ ਨਾਲ ਅੱਗੇ ਨੂੰ ਜਾਏਗਾ। ਇਹੀ ਤੀਰ ਕਮਾਨ 'ਚ ਹੁੰਦਾ ਆ। ਤੀਰ ਕਮਾਨ ਨੂੰ ਕੀ ਕਹਿੰਦੇ ਆ? ਐਰੋ ਐਂਡ ਕੁਝ ਚਲੋ ਬੋ ਐਂਡ ਬੋ BOW, ਹਨਾ? ਬੋ ਐਂਡ ਐਰੋ। ਯੈਸ ਹਾਂ, ਤਾਂ ਉਹ ਹੁੰਦਾ ਹੈ, ਉਹਦੇ ਵਿੱਚ ਵੀ ਇਹੀ ਹੈ ਜਿਹੜਾ ਕਹਿੰਦਾ ਕਈ ਵਾਰ ਆਬਜੈਕਟ ਦੇ ਵਿੱਚ ਕੰਮ ਕਰਨ ਦੀ ਜਿਹੜੀ ਐਬਿਲਿਟੀ ਹੈ, ਵਰਕ ਡਨ ਕਰਨ ਦੀ ਐਬਿਲਿਟੀ ਹੈ, ਉਹ ਉਹਦੀ ਵੈਲੋਸਿਟੀ ਕਰਕੇ ਨਹੀਂ ਹੁੰਦੀ, ਉਹ ਉਹਦੀ ਪੋਜੀਸ਼ਨ ਕਰਕੇ ਹੁੰਦੀ ਹੈ ਬਸ। ਤੇ ਉਹਨੂੰ ਕਹਿੰਦੇ ਆ ਪੋਟੈਂਸ਼ੀਅਲ એનર્ਜੀ। ਹੁਣ ਉਹਦਾ ਕਾਰਨ ਅਲੱਗ-ਅਲੱਗ ਹੋ ਸਕਦਾ, ਜਿਵੇਂ ਮੰਨ ਲਓ ਜੇ ਚੁੰਬਕ, ਜੇ ਕੋਈ ਧਰਤੀ ਦੇ ਉੱਪਰ ਕੋਈ ਆਬਜੈਕਟ ਪਿਆ ਤੇ ਉਸ ਆਬਜੈਕਟ 'ਚ ਇੱਥੇ ਐਬਿਲਿਟੀ ਕਿਉਂ ਹੈ ਨੀਚੇ ਗਿਰਨ ਦੀ? ਕਿਉਂਕਿ ਨੀਚੇ ਕੀ ਹੈ? ਧਰਤੀ ਹੈ। ਮੇਰੀ ਆਵਾਜ਼ ਆ ਰਹੀ ਸਭ ਨੂੰ? Yes, sir. Yes, ਪਤਾ sir. ਨਹੀਂ ਵਿੱਚ ਤੇ ਫਿਰ ਹੋ ਗਈ ਸੀ ਥੋੜੀ। ਦੇਖੋ ਮੇਰੀ ਗੱਲ ਸੁਣੋ ਧਿਆਨ ਨਾਲ। ਹੁਣ ਜਿਵੇਂ ਆ ਕਿਤਾਬ ਹੈ, ਕਿਤਾਬ ਦੇ ਵਿੱਚ ਪੋਟੈਂਸ਼ੀਅਲ એનર્ਜੀ ਹੈਗੀ ਆ, ਤੁਸੀਂ ਕਹਿ ਰਹੇ ਹੋ ਕਿਉਂਕਿ ਕਿਤਾਬ ਨੀਚੇ ਗਿਰਦੀ ਹੈ, ਤੁਸੀਂ ਕਹੋਗੇ ਇਹਨੂੰ ਛੱਡਾਂਗੇ ਨਾਲ ਹੀ ਗਿਰੇਗੀ, ਮੇਰੇ 'ਚ ਪੋਟੈਂਸ਼ੀਅਲ એનર્ਜੀ ਹੈ। ਤੇ ਜੇ ਮੈਂ ਨੀਚੋਂ ਧਰਤੀ ਨੂੰ ਗਾਇਬ ਕਰ ਦੇਵਾਂ ਤਾਂ ਦੱਸੋ ਕੀ ਹੋਏਗਾ? ਕੀ ਕਿਤਾਬ ਨੀਚੇ ਗਿਰੇਗੀ? नो सर। ਨਹੀਂ ਹੈ ਗਿਰੇਗੀ, ਕਿਤੇ ਵੀ ਨਹੀਂ ਗਿਰੇਗੀ, ਉਹ ਤਾਂ ਉੱਥੇ ਪਈ ਰਹੇਗੀ। ਮਤਲਬ ਪੋਟੈਂਸ਼ੀਅਲ એનર્ਜੀ ਦਾ ਕਾਰਨ ਅਸਲ ਵਿੱਚ ਕੌਣ ਸੀ? ਉਹ ਬਾਡੀ ਨਹੀਂ ਸੀ ਜਾਂ ਉਹ ਪੋਜੀਸ਼ਨ ਨਹੀਂ ਸੀ, ਬਲਕਿ ਕੌਣ ਸੀ? ਅਰਥ। ਅਰਥ ਜਾਂ ਅਰਥ ਦਾ ਇੰਟਰੈਕਸ਼ਨ ਉਹਦੇ ਨਾਲ। ਮਤਲਬ ਕਿ ਅਟਰੈਕਸ਼ਨ ਅਰਥ ਦਾ ਜਿਹੜਾ ਸੀਗਾ ਉਹ ਉਹਦੇ 'ਚ એનર્ਜੀ ਪੈਦਾ ਕਰ ਰਿਹਾ ਸੀ। ਯੈਸ ਸਰ। ਅੱਛਾ, ਇੱਕ ਹੋਰ ਗੱਲ ਕਰਦੇ ਹਾਂ। ਮੰਨ ਲਓ ਐ ਇੱਕ ਗੁਲੇਲ ਹੈਗੀ ਆ ਤੇ ਉਸ ਗੁਲੇਲ ਦੇ ਵਿੱਚ ਆ ਉਹਦੀ ਨਾਰਮਲ ਲੰਬਾਈ ਹੈ ਰਬੜ ਦੀ, ਇੱਥੇ ਆਪਾਂ ਪੱਥਰ ਫਸਾਇਆ ਇੱਕ ਤੇ ਗੁਲੇਲ ਨੂੰ ਫੜ ਕੇ ਪਿੱਛੇ ਖਿੱਚਦਾ ਇੱਥੇ ਤੱਕ, ਤੇ ਗੁਲੇਲ ਦੀ ਜਿਹੜੀ ਰਬੜ ਹੈ ਉਹ ਇੰਨੀ ਖਿੱਚੀ ਗਈ। ਤਾਂ ਇਸ ਪੱਥਰ 'ਚ ਇੱਥੇ ਕੀ ਹੈ ਦੱਸੋ? ਪੋਟੈਂਸ਼ੀਅਲ એનર્ਜੀ ਹੈ, ਪੋਟੈਂਸ਼ੀਅਲ એનર્ਜੀ। ਤੇ ਇਸੇ ਲਈ ਯੈਸ ਸਰ ਹੈ। ਜੇ ਮੈਂ ਇਸ ਪੱਥਰ ਨੂੰ ਇੱਥੋਂ ਛੱਡੂੰਗਾ ਤਾਂ ਕਿੱਧਰ ਨੂੰ ਜਾਏਗਾ? ਇਹ ਸਿੱਧਾ ਅੱਗੇ ਨੂੰ। ਠੀਕ ਹੈ। ਹੁਣ ਮੰਨ ਲਓ ਇਸ ਤਰ੍ਹਾਂ ਪੱਥਰ ਕਿਸੇ ਨੇ ਇਸ ਤਰ੍ਹਾਂ ਕਰਕੇ ਖਿੱਚ ਕੇ ਰੱਖਿਆ ਹੋਇਆ ਤੇ ਮੈਂ ਆਇਆ ਕੈਂਚੀ ਲੈ ਕੇ ਤੇ ਮੈਂ ਰਬੜ ਹੀ ਕੱਟਤੀ, ਇੱਥੋਂ ਕੱਟਦੀ ਰਬੜ, ਆ ਇਕੱਠੀ ਹੋ ਗਈ ਦੋਨੋਂ। ਤੇ ਹੁਣ ਜਾਊਗਾ ਪੱਥਰ ਅੱਗੇ ਨੂੰ? नो सर। ਨੋ ਸਰ। ਫਿਰ ਕਿੱਥੇ ਚਲੀ ਗਈ? ਮਤਲਬ ਉਹਦੀ ਪੋਜੀਸ਼ਨ ਕਰਕੇ ਆਪਾਂ ਕਹਿੰਦੇ ਵੀ એનર્ਜੀ ਸੀਗੀ, ਤੇ ਪੋਜੀਸ਼ਨ ਤੇ ਤਾਂ ਹੁਣ ਵੀ ਹੈਗਾ, ਉਹ ਪਹਿਲਾਂ ਵੀ ਜੇ ਇਸੇ ਪੋਜੀਸ਼ਨ ਤੇ ਸੀਗਾ, ਹੁਣ ਵੀ ਇਸੇ ਪੋਜੀਸ਼ਨ ਤੇ ਹੈਗਾ, ਪਰ ਹੁਣ ਪੋਟੈਂਸ਼ੀਅਲ એનર્ਜੀ ਹੈ ਨਹੀਂ ਗੀ, ਹਨਾ? ਯੈਸ ਸਰ। ਕਨਫਿਊਜ਼ ਕਰ ਰਿਹਾ ਵਾਂ। ਜੇ ਤੁਹਾਨੂੰ ਲੱਗ ਰਿਹਾ ਮੈਂ ਕਨਫਿਊਜ਼ ਕਰ ਰਿਹਾ ਤਾਂ ਸੱਚੀ ਹਾਂ, ਮੈਂ ਕਨਫਿਊਜ਼ ਹੀ ਕਰ ਰਿਹਾ ਤੁਹਾਨੂੰ। ਮੈਂ ਤੁਹਾਨੂੰ ਉਸ ਡੈਫੀਨੇਸ਼ਨ ਨੂੰ ਤੋੜਨ ਮਰੋੜਨ ਦੇ ਬਾਰੇ ਸੋਚਣ ਦੇ ਲਾਇਕ ਬਣਾ ਰਿਹਾ, ਬਸ ਉਹੀ ਗੱਲ ਕਰ ਰਿਹਾ, ਹੋਰ ਕੁਝ ਵੀ ਨਹੀਂ ਕਰ ਰਿਹਾ ਮੈਂ। ਕਿ ਮਤਲਬ ਬਾਡੀ 'ਚ ਜਾਂ ਉਹਦੀ ਪੋਜੀਸ਼ਨ ਦੇ ਕਰਕੇ ਆਪਾਂ ਲਿਖਦੇ ਹਾਂ ਡੈਫੀਨੇਟ ਤਾਂ ਹੀ ਕਰਦੇ ਹਾਂ, ਪਰ ਸਿਰਫ ਪੋਜੀਸ਼ਨ ਕਰਕੇ ਹੀ ਨਹੀਂ ਹੁੰਦੀ, ਇੰਟਰੈਕਸ਼ਨ ਕਰਕੇ ਹੁੰਦੀ। ਉਹਦਾ ਇੰਟਰੈਕਸ਼ਨ ਇਸ ਗੁਲੇਲ ਦੇ ਨਾਲ, ਹਨਾ, ਜਿਹੜੀ ਰਬੜ ਬੰਨੀ ਹੋਈ ਸੀ ਉਹ ਰਬੜ ਦੇ ਕਰਕੇ ਸੀਗੀ ਇਹ 'ਚ એનર્ਜੀ ਇਸ ਪੋਜੀਸ਼ਨ ਤੇ। ਧਰਤੀ ਦੇ ਉੱਪਰ ਇਹ ਬੁੱਕ ਰੱਖੀ ਹੈ ਇੱਥੇ ਤੇ ਬੁੱਕ 'ਚ ਹੈਗੀ ਪੋਟੈਂਸ਼ੀਅਲ એનર્ਜੀ, ਧਰਤੀ ਹਟਾ ਲਓ ਤਾਂ ਨਹੀਂ ਹੈਗੀ, ਧਰਤੀ ਕਰਕੇ ਸੀਗੀ। ਇਸ ਲਈ ਇਸ ਬੁੱਕ 'ਚ ਜਿਹੜੀ એનર્ਜੀ ਹੈ ਉਹਨੂੰ ਕਹਿੰਦੇ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। ਇਹਦੇ 'ਚ ਹੈਗੀ ਆ ਇਲਾਸਟਿਕ ਪੋਟੈਂਸ਼ੀਅਲ એનર્ਜੀ। ਚਾਰਜ ਦੇ ਨੇੜੇ ਚਾਰਜ ਇੱਥੇ ਕਿਤੇ ਰਿਹਾ ਤਾਂ ਇਹ 'ਚ ਇਲੈਕਟ੍ਰੋਸਟੈਟਿਕ ਜਾਂ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ। ਠੀਕ ਹੈ। ਮੈਗਨੇਟ ਦੇ ਨੇੜੇ ਮੈਗਨੇਟ ਰੱਖ ਦੋ, ਮੈਗਨੈਟਿਕ ਪੋਟੈਂਸ਼ੀਅਲ એનર્ਜੀ। ਸੋ ਇਹਦਾ ਮਤਲਬ ਇਹ ਹੈ ਕਿ ਪੋਟੈਂਸ਼ੀਅਲ એનર્ਜੀ ਆਪਸ ਦੇ ਵਿੱਚ ਇੱਕ ਹੀ ਚੀਜ਼ ਹੈ, ਇੱਕ ਯੂਨੀਫਾਈ ਕਰ ਸਕਦੇ ਹੋ, ਉਹਨੂੰ ਸੋਚ ਸਕਦੇ ਹੋ ਤੁਸੀਂ। ਇਹਨੂੰ ਯੂਨੀਫਾਈ ਕਰਾਂਗੇ ਆਪਾਂ ਅਗਲੇ ਲੈਕਚਰ ਦੇ ਵਿੱਚ।
ਤੇ ਉੱਥੇ ਮੈਂ ਤੁਹਾਨੂੰ ਕੰਜ਼ਰਵੇਸ਼ਨ ਸਮਝਾਉਂਗਾ। ਪੋਟੈਂਸ਼ੀਅਲ એનર્ਜੀ ਬਾਰੇ ਜਿੰਨਾ ਮੈਕਸਿਮਮ ਤੁਸੀਂ ਸੋਚ ਸਕਦੇ ਹੋ ਸੋਚੇ ਹੁਣ ਇਸ ਤਰ੍ਹਾਂ ਜੋ ਮੈਂ ਤੁਹਾਨੂੰ ਦੱਸਿਆ ਕਿ ਵਰਕ ਡਨ ਜਿਹੜਾ ਆ ਉਹ ਕਦੋਂ ਪੋਟੈਂਸ਼ੀਅਲ એનર્ਜੀ ਚ ਬਦਲਦਾ ਹੈ। ਜਿਵੇਂ ਹਿਮਾਨੀ ਨੇ ਕਿਹਾ, ਹਿਮਾਨੀ यस सर। ਆ ਦੇਖ ਤੂੰ ਇਹ ਕਿਹਾ ਕਿ ਆ ਜਿਹੜੀ ਬੁੱਕ ਇੱਥੇ ਪਈ ਹੈ ਇਹ ਚ ਕੋਈ એનર્ਜੀ ਨਹੀਂ ਹੈ। यस सर। ਤੂੰ ਕਿਹਾ ਕਿ ਜਦੋਂ ਬੁੱਕ ਨੂੰ ਤੁਸੀਂ ਉੱਪਰ ਲੈ ਕੇ ਜਾਓਗੇ ਇੱਥੇ ਲੈ ਕੇ ਜਾਂਦੇ ਵਰਕ ਡਨ ਕਰੋਗੇ ਤੇ ਜਿਹੜਾ ਤੁਸੀਂ ਵਰਕ ਕਰੋਗੇ ਉਹ ਇਹਦੀ ਪੋਟੈਂਸ਼ੀਅਲ એનર્ਜੀ ਬਣ ਜਾਏਗਾ ਤੇ ਇਸ ਲਈ ਜਦੋਂ ਛੱਡੋਗੇ ਤਾਂ ਬੁੱਕ ਵਾਪਸ ਗਿਰੇਗੀ, ਹੈ ਨਾ, ਇਸ ਪੋਟੈਂਸ਼ੀਅਲ એનર્ਜੀ ਕਰਕੇ, ਹੈ ਨਾ। हाँ जी सर, हाँ जी। ਤੇ ਜੇ ਤੂੰ ਬੁੱਕ ਨੂੰ ਇਸੇ ਫਰਸ਼ ਤੇ ਇਧਰੋਂ ਇਧਰ ਨੂੰ ਲੈ ਕੇ ਆਏ ਇੰਨੀ ਹੀ ਦੂਰੀ ਤੇ ਤਾਂ ਵੀ ਤਾਂ ਤੂੰ ਵਰਕ ਕੀਤਾ ਕਿ ਨਹੀਂ, हाँ जी सर। ਤਾਂ ਬੁੱਕ 'ਚ ਪੋਟੈਂਸ਼ੀਅਲ એનર્ਜੀ ਆਈ नो सर। ਤਾਂ ਕੀ ਉਹ ਵਾਪਸ ਆਪਣੇ ਆਪ ਇਧਰ ਜਾਏਗੀ? नो सर। ਨਹੀਂ ਨਾ ਜਾਏਗੀ। ਇਹ ਤਾਂ ਮਤਲਬ ਪੋਟੈਂਸ਼ੀਅਲ એનર્ਜੀ ਬਾਰੇ ਸਾਨੂੰ ਕੁਝ ਖਾਸ ਗੱਲਾਂ ਵੱਲ ਧਿਆਨ ਦੇਣਾ ਪੈਣਾ, ਕੁਝ ਖਾਸ ਗੱਲਾਂ ਸਮਝਣੀਆਂ ਪੈਣੀਆਂ ਇਹਨਾਂ ਚੀਜ਼ਾਂ ਦੇ ਬਾਰੇ। ਸੋ ਇਹ ਮੈਂ ਸਮਝਾਉਂਗਾ ਤੁਹਾਨੂੰ ਕਿ ਕਦੋਂ ਵਰਕ ਪੋਟੈਂਸ਼ੀਅਲ એનર્ਜੀ ਚ ਬਦਲੇਗਾ ਤੇ ਕਦੋਂ ਉਹ ਪੋਟੈਂਸ਼ੀਅਲ ਚ ਨਹੀਂ ਬਦਲੇਗਾ ਜਾਂ ਫਿਰ ਕੀ ਕਰੇਗਾ, ਠੀਕ ਹੈ। ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਆਪਾਂ ਅਗਲੇ ਲੈਕਚਰ ਵਿੱਚ ਜਿਹੜਾ ਵਰਕ ਪਰ એનર્ਜੀ ਬਾਰੇ ਹੋਊਗਾ। ਹੁਣ ਮੇਰੀ ਕੋਸ਼ਿਸ਼ ਇਹ ਰਹੂਗੀ ਕਿ ਮੈਂ ਜਿਹੜਾ ਤੁਹਾਡਾ ਜੋ ਅਗਲਾ ਟੈਸਟ ਹੈ